और एडी वड्डी गिणती च डोपी खिडारी पकड़े गए। एक बार 119 खिडारी जिहड़े सीगे ਉਹ ਟਰਾਂਟੋ ਤੇ ਵੈਨਕੂਵਰ ਸਾਈਡ ਤੋਂ ਇੰਨੇ ਹੀ ਲੰਡਨ ਯੂਰਪ ਦੇ ਟੂਰਨਾਮੈਂਟਾਂ 'ਚ ਫੜੇ ਗਏ। ਤੋ ਪਿੰਡਾਂ 'ਚ ਮੁੰਡੇ ਕੀ ਆ, ਟੂਰਨਾਮੈਂਟ ਹੁੰਦਾ ਉਹ ਜਿੱਥੇ ਕਿਤੇ ਟੂਰਨਾਮੈਂਟ ਹੁੰਦਾ ਆਸੇ ਪਾਸੇ ਗੱਡੀ ਖੜਿਆ ਕੇ ਨੇੜ ਦਾ ਜਿਹੜਾ ਕੋਈ ਟਿਊਬਵੈੱਲ ਹੈਗਾ ਉੱਥੇ ਆਪਦੇ ਟੀਕੇ ਟੂਕੇ ਲਾ ਕੇ ਸਰਿੰਜਾਂ ਉੱਥੇ ਸੁੱਟ ਆਉਂਦੇ ਆ। ਕਿਸਾਨ ਜਾਂਦੇ ਆ ਪਾਣੀ ਲਾਉਣ ਤੇ ਉਹ ਸਰਿੰਜਾਂ ਉਹਨਾਂ ਦੇ ਪੈਰਾਂ 'ਚ ਵੱਜਦੀਆਂ। 1958 ਦੀਆਂ ਟੋਕੀਓ ਦੀਆਂ ਏਸ਼ੀਅਨ ਗੇਮਸ ਦੇ ਵਿੱਚ ਵੀ ਸਾਰੇ ਦੇ ਸਾਰੇ ਮੈਡਲ ਇੰਡੀਆ ਦੇ ਨਾ ਸਿਰਫ ਪੰਜਾਬੀ ਖਿਡਾਰੀਆਂ ਹੀ ਨਹੀਂ ਜਿੱਤੇ ਬਲਕਿ ਉਹਨਾਂ ਖਿਡਾਰੀਆਂ ਨੇ ਜਿੱਤੇ ਜਿਨ੍ਹਾਂ ਦੇ ਸਿਰਾਂ 'ਤੇ ਜੂੜੇ ਸ਼ੋਭਦੇ ਸੀਗੇ। ਨਾ ਤਾਂ ਸਾਡੇ ਮਹਿਕਮੇ ਉਸ ਤਰ੍ਹਾਂ ਖਿਡਾਰੀਆਂ ਨੂੰ ਸੰਭਾਲਦੇ ਨੇ। ਉਹ ਫਿਰ ਸਾਡੇ ਖਿਡਾਰੀ ਕੋਈ ਹਰਿਆਣੇ ਚਲੇ ਜਾਂਦਾ, ਕੋਈ ਪੁਲਿਸ ਸੈਂਟਰਲ ਰਿਜ਼ਰਵ ਪੁਲਿਸ ਚਲੇ ਜਾਂਦਾ, ਕੋਈ ਰੇਲਵੇ ਚਲੇ ਜਾਂਦਾ, ਕੋਈ ਸਰਵਿਸ ਚਲੇ ਜਾਂਦਾ। ਜਦੋਂ ਕਿਸੇ ਨੌਜਵਾਨ ਨੇ ਤਿਰੰਗਾ ਝੰਡਾ ਕਿਸੇ ਤੋਂ ਫੜ ਕੇ ਤੇ ਪੈਰਾਂ ਹੇਠ ਮਿੱਧਿਆ ਤਾਂ ਹੋਰ ਕੋਈ ਨਹੀਂ ਗਿਆ, ਬਲਬੀਰ ਸਿੰਘ ਨੇ ਜਾ ਕੇ ਕਿਹਾ ਨਹੀਂ ਝੰਡੇ ਦੀ ਇਸ ਤਰ੍ਹਾਂ ਨਹੀਂ ਮੈਂ ਹੁਰਮਤੀ ਹੋਣ ਦੇਣੀ। ਬੜੇ ਨਾਅਰੇ ਲੱਗੇ ਬਲਬੀਰ ਸਿੰਘ ਜ਼ਿੰਦਾਬਾਦ। ਅਤੇ ਬਲਬੀਰ ਸਿੰਘ ਨੇ ਉਹਨਾਂ ਦਾ ਅਭਿਨੰਦਨ ਕੀਤਾ ਹੱਥ ਲਾ ਕੇ ਵੀ ਬਹੁਤ ਧੰਨਵਾਦ ਤੁਹਾਡਾ। ਪਰ ਫਿਰ ਜਿਸ ਵੇਲੇ ਬਾਹਰ ਆਉਣ ਲੱਗਿਆ ਤਾਂ ਉਹਨਾਂ ਨੇ ਨਾਅਰੇ ਲਾਉਣੇ ਸ਼ੁਰੂ ਕਰਤੇ ਇੰਡੀਆ ਮੁਰਦਾਬਾਦ। ਅਤੇ ਰੋਕਿਆ ਉਹਨਾਂ ਨੇ ਹੱਥ ਮਾਰ ਕੇ ਵੀ ਤੁਸੀਂ ਇਹ ਨਾਅਰੇ ਨਾ ਲਾਓ। ਸੰਨ 1966 ਦੇ ਵਿੱਚ ਇੱਕ ਨੌਜਵਾਨ ਦੁਆਰਾ ਕਾਲਜ ਦੀਆਂ ਖੇਡਾਂ ਵਿੱਚ ਕੀਤੀ ਹੋਈ ਕਮੈਂਟਰੀ ਵੇਖ ਕੇ ਅਤੇ ਉਸ ਦੁਆਰਾ ਲਿਖੇ ਹੋਏ ਕੁਝ ਲੇਖ ਪੜ੍ਹ ਕੇ ਡਾਕਟਰ ਹਰਭਜਨ ਸਿੰਘ ਉਸ ਨੌਜਵਾਨ ਨੂੰ ਸਲਾਹ ਦਿੰਦੇ ਨੇ ਕਿ ਜੇਕਰ ਉਹ ਖੇਡਾਂ ਅਤੇ ਖਿਡਾਰੀਆਂ ਉੱਪਰ ਲਿਖੇ ਤਾਂ ਉਹ ਪੂਰੀ ਦੁਨੀਆ ਦੇ ਵਿੱਚ ਇੱਕ ਵੱਖਰਾ ਮੁਕਾਮ ਹਾਸਿਲ ਕਰ ਸਕਦਾ ਹੈ। ਅਤੇ ਨਾਲ ਦੀ ਨਾਲ ਇਹ ਤਾਕੀਦ ਕਰਦੇ ਨੇ ਕਿ ਉਸ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖਣਾ ਚਾਹੀਦਾ ਹੈ। ਨੌਜਵਾਨ ਦੁਆਰਾ ਪੰਜਾਬੀ ਵਿੱਚ ਲਿਖੇ ਜਾਣ ਦੀ ਗੱਲ ਸੁਣ ਕੇ ਡਾਕਟਰ ਹਰਭਜਨ ਸਿੰਘ ਕਹਿੰਦੇ ਨੇ ਕਿ ਜੇਕਰ ਉਹ ਸਾਈਕਲ ਤੋਂ ਕਾਰ ਤੱਕ ਦਾ ਸਫ਼ਰ ਤੈਅ ਕਰਨਾ ਚਾਹੁੰਦਾ ਹੈ ਤਾਂ ਉਸਨੂੰ ਇਹ ਲੇਖ ਹਿੰਦੀ ਜਾਂ ਅੰਗਰੇਜ਼ੀ ਦੇ ਵਿੱਚ ਹੀ ਲਿਖਣੇ ਚਾਹੀਦੇ ਨੇ। ਪਰ ਉਸ ਨੌਜਵਾਨ ਨੇ ਖਿਡਾਰੀਆਂ ਦੇ ਉੱਪਰ ਪੰਜਾਬੀ ਵਿੱਚ ਲਿਖ ਕੇ ਹੀ ਨਾ ਸਿਰਫ ਸਾਈਕਲ ਤੋਂ ਕਾਰ ਤੱਕ ਦਾ ਸਫ਼ਰ ਬਲਕਿ ਸਾਈਕਲ ਤੋਂ ਜਹਾਜ਼ਾਂ ਤੱਕ ਦਾ ਸਫ਼ਰ ਤੈਅ ਕੀਤਾ। ਉਸ ਲਿਖਾਰੀ ਦਾ ਨਾਂ ਹੈ ਪ੍ਰਿੰਸੀਪਲ ਸਰਵਣ ਸਿੰਘ, ਜਿਨ੍ਹਾਂ ਨੂੰ ਅੱਜ ਅਸੀਂ ਬੀ ਸੋਸ਼ਲ ਦੇ ਸਾਹਿਤਕ ਪ੍ਰੋਗਰਾਮ ਦਸਤਕ ਦੇ ਵਿੱਚ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ। ਪ੍ਰਿੰਸੀਪਲ ਸਰਵਣ ਸਿੰਘ ਹੁਣਾਂ ਦਾ ਜਨਮ ਮਿਤੀ 8 ਜੁਲਾਈ 1940 ਨੂੰ ਲੁਧਿਆਣਾ ਜ਼ਿਲ੍ਹਾ ਦੇ ਮਸ਼ਹੂਰ ਪਿੰਡ ਚੱਕਰ ਵਿਖੇ ਪਿਤਾ ਸਰਦਾਰ ਬਾਬੂ ਸਿੰਘ ਸੰਧੂ ਤੇ ਮਾਤਾ ਕਰਤਾਰ ਕੌਰ ਹੁਣਾਂ ਦੇ ਘਰ ਹੋਇਆ। ਹੁਣ ਤੱਕ ਆਪਣੀ ਸਵੈ ਜੀਵਨੀ ਸਮੇਤ 43 ਦੇ ਕਰੀਬ ਕਿਤਾਬਾਂ ਪ੍ਰਿੰਸੀਪਲ ਸਰਵਣ ਸਿੰਘ ਜੀ ਲਿਖ ਚੁੱਕੇ ਨੇ, ਜਿਨ੍ਹਾਂ ਦੇ ਵਿੱਚੋਂ 22 ਕਿਤਾਬਾਂ ਖੇਡਾਂ ਅਤੇ ਖਿਡਾਰੀਆਂ ਉੱਪਰ ਲਿਖੀਆਂ ਗਈਆਂ ਨੇ। ਜੀ ਆਇਆਂ ਆਖਦੇ ਹਾਂ ਪ੍ਰਿੰਸੀਪਲ ਸਰਵਣ ਸਿੰਘ ਜੀ ਹੁਣਾਂ ਨੂੰ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਧੰਨਵਾਦ। ਮੈਂ ਤਾਂ ਇਸ ਕਰਕੇ ਉਚੇਚੇ ਤੌਰ 'ਤੇ ਤੁਹਾਡਾ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਐਡੀ ਦੂਰੋਂ ਚੱਲ ਕੇ ਚੰਡੀਗੜ੍ਹ ਤੋਂ ਪਟਿਆਲੇ ਤੋਂ ਪਿੰਡ ਮੁਕੰਦਪੁਰ 'ਚ ਪਹੁੰਚੇ ਹੋ ਮੇਰੇ 80ਵੇਂ ਜਨਮ ਦਿਨ ਦੇ ਉੱਤੇ। ਤੁਸੀਂ ਔਰ ਤੁਹਾਡੇ ਨਾਲ ਦੇ ਜਿੰਨੇ ਸਾਥੀ ਨੇ ਸਾਰਿਆਂ ਨੂੰ ਜੀ ਆਇਆਂ ਨੂੰ। ਸ਼ੁਕਰੀਆ ਸਰ। ਤੁਸੀਂ 80ਵੇਂ ਜਨਮ ਦਿਨ ਦਾ ਜ਼ਿਕਰ ਕਰ ਰਹੇ ਹੋ ਨਾ, ਮੈਂ ਪਹਿਲਾਂ ਹੀ ਇਹ ਚੀਜ਼ ਤੁਹਾਨੂੰ ਪੁੱਛਣਾ ਚਾਹੁੰਦੀ ਸੀ ਕਿ ਤੁਸੀਂ ਜ਼ਿੰਦਗੀ ਦੇ 80 ਵਰ੍ਹੇ ਵੇਖ ਚੁੱਕੇ ਹੋ ਨਾ, ਫਿਰ ਵੀ ਜੇ ਮੈਂ ਦੇਖਾਂ ਤਾਂ ਤੁਹਾਡੀ ਮਾਨਸਿਕ ਅਤੇ ਸਰੀਰਕ ਸਿਹਤ ਆ ਜਿਹੜੀ ਉਸ ਨੂੰ ਵੇਖ ਕੇ ਕੋਈ ਮਤਲਬ ਬਿਲਕੁਲ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਤੁਸੀਂ ਉਮਰ ਦੇ ਜਿਹੜੇ 80 ਵਰ੍ਹੇ ਵੇਖ ਲੈਣੇ ਨਾ। ਇਸ ਚੀਜ਼ ਦਾ ਮੈਂ ਚਾਹੁੰਦੀ ਹਾਂ ਕਿ ਇੱਕ ਰਾਜ ਹੀ ਹੈ ਜਿਹੜਾ ਤੁਸੀਂ ਸ਼ਾਇਦ ਆਪਣੇ ਦਿਲ ਦੇ ਵਿੱਚ ਸੰਭਾਲਿਆ ਹੋਇਆ ਕਿ ਹੋਰ ਲੋਕਾਂ ਤੱਕ ਵੀ ਜਾਵੇ ਕਿ ਕਿਸ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਇੱਥੋਂ ਤੱਕ ਹੁਣ ਤੱਕ ਮੇਨਟੇਨ ਰੱਖਿਆ ਹੋਇਆ। ਇਹ ਬੀਬਾ ਜੀ ਛੋਟੇ ਹੁੰਦਿਆਂ ਨਾ ਉਦੋਂ ਉਹਨਾਂ ਦਿਨਾਂ 'ਚ ਜਦੋਂ ਸਕੂਲ ਪੜ੍ਹਦੇ ਸੀ ਅਕਸਰ ਹੱਥ ਦਿਖਾਉਣ ਦਾ ਬੜਾ ਚੱਲਦਾ ਹੁੰਦਾ ਸੀ ਜੋਤਸ਼ੀਆਂ ਨੂੰ। ਉਹ ਕਿਸੇ ਨੇ ਕਹਿਣਾ ਕਿ ਵੀ ਤੇਰੀ ਉਮਰ 50 ਸਾਲ ਆ, ਕਿਸੇ ਨੇ ਕਹਿਣਾ 60 ਸਾਲ ਆ, ਕਿਸੇ ਨੇ ਕਹਿਣਾ ਤੂੰ ਵਿਦੇਸ਼ ਜਾਏਗਾ, ਕਿਸੇ ਨੇ ਕਹਿਣਾ ਤੇਰੇ 2 ਵਿਆਹ ਹੋਣਗੇ ਜਾਂ ਇੱਕ ਵਿਆਹ ਹੋਊ ਜਾਂ ਹੋਣਾ ਹੀ ਨਹੀਂ। ਤੋ ਇਸ ਤਰ੍ਹਾਂ ਦੀਆਂ ਗੱਲਾਂ ਉਦੋਂ ਲੱਗਦਾ ਹੁੰਦਾ ਸੀ ਵੀ 50 ਸਾਲ 60 ਸਾਲ ਬੜੀ ਲੰਮੀ ਉਮਰ ਹੁੰਦੀ ਹੈ। ਹੁਣ 80 ਸਾਲ 'ਤੇ ਪਹੁੰਚ ਕੇ ਮੈਂ ਇਸ ਤਰ੍ਹਾਂ ਮਹਿਸੂਸ ਕਰ ਰਿਹਾ ਵੀ 80 ਸਾਲ ਵੀ ਬੜੇ ਥੋੜ੍ਹੇ ਹੁੰਦੇ ਨੇ। ਅਤੇ 80 ਸਾਲ ਦੀ ਉਮਰ ਦੇ ਵਿੱਚ ਜੋ ਮੈਂ ਅੱਜ ਕੱਲ੍ਹ ਜਿਹੜਾ ਮੇਰਾ ਰੂਟੀਨ ਹੈ ਹਰ ਰੋਜ਼ ਦਾ, ਉਹਦੇ ਵਿੱਚ ਮੈਂ 5-7 ਕਿਲੋਮੀਟਰ ਦਿਨ ਦੇ ਵਿੱਚ ਤੁਰ ਲੈਂਦਾ।
ਸਵੇਰ ਵੇਲੇ ਸ਼ਾਮ ਵੇਲੇ, ਔਰ 7-8 ਘੰਟੇ ਮੈਂ ਪੜ੍ਹ ਲਿਖ ਲੈਂਦਾ। ਨੈੱਟ ਤੋਂ ਬਹੁਤ ਕੁਝ ਪੜ੍ਹਨ ਨੂੰ ਮਿਲਦਾ, ਕਿਤਾਬਾਂ ਬਹੁਤ ਨੇ, ਮੈਗਜ਼ੀਨ ਬਹੁਤ ਨੇ, ਅਖਬਾਰਾਂ ਬਹੁਤ ਨੇ, ਅਤੇ ਲਿਖਣ ਦਾ ਟਾਈਮ ਆ, ਮੈਂ ਹਰ ਰੋਜ਼ ਹੀ ਕੁਛ ਨਾ ਕੁਛ ਲਿਖਦਾ, ਥੋੜ੍ਹਾ ਜਾਂ ਬਹੁਤਾ। ਤੋ ਇਸੇ ਕਰਕੇ ਮੈਂ ਹੁਣ ਤੱਕ ਦਰਜਨ ਤੋਂ ਵੱਧ ਕਾਲਮ ਲਿਖਦਾ ਰਿਹਾ। ਉਹ ਕਾਲਮ ਖੇਡਾਂ ਨਾਲ ਸੰਬੰਧਿਤ ਵੀ ਸੀਗੇ, ਬਾਤਾਂ ਵਤਨੀਆਂ ਵਰਗੇ ਵੀ ਸੀਗੇ, ਖੇਡ ਜਗ ਦੀਆਂ ਬਾਤਾਂ ਦੇ ਨਾਲ ਹੋਰ ਵੀ ਇਸ ਤਰ੍ਹਾਂ ਦੇ ਕਈ ਤਰ੍ਹਾਂ ਦੇ ਕਾਲਮ ਸੀਗੇ। ਹਾਂਜੀ, ਬਹੁਤ ਮਕਬੂਲ ਪਿੰਡ ਦੀ ਸੱਥ ਪਿੰਡ ਦੀ ਸੱਥ ਜੋ ਵੀ ਸੀਗਾ। ਤੁਸੀਂ ਪੁੱਛਿਆ ਕਿ 80 ਸਾਲ ਦੀ ਉਮਰ ਦੇ ਵਿੱਚ ਮੈਂ ਕਿਸ ਤਰ੍ਹਾਂ ਮਹਿਸੂਸ ਕਰਦਾ। ਮੈਂ ਤਾਂ ਬੀਬਾ ਜੀ ਸੱਚੀ ਗੱਲ ਇਹ ਹੈ ਕਿ 80 ਸਾਲ ਦੀ ਉਮਰ ਦੇ ਵਿੱਚ ਵੀ ਆਪਣੇ ਆਪ ਨੂੰ ਪੂਰਾ ਤੰਦਰੁਸਤ ਮਹਿਸੂਸ ਕਰ ਰਿਹਾ, ਨੌਜਵਾਨ ਮਹਿਸੂਸ ਕਰ ਰਿਹਾ, ਔਰ ਮੈਨੂੰ ਕੋਈ ਖਾਸ ਬਿਮਾਰੀ ਨਹੀਂ ਹੈਗੀ, ਅਤੇ ਮੇਰੇ ਸਾਰੇ ਹੀ ਨੈਣ ਪ੍ਰਾਣ ਅੰਗ ਉਹ ਸਾਰੇ ਜੋ ਨੇਚਰ ਨੇ ਦਿੱਤੇ ਆ ਉਹੀ ਅਜੇ ਤੱਕ ਆਰਟੀਫਿਸ਼ੀਅਲ ਕੋਈ ਨਹੀਂ ਪਵਾਇਆ। ਇੱਥੋਂ ਤੱਕ ਕਿ ਦੰਦ ਵੀ ਜਿਹੜੇ ਕਿ ਕੁਦਰਤ ਨੇ ਪਹਿਲਾਂ ਦਿੱਤੇ ਆ ਉਹੀ ਚੱਲ ਰਹੇ ਨੇ। ਹਾਂ, ਨਿਗਾਹ ਥੋੜ੍ਹੀ ਜਿਹੀ ਕਮਜ਼ੋਰ ਹੋਈ ਸੀਗੀ, ਉਹਦੇ 'ਚ ਜ਼ਰੂਰ ਉਹਨਾਂ ਨੇ ਆਪਣਾ ਇੰਪਰੂਵਮੈਂਟ ਕੀਤੀ ਆ ਡਾਕਟਰਾਂ ਨੇ। ਹਾਂਜੀ, ਬਾਕੀ ਠੀਕ ਆ। ਉਹ ਮਾੜੀਆਂ ਮੋਟੀਆਂ ਤਾਂ ਜਿਹੜੀਆਂ ਵਡੇਰੀ ਉਮਰ ਦੀਆਂ ਹੁੰਦੀਆਂ ਤਕਲੀਫਾਂ, ਕਿਸੇ ਨੂੰ ਕਦੇ ਤਾਂ ਹੀ ਥੋੜ੍ਹਾ ਬਹੁਤਾ ਬਲੱਡ ਪ੍ਰੈਸ਼ਰ ਜਾਂ ਕੋਈ ਜਿਹੜਾ ਬਲੱਡ ਥਿਨਰ ਵਗੈਰਾ ਜਾਂ ਇਹੋ ਜਿਹੀਆਂ ਚੀਜ਼ਾਂ, ਉਹ ਤਾਂ ਕਿਤੇ ਨਾ ਕਿਤੇ ਗੋਲੀਆਂ ਲੈ ਲਈਦੀਆਂ, ਪਰ ਉਂਝ ਮੈਂ ਬਿਲਕੁਲ ਠੀਕ ਹਾਂ। ਖਾਣਾ ਪੀਣਾ, ਤੁਰਨਾ ਫਿਰਨਾ, ਜਾਣਾ ਆਉਣਾ, ਅਤੇ ਰੁਝੇਵੇਂ ਦੇ ਵਿੱਚ ਆ ਪੂਰਾ। ਬਿਲਕੁਲ ਸਰ, ਇੱਕ ਘਟਨਾ ਮੈਂ ਤੁਹਾਡੇ ਪੇਜ 'ਤੇ ਹੀ ਪੜ੍ਹੀ ਕਿ ਜਦੋਂ ਤੁਸੀਂ ਛੋਟੇ ਸੀ ਤਾਂ ਇੱਕ ਮੁਸਲਿਮ ਪਰਿਵਾਰ ਦੇ ਘਰੋਂ ਤੁਸੀਂ ਚੌਲ ਖਾਏ ਆਉਂਦੇ ਹੋ, ਹੈ ਨਾ, ਅਤੇ ਤੁਹਾਡੇ ਪਰਿਵਾਰ ਦੇ ਇੱਕ ਜਿਹੜੇ ਤੁਹਾਡੇ ਰਿਸ਼ਤੇ 'ਚੋਂ ਚਾਚਾ ਜੀ ਲੱਗਦੇ ਨੇ, ਉਹ ਫਿਰ ਕਹਿੰਦੇ ਨੇ ਕਿ ਇਹਨੂੰ ਗੰਗਾ ਜਲ ਪਿਆਓ ਕਿਉਂਕਿ ਇਹ ਭ੍ਰਿਸ਼ਟ ਹੋ ਗਿਆ ਹੈ। ਪਰ ਦੂਜੇ ਪਾਸੇ ਜਦੋਂ ਮੈਂ ਲਿਖਿਆ ਹੋਇਆ ਪੜ੍ਹਦੀ ਹਾਂ ਕਿ ਤੁਹਾਡੇ ਪਿਤਾ ਜੀ ਸੀਗੇ ਜਿਹੜੇ ਉਹ ਕਾਮਰੇਡ ਸੀ, ਕਾਮਰੇਡੀ ਵਿਚਾਰਧਾਰਾ ਦਾ ਜਿਹੜਾ ਲਿਟਰੇਚਰ ਘਰ ਦੇ ਵਿੱਚ ਆਉਂਦਾ ਸੀ, ਉਹੀ ਤੁਸੀਂ ਵੀ ਪੜ੍ਹਦੇ ਸੀ, ਤੁਹਾਨੂੰ ਉੱਥੋਂ ਹੀ ਪੜ੍ਹਨ ਦੀ ਚੇਟਕ ਲੱਗੀ। ਇੱਕ ਕਾਮਰੇਡੀ ਪਰਿਵਾਰ ਦੇ ਵਿੱਚ ਇਹੋ ਜਿਹੀ ਵਿਚਾਰਧਾਰਾ ਦਾ ਹੋਣਾ ਕਿ ਬੱਚਾ ਜੇ ਮੁਸਲਿਮ ਪਰਿਵਾਰ ਦੇ ਘਰੋਂ ਖਾ ਕੇ ਆ ਗਿਆ ਤਾਂ ਉਹ ਭ੍ਰਿਸ਼ਟ ਹੋ ਗਿਆ, ਮਤਲਬ ਇਹ ਦੋਨੋਂ ਚੀਜ਼ਾਂ ਮੈਨੂੰ ਬਹੁਤ ਵਖਰੇਵੇਂ ਵਾਲੀਆਂ ਲੱਗੀਆਂ। ਪਹਿਲਾਂ ਤਾਂ ਮੈਂ ਚਾਹਾਂਗੀ ਕਿ ਤੁਸੀਂ ਇਸ ਘਟਨਾ ਦਾ ਜ਼ਰੂਰ ਜ਼ਿਕਰ ਕਰੋ ਕਿ ਇਹ ਕਿੱਦਾਂ ਇੱਕ ਕਾਮਰੇਡ ਪਰਿਵਾਰ ਦੇ ਵਿੱਚ ਵਾਪਰ ਗਈ, ਅਤੇ ਦੂਜਾ ਤੁਸੀਂ ਸ਼ੁਰੂ ਤੋਂ ਕਾਮਰੇਡੀ ਵਿਚਾਰਧਾਰਾ ਦਾ ਲਿਟਰੇਚਰ ਪੜ੍ਹਿਆ ਕਿਉਂਕਿ ਪਿਤਾ ਜੀ ਪੜ੍ਹਦੇ ਸੀ, ਤਾਂ ਤੁਹਾਡੇ 'ਤੇ ਇਸ ਵਿਚਾਰਧਾਰਾ ਦਾ ਅਸਰ ਹੋਇਆ? ਮੇਰੇ 'ਤੇ ਕਈ ਤਰ੍ਹਾਂ ਦੇ ਪ੍ਰਭਾਵ ਪਏ ਨੇ। ਹਰ ਲੇਖਕ 'ਤੇ ਉਹਦੇ 'ਤੇ ਕਈ ਤਰ੍ਹਾਂ ਦੇ ਪ੍ਰਭਾਵ ਬਚਪਨ ਤੋਂ ਲੈ ਕੇ ਵੱਡੇ ਹੋਣ ਤੱਕ ਪੈਂਦੇ ਰਹਿੰਦੇ ਨੇ। ਮੈਂ ਜਿਸ ਪਰਿਵਾਰ ਦੇ ਵਿੱਚ ਜੰਮਿਆ ਉਹ ਕਿਰਸਾਣੀ ਪਰਿਵਾਰ ਸੀ। ਉਹਦੇ ਵਿੱਚ ਮੈਨੂੰ ਕਿਰਸਾਣੀ ਕੰਮਾਂ ਦਾ, ਕਿਰਸਾਣੀ ਆਲੇ ਦੁਆਲੇ ਦਾ, ਕਿਰਸਾਣੀ ਸੱਭਿਆਚਾਰ ਦਾ, ਇਹ ਮੈਨੂੰ ਜਨਮ ਤੋਂ ਹੀ ਉਹ ਜਿਹੜੇ ਪ੍ਰਭਾਵ ਮਿਲ ਗਏ। ਔਰ ਉਸ ਤੋਂ ਬਾਅਦ ਜਿਹੜੀ ਘਟਨਾ ਦਾ ਮੈਂ ਇਹ ਵਰਣਨ ਕੀਤਾ ਆਪਣੀ ਸਵੈ ਜੀਵਨੀ 'ਚ ਕਿ ਮੈਂ ਉਦੋਂ 5-6 ਸਾਲ ਦਾ ਸੀ ਜਦੋਂ ਇਸ ਤਰ੍ਹਾਂ ਦੀ ਗੱਲ ਹੋਈ ਕਿ ਸਾਡਾ ਜਿਹੜਾ ਅੰਦਰਲਾ ਘਰ ਸੀ ਉਸ ਤੋਂ ਬਾਹਰਲੇ ਘਰ ਜਾਣਾ ਤਾਂ ਕੋਈ ਕੱਚੀ ਬੀਹੀ ਹੈ, ਇੱਕ ਪਾਸੇ ਨਿੰਮੋ ਦੀ ਛਾਂ ਹੋਣੀ, ਇੱਕ ਪਾਸੇ ਇੱਕ ਮੱਠੀ ਜੀ ਬਣੀ ਹੋਈ ਆ, ਔਰ ਇੱਕ ਪਾਸੇ ਮੁਸਲਮਾਨਾਂ ਦੇ ਜੁਲਾਹਾਂ ਦੇ ਕੋਈ 4-5 ਘਰ ਸੀਗੇ ਉਹਨੂੰ, ਕਿਉਂਕਿ 1947 ਤੋਂ ਬਾਅਦ ਹੀ ਫਿਰ ਪਾਕਿਸਤਾਨ ਬਣਨ ਤੋਂ ਬਾਅਦ ਹੀ ਗਏ ਮੁਸਲਮਾਨ ਉੱਧਰ, ਪਹਿਲਾਂ ਤਾਂ ਇਕੱਠੇ ਰਹਿੰਦੇ ਸੀਗੇ। ਤੋ ਮੈਂ ਇੱਕ ਦਿਨ ਆਪਣੇ ਅੰਦਰਲੇ ਘਰ ਤੋਂ ਬਾਹਰਲੇ ਘਰ ਜਾ ਰਿਹਾ ਸੀਗਾ। ਇਹ ਗੱਲ ਹੋਏਗੀ 1946 ਦੀ। 1940 ਦਾ ਮੇਰਾ ਜਨਮ ਆ, ਅਤੇ ਉਦੋਂ ਮੈਂ ਸਕੂਲ ਜਾਣ ਲੱਗ ਪਿਆ ਸੀ 6 ਸਾਲ ਦਾ। ਅਤੇ ਮੈਂ ਜਾ ਰਿਹਾ ਸੀ ਤਾਂ ਜਿਹੜੇ ਮੇਰੇ ਹਾਣੀ ਸੀਗੇ ਮੁਸਲਮਾਨ ਬੱਚੇ, ਉਹ ਬੈਠੇ ਉੱਥੇ ਮਿੱਠੇ ਚੌਲ ਖਾ ਰਹੇ ਸੀਗੇ। ਝੋਲੀ ਦੇ ਵਿੱਚ ਉਹਨਾਂ ਨੇ ਚੌਲ ਪਵਾਏ ਹੋਏ ਸੀਗੇ, ਅਤੇ ਉਹਨਾਂ ਦਾ ਕੋਈ ਦਿਨ ਤਿਉਹਾਰ ਸੀਗਾ ਮੁਸਲਮਾਨਾਂ ਦਾ, ਅਤੇ ਮੈਂ ਵੀ ਉਹਨਾਂ ਦੇ ਨਾਲ ਉੱਥੇ ਬਹਿ ਗਿਆ। ਅਤੇ ਉਦੋਂ ਪੁਸ਼ਾਕ ਕੀ ਹੁੰਦੀ ਸੀਗੀ, ਜਾਂ ਤੇੜ ਝੱਗਾ ਪਾਇਆ ਹੁੰਦਾ ਸੀਗਾ, ਅਤੇ ਜਾਂ ਕੱਛੀ ਪਾਈ ਹੁੰਦੀ ਸੀ ਵੱਧ ਤੋਂ ਵੱਧ। ਉਹ ਚੌਲ ਉਹਨਾਂ ਨੇ ਮੇਰੀ ਝੋਲੀ ਦੇ ਵਿੱਚ ਪਾਤੇ, ਮੈਂ ਵੀ ਖਾਣ ਲੱਗ ਪਿਆ। ਉਹ ਸਾਡੇ ਬਾਬਾ ਜੀ ਜਾਂ ਬਾਪੂ ਜੀ ਦੀ ਨਹੀਂ ਗੱਲ, ਉਹ ਤਾਂ ਸ਼ਾਇਦ ਇਹ ਗੱਲ ਸਹਿਣ ਕਰ ਲੈਂਦੇ। ਸਾਡੇ ਬਾਬੇ ਜੀ ਦਾ ਇੱਕ ਵੱਡਾ ਭਰਾ ਸੀ ਬਾਬਾ ਰਤਨ ਸਿੰਘ, ਉਹ ਬੜਾ ਅੜਬ ਸੀਗਾ, ਬੜਾ ਖਰਬਾ ਸੀ। ਉਹਨੇ ਦੇਖਿਆ ਉਹ ਸਾਡਾ ਮੁੰਡਾ, ਇਹ ਨਿਆਣਾ ਜਿਹੜਾ ਹੈਗਾ ਇੱਥੇ ਮੁਸਲਮਾਨਾਂ ਦੇ ਚੌਲ ਖਾਈ ਜਾਂਦਾ, ਅਤੇ ਉਹਨੇ ਮੈਨੂੰ ਉੱਥੋਂ ਬਾਹੋਂ ਫੜ ਕੇ ਘੜੀਸਿਆ। ਮੈਂ ਬਥੇਰੇ ਚੌਲ ਮਤਲਬ ਝੋਲੀ ਦੇ ਵਿੱਚ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਵੀ ਡੁੱਲ ਨਾ ਜਾਣ, ਪਰ ਉਹ ਵੀ ਜੋ ਡੁੱਲ ਗਏ, ਘੜੀਸ ਲਿਆ।
ਉਹ ਕਹਿੰਦਾ ਆ ਕੇ ਘਰੇ ਉਲਾਂਭਾ ਦਿੱਤਾ ਕਿ ਤੁਸੀਂ ਸ਼ੋਰ ਦਾ ਖਿਆਲ ਨਹੀਂ ਰੱਖਦੇ, ਇਹ ਤਾਂ ਮੁਸਲਮਾਨਾਂ ਦੇ ਚੌਲ ਖਾਇਆ, ਇਹ ਤਾਂ ਪਿੱਟਿਆ ਗਿਆ। ਮੈਨੂੰ ਤਾਂ ਕੋਈ ਭਿੱਟ ਪੁੱਟ ਤਾਂ ਨਹੀਂ ਸੀਗਾ ਪਤਾ ਵੀ ਕੀ ਹੁੰਦੀ ਆ ਕੀ ਨਹੀਂ। ਅਤੇ ਫਿਰ ਕਹਿਣ ਲੱਗੇ ਵੀ ਇਹਨੂੰ ਹੁਣ ਗੰਗਾ ਜਲ ਪਿਆਓ ਅਤੇ ਤਾਂ ਇਹਦੀ ਭਿੱਟ ਦੂਰ ਹੋਊਗੀ ਅਤੇ ਤਾਂ ਇਹ ਸਿੱਖ ਬਣੂ ਮੁੜ ਕੇ। ਮੈਂ ਮਨ 'ਚ ਸੋਚਿਆ, ਉਹ ਕਹਿੰਦੇ ਕਿਸੇ ਦੇ ਘਰੇ ਗੰਗਾ ਜਲ ਲੈਣ ਚਲੇ ਗਏ। ਮੈਂ ਸੋਚਿਆ ਵੀ ਜਿਸ ਤਰ੍ਹਾਂ ਦੇ ਮੈਂ ਚੌਲ ਖਾ ਕੇ ਹਟਿਆ ਮਿੱਠੇ, ਹੋ ਸਕਦਾ ਗੰਗਾ ਜਲ ਉਦੋਂ ਵੀ ਸਵਾਦ ਹੋਵੇ। ਉਹ ਜਦ ਮੈਨੂੰ ਪਿਆਇਆ ਉਹਨਾਂ ਨੇ ਕੌਲੀ 'ਚ ਪਾ ਕੇ, ਅਤੇ ਮੈਂ ਘੁੱਟ ਭਰ ਕੇ ਉਹ ਬਕਬਕਾ ਪਾਣੀ, ਅਤੇ ਮੈਥੋਂ ਘੁੱਟ ਲੰਘਾਉਣੀ ਔਖੀ ਹੋ ਗਈ। ਤਾਂ ਉਹ ਮੈਂ ਇਸ ਕਰਕੇ ਦੱਸਦਾ ਕਿ ਉਹਨਾਂ ਦਿਨਾਂ ਦੇ ਵਿੱਚ ਜਿਹੜਾ ਆਲਾ ਦੁਆਲਾ ਸੀ, ਕਿਹੋ ਜਿਹਾ ਮਾਹੌਲ ਸੀ ਕਿ ਇਹੋ ਜਿਹੀਆਂ ਗੱਲਾਂ ਦੀ ਵੀ ਕਈ ਲੋਕ ਭਿੱਟ ਮੰਨ ਲੈਂਦੇ ਸੀ, ਬੱਚੇ ਤਾਂ ਜਾਣਦੇ ਨਹੀਂ ਸੀਗੇ। ਬਿਲਕੁਲ, ਉਦੋਂ ਜਦ ਕਿ ਪਿੰਡਾਂ ਦੇ ਵਿੱਚ ਜਿਹੜਾ ਮੁਸਲਿਮ, ਹਿੰਦੂ, ਸਿੱਖ ਭਾਈਚਾਰਾ ਬੜੇ ਪਿਆਰ ਨਾਲ ਲੋਕ ਉਂਝ ਪਿਆਰ ਨਾਲ ਰਹਿੰਦੇ ਸੀਗੇ, ਇਹਦੇ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਗੀ। ਭਾਈਚਾਰਾ ਇੱਕ ਦੂਜੇ ਦੇ ਕੰਮ ਆਉਂਦਾ ਸੀ, ਪਰ ਇੱਕ ਦੂਜੇ ਦੇ ਘਰ ਦੀ ਜਿਹੜੀ ਚੀਜ਼ ਵਸਤ ਹੈ ਨਾ, ਉਹ ਨਹੀਂ ਸੀ ਕਿ ਖਾਂਦੇ। ਮੈਨੂੰ ਚੰਗੀ ਤਰ੍ਹਾਂ ਯਾਦ ਆ, ਜਦੋਂ ਮੈਂ ਬਾਹਰ ਕਿਤੇ ਜਾਣਾ ਨਾ, ਮੈਨੂੰ ਇਹ ਕਹਿਣਾ ਕਿ ਖਾਣ ਵਾਲੀ ਚੀਜ਼ ਤੁਸੀਂ ਮੁਸਲਮਾਨਾਂ ਦੇ ਵਿਹੜੇ ਦੇ ਵਿੱਚ ਦੀ ਲੈ ਕੇ ਜੇ ਜਾਓਗੇ ਤਾਂ ਉਹ ਪਿੱਟੀ ਜਾਊਗੀ। ਅੱਛਾ ਜੀ। ਪਤਾ ਨਹੀਂ ਸਾਡੇ ਪਿੰਡ ਦੀ ਗੱਲ ਆ, ਪਤਾ ਹੋਰਨਾਂ ਥਾਵਾਂ 'ਤੇ ਹੋਏ। ਸਟੇਸ਼ਨਾਂ ਦੇ ਉੱਤੇ ਘੜੇ ਰੱਖੇ ਹੁੰਦੇ ਸੀ, ਇੱਕ ਤੇ ਮੁਸਲਮਾਨ ਪਾਣੀ, ਇੱਕ ਤੇ ਹਿੰਦੂ ਪਾਣੀ ਲਿਖਿਆ ਹੁੰਦਾ ਸੀਗਾ। ਤਾਂ ਇੰਨਾ ਕੁ ਤਾਂ ਫਰਕ ਸੀਗਾ ਉਦੋਂ। ਉਂਝ ਇੱਕ ਦੂਜੇ ਦੇ ਕੰਮ ਆਉਣਾ, ਇੱਕ ਦੂਜੇ ਦੇ ਘਰੀਂ ਜਾਣਾ। ਹੁਣ ਉਹੀ ਜਿਹੜੇ ਜਿੱਥੋਂ ਮੈਂ ਚੌਲ ਖਾ ਕੇ ਆਇਆ, ਉਹਨਾਂ ਦੀ ਇੱਕ ਲੜਕੀ ਸੀਗੀ ਹਾਸ਼ਮ, ਤੇ ਮੈਨੂੰ ਹੁਣ ਤੱਕ ਉਹਦਾ ਨਾਂ ਯਾਦ ਆ। ਸਾਡੀ ਭੂਆ ਹੋਰਾਂ ਦੇ ਨਾਲ ਉਹ ਆ ਕੇ ਉਹ ਚਰਖਾ ਕੱਤਣ ਆਉਂਦੀ ਸੀ, ਤਰੀਆਂ ਕਰਦੀਆਂ ਸੀਗੀਆਂ ਇਕੱਠੀਆਂ ਬਹਿ ਕੇ। ਔਰ ਮਰਾਸੀਆਂ ਦੇ ਜਿਹੜੇ ਸੀਗੇ ਬੱਚੇ, ਉਹ ਮੇਰੇ ਹਾਣੀ ਸੀਗੇ, ਆੜੀ ਸੀ, ਅਸੀਂ ਇਕੱਠੇ ਖੇਡਦੇ ਸੀ। ਉਹਨਾਂ ਦੀ ਵੱਡੀ ਭੈਣ ਸੀ ਦਹਿਤਾ, ਉਹਨੂੰ ਕਹਿੰਦੇ ਸੀਗੇ। ਉਹ ਮੇਰੀ ਭੂਆ ਹੋਰਾਂ ਦੀ ਸਭ ਤੋਂ ਵੱਧ ਸਹੇਲੀ। ਮੇਰੀਆਂ ਭੂਆ ਅਖੀਰ ਤੱਕ ਯਾਦ ਕਰਦੀਆਂ ਰਹੀਆਂ ਉਸ ਨੂੰ। ਤੋ ਇਹ ਪ੍ਰੇਮ ਪਿਆਰ ਇਸ ਤਰ੍ਹਾਂ ਦਾ ਤਾਂ ਸੀਗਾ, ਇਹ 'ਚ ਕੋਈ ਸ਼ੱਕ ਨਹੀਂ। ਪਰ ਥੋੜ੍ਹਾ ਜਿਹਾ ਉਹਦੇ 'ਚ ਆਹ ਵੀ ਗੱਲ ਸੀਗੀ ਵੀ ਮੁਸਲਮਾਨ ਘਰਾਂ ਦਾ। ਅੱਛਾ, ਇੱਕ ਹੋਰ ਹੈਰਾਨੀ ਦੀ ਗੱਲ ਤੁਹਾਨੂੰ ਦੱਸਾਂ ਵੀ ਘਿਓ ਇੱਕ ਦੂਜੇ ਨੂੰ ਦੇ ਲੈਂਦੇ ਸੀਗੇ, ਘਿਓ ਦੀ ਜੂੜ ਨਹੀਂ ਸੀ ਮੰਨਦੇ। ਘਿਓ ਇੱਕ ਦੂਜੇ ਤੋਂ ਲੈ ਵੀ ਜਾਣਾ, ਅਤੇ ਵਿਆਹਾਂ ਸ਼ਾਦੀਆਂ ਬੜੇ ਦਿਨ ਮੁਸਲਮਾਨਾਂ ਦਾ ਘਿਓ ਵੀ ਲਿਆਉਂਦੇ ਰਹੇ ਆ, ਅਤੇ ਘਿਓ ਇੱਧਰੋਂ ਵੀ ਚਲੇ ਜਾਂਦੇ। ਮੈਂ ਹੈਰਾਨ ਹੁੰਦਾ ਸੀ ਵੀ ਘਿਓ ਕੱਢਣ ਲਈ ਤਾਂ ਥਾਂ ਥਾਂ 'ਤੇ ਹੱਥ ਮਾਰਨੇ ਪੈਂਦੇ ਆ, ਧਾਰਾਂ ਚੋਣੀਆਂ, ਦੁੱਧ ਵਧਾਉਣਾ, ਗਰਮ ਕਰਨਾ, ਫਿਰ ਉਹਨੂੰ ਜਾਗ ਲਾਉਣਾ, ਰਿੜਕਣੇ 'ਚ ਪਾਉਣਾ, ਉਹਨੂੰ ਫਿਰ ਹੱਥਾਂ ਦੇ ਨਾਲ ਉਹ 'ਚੋਂ ਮੱਖਣ ਕੱਢਣਾ, ਫਿਰ ਵੀ ਉਹ ਤਾਂ ਪਿੱਟਿਆ ਨਹੀਂ ਜਾਂਦਾ ਅਤੇ ਚੌਲ ਪਿੱਟੇ ਗਏ। ਮੈਂ ਹੈਰਾਨੀ ਜਾਂ ਮੈਂ ਬਾਅਦ ਦੇ ਵਿੱਚ ਸੋਚਦਾ ਰਿਹਾ ਵੀ ਸਾਡੇ ਲੋਕਾਂ ਦੀ ਸੋਚ ਕਿਹੋ ਜਿਹੀ ਸੀਗੀ। ਤਾਂ ਵੈਸੇ ਸਾਡੇ ਘਰ ਦੇ ਬਹੁਤ ਲਿਬਰਲ। ਔਰ ਉਸ ਤੋਂ ਬਾਅਦ ਇੱਕ ਦਿਨ ਮੇਰੇ ਬਾਪੂ ਜੀ, ਚਾਚਾ ਜੀ ਅਤੇ ਬਾਬਾ ਜੀ ਇਹ ਬੈਠਕ ਦੇ ਵਿੱਚ ਪਏ ਸੀ, ਅਤੇ ਕਿਸੇ ਨੇ ਆ ਕੇ ਕਿਹਾ ਕਿ ਵੀ ਮੁਸਲਮਾਨ ਜਿਹੜੇ ਨਾ ਆਪਣੇ ਲੁਟੇਰੇ ਆ ਨਾ, ਜਿਹੜੇ ਸਿੱਖ ਲੁਟੇਰੇ, ਉਹ ਮੁਸਲਮਾਨਾਂ ਦਾ ਸਮਾਨ ਚੁੱਕਣ ਆ ਗਏ। ਉਹਨਾਂ ਹੀ ਘਰਾਂ ਦਾ ਜਿਹਨਾਂ ਦੇ ਮੈਂ ਚੌਲ ਖਾਧੇ ਸੀ। ਉਹ ਮੇਰੇ ਬਾਬੇ ਨੇ, ਬਾਬੇ ਕਰਤਾਰੇ ਨੇ, ਉਹਦੇ ਕੋਲੇ ਰਿਵਾਲਵਰ ਸੀ ਦੇਸੀ। ਉਹਦੇ ਵਿੱਚ ਮੇਰੇ ਸਾਹਮਣੇ ਉਹਨੇ, ਮੈਂ ਤਾਂ ਛੋਟਾ ਜਿਹਾ ਸੀ, ਮੈਨੂੰ ਪਤਾ, ਉਹਦੇ ਵਿੱਚ ਉਹਨੇ ਰੌਂਦ ਪਾਏ, ਅਤੇ ਬਾਪੂ ਜੀ ਨੇ, ਚਾਚੇ ਨੇ, ਇਹਨਾਂ ਨੇ ਬਰਛੇ ਚੁੱਕ ਲਏ। ਮੈਂ ਇਹਨਾਂ ਦੇ ਮਗਰ ਮਗਰ ਤੁਰਿਆ ਗਿਆ। ਉੱਥੇ ਜਾ ਕੇ ਬਾਬੇ ਨੇ ਉਹ ਪਿਸਤੌਲ ਉੱਪਰ ਤਾਣ ਕੇ ਅਤੇ ਕਿਹਾ, ਜਿਸ ਕਿਸੇ ਨੇ ਵੀ ਇਹਨਾਂ ਮੁਸਲਮਾਨਾਂ ਦੇ ਘਰ ਦੇ ਵਿੱਚੋਂ ਕੋਈ ਚੀਜ਼ ਚੁੱਕਣ ਵੱਲ ਜੁਰਤ ਕੀਤੀ, ਕੋਈ ਇਹਨਾਂ ਨੂੰ ਕੁਛ ਵੀ ਨੁਕਸਾਨ ਪਹੁੰਚਾਉਣ ਦੀ ਕੀਤੀ, ਸਾਥੋਂ ਬੁਰਾ ਕੋਈ ਨਹੀਂ। ਅਸੀਂ ਉੱਥੋਂ ਉੱਜੜ ਪੁੱਜੜ ਕੇ ਆਏ ਹਾਂ, ਪਰ ਅਸੀਂ ਨਹੀਂ ਚਾਹੁੰਦੇ ਕਿ ਵੀ ਇੱਥੇ ਉਹੋ ਜਿਹਾ ਸਲੂਕ ਹੋਵੇ ਜਿਹੜਾ ਸਾਡੇ ਨਾਲ ਉੱਥੇ ਹੋਇਆ। ਅਸੀਂ ਤਾਂ ਜਾਨਾਂ ਬਚਾ ਕੇ ਆ ਗਏ, ਲੁੱਟ ਪੁੱਟ ਕੇ ਆ ਗਏ, ਪਰ ਇਹ ਜਿਹੜੇ ਆ ਇਹਨਾਂ ਦਾ ਤਾਂ ਕੋਈ ਕਸੂਰ ਨਹੀਂ। ਇਹਨਾਂ ਦਾ ਸਮਾਨ ਤੁਸੀਂ ਕਿਉਂ ਚੁੱਕਦੇ ਹੋ, ਇਹਨਾਂ ਨੂੰ ਕਿਉਂ ਤੰਗ ਕਰਦੇ ਹੋ? ਉਸੇ ਵੇਲੇ ਜਿਹੜੇ ਲੁਟੇਰੇ ਸੀਗੇ ਭੱਜ ਗਏ। ਤਾਂ ਮੈਂ ਕਈ ਵਾਰੀ ਬੜੇ ਮਾਣ ਨਾਲ ਇਹ ਗੱਲ ਕਹਿੰਦਾ ਹੁੰਦਾ ਕਿ ਮੈਂ ਉਸ ਪਰਿਵਾਰ ਦਾ ਜੰਮਪਲ ਹਾਂ ਜਿਨ੍ਹਾਂ ਦਾ ਬਹੁਤ ਕੁਛ ਲੁੱਟਿਆ ਗਿਆ ਰਿਆਸਤ ਬਹਾਵਲਪੁਰ 'ਚ, ਪਰ ਜਦੋਂ ਉਹ ਆਪਣੇ ਘਰ ਇੱਥੇ ਪਹੁੰਚ ਗਏ ਤਾਂ ਉਹਨਾਂ ਨੇ ਮੁਸਲਮਾਨਾਂ ਨੂੰ ਨਹੀਂ ਲੁੱਟੇ ਜਾਣ ਦਿੱਤਾ, ਉਹਨਾਂ ਨੂੰ ਹਾਨੀ ਨਹੀਂ ਪਹੁੰਚਾਉਣ ਦਿੱਤੀ। ਤਾਂ ਇਹ ਗੱਲ ਜਿਹੜੀ ਹੈਗੀ ਹੈ, ਇਹ ਸਾਨੂੰ ਹਮੇਸ਼ਾ ਹੀ ਮਾਣ ਦੇ ਨਾਲ ਭਰਦੀ ਰਹੀ ਆ। ਜਿਵੇਂ ਕਹਿੰਦੇ ਨੇ ਕਿ ਹਰ ਕਲਾਕਾਰ ਜਾਂ ਹਰ ਅਦਾਕਾਰ ਜਾਂ ਹਰ ਲੇਖਕ ਦਾ ਵੀ ਕੋਈ ਨਾ ਕੋਈ ਜਿਹੜਾ ਪਸੰਦੀਦਾ ਲੇਖਕ ਹੁੰਦਾ ਹੈ ਨਾ,
ਤੁਹਾਡੇ ਤੇ ਕਿਸ ਲੇਖਕ ਦਾ ਬਹੁਤ ਜ਼ਿਆਦਾ ਪ੍ਰਭਾਵ ਪਿਆ? ਕਿਉਂਕਿ ਜਦੋਂ ਆਪਾਂ ਉਸ ਉਮਰ 'ਚ ਹੁੰਦੇ ਹਾਂ, ਜਦੋਂ ਜਿਹੜੀ ਉਮਰ 'ਚ ਤੁਸੀਂ ਲਿਖਣਾ ਸ਼ੁਰੂ ਕੀਤਾ, ਤੁਸੀਂ ਕਾਲਜ 'ਚ ਪੜ੍ਹਦੇ ਸੀ ਉਸ ਵਕਤ, ਉਸ ਵੇਲੇ ਲੇਖਕਾਂ ਦਾ ਇੱਕ ਇਹੋ ਜਿਹਾ ਪ੍ਰਭਾਵ ਸੀ, ਖਾਸ ਕਰਕੇ ਨੌਜਵਾਨ ਕੁੜੀਆਂ ਜਾਂ ਮੁੰਡਿਆਂ ਦੇ ਉੱਤੇ। ਜਦੋਂ ਕਹਿੰਦੇ ਨੇ ਕਿ ਸ਼ਿਵ ਕੁਮਾਰ ਬਟਾਲਵੀ ਹੁਣੀ ਕਿਸੇ ਸਟੇਜ 'ਤੇ ਬਹਿ ਕੇ ਹੇਕ ਲਾਉਂਦੇ ਸੀ ਤਾਂ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਅੱਡੀਆਂ ਚੁੱਕ ਚੁੱਕ ਕੇ ਵੇਖਦੇ ਹੁੰਦੇ ਸੀ, ਫਿਰ ਕਤਾਰਾਂ 'ਚ ਖੜ੍ਹੇ ਹੁੰਦੇ ਸੀ ਕਿ ਕਦੋਂ ਸਟੇਜ ਤੋਂ ਉਤਰਨ ਅਤੇ ਅਸੀਂ ਆਟੋਗ੍ਰਾਫ ਲਈਏ, ਹੈ ਨਾ। ਅੱਜ ਕੱਲ੍ਹ ਲੇਖਕਾਂ ਦਾ ਉਹ ਪ੍ਰਭਾਵ ਨਹੀਂ, ਪਰ ਤੁਹਾਡੇ ਵੇਲੇ ਇਹ ਚੀਜ਼ ਆ ਜਿਹੜੀ ਬਹੁਤ ਜ਼ਿਆਦਾ ਸੀ ਕਿ ਮੈਗਜ਼ੀਨ ਉਡੀਕ ਕੇ ਜਾਂਦੇ ਸੀ, ਕਿਤਾਬਾਂ ਜਾਂ ਨਾਵਲ। ਜਸਵੰਤ ਸਿੰਘ ਕੰਵਲ ਹੁਣਾਂ ਦੇ ਕਹਿੰਦੇ ਨਾਵਲ ਨੇ ਜਿਹੜੇ ਲੋਕ ਸਾਲਾਂ ਤੱਕ ਉਡੀਕਦੇ ਹੁੰਦੇ ਸੀ ਕਿ ਅਗਲਾ ਨਾਵਲ ਕਿਹੜਾ ਆਏਗਾ। ਤੁਹਾਡੇ 'ਤੇ ਕਿਸ ਲੇਖਕ ਦਾ ਪ੍ਰਭਾਵ ਪਿਆ ਕਿ ਤੁਹਾਨੂੰ ਲੱਗਿਆ ਕਿ ਮੈਂ ਵੀ ਲਿਖਾਂ, ਜਾਂ ਮੇਰੇ ਅੰਦਰ ਵੀ ਹੈ ਜਿਹੜੀ ਲਿਖਣ ਵਾਲੀ ਕਲਾ ਉਹ ਹੁਣ ਹੁਲਾਰੇ ਮਾਰ ਰਹੀ ਹੈ ਅਤੇ ਮੈਨੂੰ ਲਿਖਣਾ ਚਾਹੀਦਾ ਹੈ? ਬੀਬਾ ਜੀ, 1940 ਦੇ ਜਨਮ ਤੋਂ ਬਾਅਦ 46 ਦੇ ਵਿੱਚ ਮੈਂ ਪੜ੍ਹਨ ਲੱਗਿਆ। ਅੱਖਰ ਉਠਾਲਣ ਜੋਗਾ ਹੋਇਆ 47 48 ਦੇ ਵਿੱਚ ਚੰਗੀ ਤਰ੍ਹਾਂ। ਅਤੇ ਉਦੋਂ ਸਾਡਾ ਜਿਹੜਾ ਮੈਨੂੰ ਜਿਹੜੀਆਂ ਮੁੱਢਲੀਆਂ ਕਿਤਾਬਾਂ ਪੜ੍ਹਨ ਨੂੰ ਮਿਲੀਆਂ ਜਾਂ ਮੁੱਢਲੇ ਅੱਖਰ ਪੜ੍ਹਨ ਨੂੰ ਮਿਲੇ, ਉਹ ਸੀ ਸਾਡੇ ਬਾਬਾ ਜੀ ਜੈਤੋ ਦੇ ਮੋਰਚੇ 'ਚ ਗਏ ਸੀ, ਬਾਬਾ ਪਾਲਾ ਸਿੰਘ ਜੀ। ਅਤੇ ਉਹ ਪਾਠੀ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ। ਉਹਨਾਂ ਦੀਆਂ ਕੁਛ ਕਿਤਾਬਾਂ ਸੀ, ਇੱਕ ਟਰੰਕੀ ਸੀ ਭਰੀ ਹੋਈ, ਉਹਦੇ ਵਿੱਚ ਕੁਛ ਪੋਥੀਆਂ, ਕੁਛ ਗੁਟਕੇ, ਕੁਛ ਇਸ ਤਰ੍ਹਾਂ ਦਾ ਲਿਟਰੇਚਰ ਧਾਰਮਿਕ। ਇੱਕ ਤਾਂ ਮੈਨੂੰ ਉਹ ਪੜ੍ਹਨ ਦਾ ਮੌਕਾ ਮਿਲਿਆ। ਬਾਪੂ ਜੀ ਉਹ CPI ਦੇ ਕਾਰਡ ਹੋਲਡਰ ਬਣ ਗਏ ਸੀਗੇ। ਪਹਿਲਾਂ ਉਹਨਾਂ ਨੇ ਲਾਹੌਰ ਉਹ ਪੜ੍ਹਨ ਪਾਇਆ। ਬਾਬਾ ਜੀ ਹੋਰਾਂ ਨੇ ਬਾਪੂ ਜੀ ਨੂੰ ਪਿੰਡ ਦੇ ਸਕੂਲ ਤੋਂ, ਲਾਗੇ ਦੇ ਸਕੂਲ ਤੋਂ ਪੜ੍ਹ ਕੇ 8 ਜਮਾਤਾਂ ਉੱਥੇ ਚਲੇ ਗਏ, ਉੱਥੋਂ ਡਰਾਈਵਰੀ ਸਿੱਖੀ ਅਤੇ ਉੱਥੋਂ ਲਾਹੌਰ ਦਾ ਜਿਹੜਾ ਸੀਗਾ ਪਾਹ ਚੜ੍ਹ ਗਿਆ ਉਹਨਾਂ 'ਤੇ, ਸ਼ਕੀਨੀ ਦਾ, ਉੱਥੋਂ ਵਾਲੀ ਦਾ। ਹਾਂਜੀ, ਇਸੇ ਕਰਕੇ ਉਹਨਾਂ ਦਾ ਨਾਮ ਬਾਬੂ ਸਿੰਘ ਪੈ ਗਿਆ। ਨਾਂ ਤਾਂ ਉਹਨਾਂ ਦਾ ਹਰਦਿਆਲ ਸਿੰਘ ਸੀ। ਹਾਂਜੀ। ਅਤੇ ਪਿੰਡ ਵਾਲੇ ਉਹਨੂੰ ਬਾਬੂ ਕਹਿਣ ਲੱਗ ਪਏ ਵੀ ਬਾਬੂ ਬਣਿਆ ਫਿਰਦਾ। ਉਹ ਨਾਂ ਹੀ ਪੱਕ ਗਿਆ ਬਾਬੂ ਸਿੰਘ। ਹੁਣ ਸਾਡੇ ਕਾਗਜ਼ਾਂ ਪੱਤਰਾਂ 'ਚ ਥਾਂ ਥਾਂ 'ਤੇ ਬਾਬੂ ਸਿੰਘ ਆ, ਉਹਨਾਂ ਦਾ ਨਾਂ ਹਰਦਿਆਲ ਸਿੰਘ ਸੀ ਪਹਿਲਾਂ ਮੁੱਢਲਾ ਨਾਂ। ਤੋ ਉਹਨਾਂ ਦਾ ਸੀ ਮਾਰਕਸੀ ਲਿਟਰੇਚਰ। ਉਹ ਸੋਵੀਅਤ ਦੇਸ਼ ਮੈਗਜ਼ੀਨ ਜਾਂ ਫਿਰ ਉਹ ਲੈਨਨ ਦੇ ਨਾਲ ਸੰਬੰਧਿਤ ਕਿਤਾਬਾਂ, ਉਰਦੂ ਦੀਆਂ, ਪੰਜਾਬੀ ਦੀਆਂ, ਉਹੋ ਜਿਹੀਆਂ ਵੀ ਪੜ੍ਹਨ ਦਾ ਫਿਰ ਮੌਕਾ ਮਿਲਿਆ। 2 ਤਰ੍ਹਾਂ ਦਾ ਮੈਨੂੰ ਸਾਹਿਤ ਪੜ੍ਹਨ ਦਾ ਮੌਕਾ ਮਿਲਿਆ, ਧਾਰਮਿਕ ਅਤੇ ਇਹ ਜਿਹੜਾ ਮਾਰਕਸਵਾਦੀ ਕਹਿ ਲਓ, ਕਾਮਰੇਡੀ ਸਾਹਿਤ। ਅਤੇ ਇਦੋਂ ਬਿਨਾਂ ਮੈਂ ਮੇਲੇ ਦੇਖਣ ਦਾ ਬੜਾ ਸ਼ੌਂਕੀ ਸੀ। ਸਾਡੇ ਨੇੜੇ ਬਣਦਾ ਸੀਗਾ ਇੱਕ ਮਾਘੀ ਦਾ ਮੇਲਾ ਹੁੰਦਾ ਸੀ ਤਖਤੂਪੁਰੇ ਦਾ। ਉੱਥੋਂ ਕਿੱਸੇ, ਚਿੱਠੇ ਵੀ ਕਹਿੰਦੇ ਨੇ, ਉਹ ਲਿਆਉਣੇ। ਕਈ ਵਾਰੀ ਤਾਂ ਪੈਸੇ ਹੋਣੇ ਜੇਬ 'ਚ ਤਾਂ ਪੈਸਿਆਂ ਦੇ ਨਾਲ ਖਰੀਦ ਲੈਣੇ, ਕੋਈ 2 ਪੈਸੇ ਦਾ, ਕੋਈ 4 ਪੈਸੇ ਦਾ, ਕੋਈ ਦਵਾਨੀ ਦਾ, ਆਨੇ ਦਾ, ਦਵਾਨੀ ਦਾ। ਅਤੇ ਕਈ ਵਾਰੀ ਇੱਕ ਅੱਧਾ 2-4 ਕਿਸੇ ਹੱਥ ਮਾਰ ਲੈਣੇ ਇੱਧਰੋਂ ਉੱਧਰੋਂ। ਉਂਝ ਵੀ ਉਹ ਬੱਚੇ ਹੁੰਦੇ ਸੀਗੇ, ਪਤਾ ਨਹੀਂ ਸੀ ਵੀ ਇਹ ਮਾੜੀ ਗੱਲ ਆ ਚੋਰੀ ਕਰਨੀ, ਪਰ ਚੋਰੀ ਕਈ ਵਾਰੀ ਰਾਸ ਵੀ ਆ ਜਾਂਦੀ ਸੀ। ਉਹ ਕਿੱਸੇ, ਉਹ ਚਿੱਠੇ ਪੜ੍ਹਨੇ। ਜਦੋਂ ਜਿਹੜਾ ਕਿੱਸਾ ਪੜ੍ਹਨਾ ਅਤੇ ਬਾਅਦ 'ਚ ਕਹਿਣਾ ਵੀ ਇਹੋ ਜਿਹਾ ਕਿੱਸਾ ਮੈਂ ਵੀ ਲਿਖੂੰਗਾ। ਤੁਸੀਂ ਹੈਰਾਨ ਹੋਵੋਗੇ ਕਿ ਵੀ ਚਾਹ ਅਤੇ ਲੱਸੀ ਦਾ ਝਗੜਾ ਬੀਰਬਲ ਦਾ ਲਿਖਿਆ। ਉਹ ਮੈਂ ਪੜ੍ਹਿਆ ਤਾਂ ਮੈਂ ਆਖਿਆ ਵੀ ਮੈਂ ਚਾਹ ਅਤੇ ਲੱਸੀ ਦਾ ਝਗੜਾ ਲਿਖੂ। ਲੱਸੀ ਨੇ ਤਾਂ ਮਾਰਿਆ ਖਿੱਚ ਕੇ ਲਫੇੜਾ ਜੀ, ਡਿੱਗ ਪਈ ਧੜਕ ਚਾਹ ਤਾਂ ਖਾ ਕੇ ਗੇੜਾ ਜੀ। ਚਾਹ ਨੇ 2 ਉੱਚੀ ਉੱਚੀ ਚਾਂਗਾਂ ਮਾਰੀਆਂ, ਅਮਲੀਆਂ ਦੇ ਹੱਥੀਂ ਛਵੀਆਂ ਸ਼ਿੰਗਾਰੀਆਂ। ਲੱਸੀ ਵਾਲੇ 4, ਅਮਲੀ ਤਾਂ 8 ਜੀ, ਹੋ ਗਿਆ ਮੈਦਾਨ ਵਿੱਚ ਭਾਰੀ ਇਕੱਠ ਜੀ। ਕਾੜ ਕਾੜ ਡਾਂਗਾਂ ਲੱਗੀਆਂ ਚੱਲਣ ਜੀ, ਸੂਰਮੇ ਮੈਦਾਨੋਂ ਕਦੇ ਨਾ ਹੱਲਣ ਜੀ। ਜਿੰਨਾ ਚਿਰ ਚਾਹ ਦੇ ਅਮਲ ਚੜ੍ਹੇ ਸੀ, ਉਹਨਾਂ ਚਿਰ ਅਮਲੀ ਬਹੁਤ ਲੜੇ ਸੀ। ਜਿਸ ਵੇਲੇ ਚਾਹ ਦੇ ਅਮਲ ਟੁੱਟ ਗਏ, ਵਿੱਚੋਂ 2 ਅਮਲੀ ਅਲੱਗ ਉੱਠ ਗਏ। ਸੱਚੀ ਗੱਲ ਆਖੀ ਸਿੰਘ ਗੁਰਦਿੱਤ ਜੀ, ਲੱਸੀ ਵਾਲੇ ਵੀਰ ਨ ਗਏ ਨੇ ਜਿੱਤ ਜੀ। ਮੈਂ ਕਿਹਾ ਵੀ ਇਹੋ ਜਿਹਾ ਆਪਾਂ ਵੀ ਕਿੱਸਾ ਲਿਖਾਂਗੇ। ਫਿਰ ਇੱਥੇ ਕਰਨੈਲ ਸਿੰਘ ਪਾਰਸ ਰਾਮੂ ਵਾਲੀਏ ਨਗਰ ਕੀਰਤਨ ਨੇ ਆਉਣਾ, ਉਹਨਾਂ ਨੇ ਕਵੀਸ਼ਰੀ ਸੁਣਾਉਣੀ। ਮਨ 'ਚ ਆਉਣਾ ਬਈ ਵੱਡੇ ਹੋ ਕੇ ਨਾ ਆਪਾਂ ਕਵੀਸ਼ਰ ਬਣਾਂਗੇ, ਇਹੋ ਜਿਹੀ ਕਵੀਸ਼ਰੀ ਲਿਖਾਂਗੇ। ਮੈਂ ਗੁਰਪੁਰਬਾਂ ਦੇ ਉੱਤੇ ਕੁਛ ਕਵੀਸ਼ਰੀ ਗਾਉਂਦਾ ਵੀ ਸੀ, ਕਿਉਂਕਿ ਸਕੂਲ ਦੇ ਵਿੱਚ ਸਾਨੂੰ ਸ਼ਬਦ ਹਜ਼ਾਰੇ ਕਹਾਉਣ ਵਾਸਤੇ ਕਿਹਾ ਜਾਂਦਾ ਸੀ। ਸਟੇਜ 'ਤੇ ਆਉਣ ਦਾ ਝਾਕਾ ਖੁੱਲ੍ਹ ਗਿਆ। ਨਗਰ ਕੀਰਤਨ ਦੇ ਵਿੱਚ ਪੜਾਅ ਦੇ ਉੱਤੇ ਬੋਲਣਾ, ਖਾਸ ਕਰਕੇ ਤੁਸੀਂ ਕੋਈ ਕਵਿਤਾ ਸੁਣਾਓ, ਧਾਰ ਕੇ ਰੂਪ ਗਊ ਦਾ ਆ ਗਈ ਹੁਣ ਧਰਤੀ ਮੈਂ, ਜ਼ਾਲਮ ਔਰੰਗੇ ਨੇ ਸੀ ਪਾਪਾਂ ਸੇ ਭਰਤੀ ਮੈਂ, ਇਸ ਤਰ੍ਹਾਂ ਦੇ ਗੀਤ। ਅਤੇ ਪਟਨੇ 'ਚ ਚੜ੍ਹਿਆ ਸੱਚ ਦਾ ਚੰਦਰਮਾ, ਆਸ਼ਕ ਆਜ਼ਾਦੀ ਦਾ।
ਤੋ ਇਸ ਤਰ੍ਹਾਂ ਦੀ ਕਵਿਤਾ ਗਾਉਂਦੇ ਗਾਉਂਦੇ ਕਦੇ ਮਨ 'ਚ ਖਿਆਲ ਆਉਣਾ ਵੀ ਕਿੱਸਾਕਾਰ ਬਣਾਂਗੇ, ਕਦੇ ਮਨ 'ਚ ਖਿਆਲ ਆਉਣਾ ਕਿ ਕਵੀਸ਼ਰ ਬਣਾਂਗੇ। ਅਤੇ ਗਾਂ ਸਕੂਲ ਦੇ ਵਿੱਚ ਜਦੋਂ ਮਾਸਟਰ ਜੀ ਐਂ ਚੰਗੇ ਸੋਹਣੇ ਕੱਪੜੇ ਪਾ ਕੇ ਬੈਠੇ ਹੁੰਦੇ ਕੁਰਸੀ ਦੇ ਉੱਤੇ, ਅਤੇ ਅਸੀਂ ਪੜ੍ਹ ਰਹੇ ਹੁੰਦੇ, ਤਾਂ ਉਦੋਂ ਮਨ 'ਚ ਆਉਣਾ ਵੀ ਵੱਡੇ ਹੋ ਕੇ ਮਾਸਟਰ ਬਣਾਂਗੇ। ਕਿੱਸੇ ਲਿਖਣ ਦੀ ਥਾਂ ਇੰਨੀਆਂ ਕਿਤਾਬਾਂ ਲਿਖੀਆਂ ਗਈਆਂ, 35-40 ਕਿਤਾਬਾਂ ਲਿਖੀਆਂ ਗਈਆਂ। ਜਿਹੜਾ ਸੀ ਕਵੀਸ਼ਰ ਬਣਨ ਦੀ ਥਾਂ 'ਤੇ ਦੇਸ਼ ਪ੍ਰਦੇਸ਼ ਖੇਡ ਮੇਲਿਆਂ 'ਤੇ ਕਮੈਂਟਰੀ ਕਰਨ ਦੇ ਮੌਕੇ ਮਿਲੇ, 1000 ਖੇਡ ਮੇਲੇ ਵੇਖਣ ਦੇ ਮੌਕੇ ਮਿਲੇ, ਕਿੰਨੇ ਥਾਵਾਂ 'ਤੇ ਕਿੰਨੇ ਸੈਮੀਨਾਰਾਂ ਦੇ ਵਿੱਚ ਜਾਣ ਦੇ, ਕਿੰਨੀਆਂ ਕਲਾਸਾਂ ਪੜ੍ਹਾਉਣ ਦੇ, ਕਿੱਥੇ ਕਿੱਥੇ ਜਾਣ ਆਉਣ ਦੇ, ਬੋਲਣ ਦੇ ਮੌਕੇ ਮਿਲੇ। ਔਰ ਇਵੇਂ ਜਿਵੇਂ ਹੀ ਫਿਰ ਕਸਰ ਤਾਂ ਕੋਈ ਰਹੀ ਨਹੀਂ ਗਈ, ਤੋਰੇ ਫੇਰੇ ਦੀ ਵੀ ਕਸਰ ਨਹੀਂ। ਅਤੇ ਮਾਸਟਰ ਕਹਿੰਦੇ ਸੀ ਮੈਂ ਮਾਸਟਰ ਬਣਾ, ਮਾਸਟਰ ਤੋਂ ਵੀ ਗਾਂਹ ਵਾਲਾ ਜਿਹੜਾ ਕੰਮ ਸੀ ਉਹ ਸਾਰੇ ਕਰਕੇ ਦੇਖ ਲਏ, ਲੈਕਚਰਰ ਵੀ ਬਣ ਗਏ, ਪ੍ਰਿੰਸੀਪਲ ਵੀ ਬਣ ਗਏ। ਤੋ ਇਹ ਮੇਰਾ ਪਿਛੋਕੜ ਆ ਬੀਬਾ ਜੀ, ਉਹਦੇ ਵਿੱਚ ਦੀ ਨਾ ਪ੍ਰਭਾਵ ਪੈਂਦੇ ਰਹੇ। ਹੁਣ ਜਿੱਥੋਂ ਤੱਕ ਆਉਂਦਾ ਕਿ ਕਿਹੜੇ ਲੇਖਕ ਦਾ ਬਹੁਤਾ ਪ੍ਰਭਾਵ ਪਿਆ, ਇਹ ਸਾਰੇ ਪ੍ਰਭਾਵ ਰਲ ਮਿਲ ਕੇ ਅੱਗੇ ਵਧਦੇ ਗਏ, ਘੋਲੂਆ ਜਿਹਾ ਬਣਦਾ ਗਿਆ। ਫਿਰ ਜਿਹੜਾ ਖਾਸ ਤੌਰ 'ਤੇ ਪ੍ਰਭਾਵ ਮੈਂ ਕਬੂਲ ਕੀਤਾ ਉਹ ਸੀ ਬਲਵੰਤ ਗਾਰਗੀ ਦੀ ਵਾਰਤਕ ਦਾ। ਅਤੇ ਬਲਵੰਤ ਗਾਰਗੀ ਨੂੰ ਮੈਨੂੰ ਮਿਲਣ ਗਿਲਣ ਦਾ, ਨੇੜੇ ਰਹਿਣ ਦਾ ਕਾਫੀ ਮੌਕਾ ਮਿਲਿਆ ਦਿੱਲੀ ਦੇ ਵਿੱਚ। ਅਤੇ ਉਹ ਜਿਹੜੀ ਵਾਰਤਕ ਸੀਗੀ ਸੁਰਮੇ ਵਾਲੀ ਅੱਖ ਦੀ, ਨਿੰਮ ਦੇ ਪੱਤੇ, ਫਿਰ ਉਸ ਤੋਂ ਬਾਅਦ ਹੋਰ ਵੀ ਲਿਖੇ ਰੇਖਾ ਚਿੱਤਰ, ਉਹਨਾਂ ਦਾ ਪ੍ਰਭਾਵ ਪਿਆ। ਸਰ ਮੈਂ ਇਸੇ ਤੁਹਾਡੇ ਸਵਾਲ 'ਚੋਂ ਮੇਰੇ ਕਈ ਸਵਾਲ ਬਣ ਗਏ। ਮੈਂ ਕੁਛ ਕੁ ਗੱਲਾਂ ਜਿਹੜੀਆਂ ਬਾਅਦ 'ਚੋਂ ਵੀ ਕਰਨਾ ਚਾਹੁੰਦੀ ਸੀ, ਪਰ ਉਸ ਤੋਂ ਪਹਿਲਾਂ ਮੈਂ ਤੁਹਾਡੀ ਇੱਕ ਗੱਲ ਜਿਹੜੀ ਤੁਸੀਂ ਕਹੀ ਹੈ ਕਿ ਕਬੱਡੀ ਬਾਰੇ ਤੁਸੀਂ ਜ਼ਿਕਰ ਕਰ ਰਹੇ ਹੋ, ਹੈ ਨਾ। ਇੱਕ ਤੁਹਾਡਾ ਆਰਟੀਕਲ ਹੈ ਕਿ ਕਬੱਡੀ ਨੂੰ ਨਸ਼ੇ ਦਾ ਜੱਫਾ, ਹੈ ਨਾ। ਥੋੜ੍ਹੇ ਜਿਹੇ ਜੇ ਆਪਾਂ ਮੈਂ 1 ਸਾਲ ਪਿੱਛੇ ਜਾਵਾਂ ਤਾਂ ਬਹੁਤ ਸਾਰੇ ਕਬੱਡੀ ਦੇ ਜਿਹੜੇ ਬਹੁਤ ਵਧੀਆ ਖਿਡਾਰੀ ਅਸੀਂ ਗਵਾਏ ਨੇ, ਜਿਨ੍ਹਾਂ ਬਾਰੇ ਚਾਹੇ ਖੁੱਲ੍ਹ ਕੇ ਅਖਬਾਰਾਂ 'ਚ ਜਾਂ ਮੀਡੀਆ 'ਚ ਇਹ ਚੀਜ਼ਾਂ ਨਹੀਂ ਆਈਆਂ, ਪਰ ਲੁਕਵੇਂ ਛਿਕਵੇਂ ਤਰੀਕਿਆਂ ਨਾਲ ਇਹ ਚੀਜ਼ਾਂ ਛਪਦੀਆਂ ਰਹੀਆਂ ਨੇ ਕਿ ਇਹ ਨੌਜਵਾਨ ਨੇ ਜਿਹੜੇ ਨਸ਼ੇ ਦੀ ਲਪੇਟ 'ਚ ਆ ਕੇ ਇਸ ਦੁਨੀਆ ਤੋਂ ਰੁਖਸਤ ਹੋ ਗਏ। ਤੁਸੀਂ ਕਬੱਡੀ ਨੂੰ ਬਹੁਤ ਨੇੜਿਓਂ ਵੇਖਿਆ, ਬਹੁਤ ਸਾਰੇ ਕਬੱਡੀ ਮੈਚਾਂ ਦੀ ਤੁਸੀਂ ਕਮੈਂਟਰੀ ਕੀਤੀ ਆ, ਆਰਟੀਕਲ ਲਿਖਦੇ ਹੋ, ਉਹਦੇ 'ਚ ਤਕਰੀਬਨ 20-22 ਨਸ਼ਿਆਂ ਦਾ ਜ਼ਿਕਰ ਕਰਦੇ ਹੋ ਜਿਹੜੇ ਕਿ ਹੁਣ ਕਬੱਡੀ ਖਿਡਾਰੀ ਨੇ ਜਿਨ੍ਹਾਂ ਦੀ ਗ੍ਰਿਫਤ ਦੇ ਵਿੱਚ ਨੇ। ਇਸ ਚੀਜ਼ ਦਾ ਕੀ ਕਾਰਨ ਸਮਝਦੇ ਹੋ? ਵੈਸੇ ਤਾਂ ਮੈਂ ਜੇ ਦੇਖਾਂ, ਮੈਂ ਵੀ ਇੱਕ ਇਹੋ ਜਿਹੇ ਪਰਿਵਾਰ 'ਚੋਂ ਜਿਹੜੇ ਖੇਡ ਦੇ ਨਾਲ ਜੁੜੇ ਹੋਏ ਨੇ, ਪਰ ਸਿਰਫ ਕਬੱਡੀ ਦੇ ਵਿੱਚ ਹੀ ਜਿਹੜੀ ਨਸ਼ੇ ਦੀ ਇੰਨੀ ਬਹੁਤਾਤ ਹੋਣ ਦਾ ਕੀ ਕਾਰਨ ਹੈ? ਇਹ ਬੀਬਾ ਜੀ ਖੇਡਾਂ ਦਾ ਜਿਹੜਾ ਕੰਪੀਟੀਸ਼ਨ ਹੁੰਦਾ ਹੈਗਾ ਨਾ, ਉਹਦੇ ਵਿੱਚ ਕਈ ਵਾਰੀ ਬਿਲਕੁਲ ਬਰਾਬਰ ਜਿਹੇ ਦੇ ਹੁੰਦੇ ਨੇ ਖਿਡਾਰੀ, ਸਾਰੀਆਂ ਗੇਮਾਂ ਦੇ ਵਿੱਚ ਹੀ ਆ। ਓਲੰਪਿਕ ਖੇਡਾਂ ਦੀ ਹਿਸਟਰੀ ਮੈਂ ਲਿਖੀ ਆ, ਕਬੱਡੀ ਬਾਰੇ ਤਾਂ 4 ਕਿਤਾਬਾਂ ਵੀ ਮੇਰੀਆਂ ਛਪ ਚੁੱਕੀਆਂ ਨੇ। ਇਹ ਪਹਿਲੀ ਵਾਰੀ ਤਾਂ 1960 ਦੇ ਵਿੱਚ ਪਤਾ ਲੱਗਿਆ ਸੀਗਾ ਕਿ ਕੁਝ ਖਿਡਾਰੀ ਕਿਸੇ ਨਾ ਕਿਸੇ ਮੈਡੀਸਨ ਦਾ, ਕਿਸੇ ਨਾ ਕਿਸੇ ਦਵਾਈ ਦਾ ਉਹਦੀ ਵਰਤੋਂ ਕਰਕੇ ਉਹਦੇ ਨਸ਼ੇ ਦੇ ਵਿੱਚ ਕਿ ਉਹਨਾਂ ਨੂੰ ਥਕਾਵਟ ਨਾ ਹੋਵੇ ਜਾਂ ਉਹ ਬੈਟਰ ਪਰਫਾਰਮ ਕਰ ਲੈਣ ਕਿ ਬਰਾਬਰ ਦੇ ਨਾਲੋਂ ਥੋੜ੍ਹੇ ਜਿਹੇ ਵੱਧ ਨੰਬਰ ਲੈ ਜਾਂਦੇ। ਤਾਂ ਉਦੋਂ ਫਿਰ ਇਹਨਾਂ ਨੂੰ ਜੋ ਪਤਾ ਲੱਗਿਆ ਕਿ ਇੱਕ ਸਾਈਕਲਿਸਟ ਸੀਗਾ, ਲੰਬੀ ਦੌੜ 100 ਕਿਲੋਮੀਟਰ ਦੌੜਨ ਵਾਲਾ, ਸਾਈਕਲ ਦੌੜਾਉਣ ਵਾਲਾ, ਉਸ ਤੋਂ ਬਾਅਦ ਉਹਦੀ ਡੈਥ ਹੋ ਗਈ। ਅਤੇ ਪੋਸਟਮਾਰਟਮ ਤੋਂ ਬਾਅਦ ਪਤਾ ਲੱਗਿਆ ਵੀ ਇਹਨੇ ਥਕਾਵਟ ਤੋਂ ਬਚਣ ਵਾਸਤੇ ਕੋਈ ਗੋਲੀ ਖਾਧੀ ਸੀਗੀ। ਫਿਰ ਮੈਡੀਕਲ ਕਮਿਸ਼ਨ ਬਣਾਇਆ ਓਲੰਪਿਕ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ। ਉਹਦੇ 'ਚ ਫਿਰ ਉਹ ਜਿਹੜੀਆਂ ਅੰਸ਼ ਹੈਗੇ ਆ ਨਾ, ਕੈਮੀਕਲ ਅੰਸ਼ ਹੈਗੇ ਨੇ ਦਵਾਈਆਂ ਦੇ, ਉਹ ਹਰ ਸਾਲ ਦੱਸਦੇ ਆ ਵੀ ਇਹ ਘਾਤਕ ਨੇ ਖਿਡਾਰੀਆਂ ਵਾਸਤੇ, ਵੀ ਇਹਦੀ ਜੇ ਕੋਈ ਡੋਪਿੰਗ ਕਰੇ, ਵਰਤੇ, ਟੀਕੇ ਦੇ ਨਾਲ ਕਰੇ ਜਾਂ ਕੈਪਸੂਲ ਲਵੇ ਜਾਂ ਪਾਊਡਰ ਦੇ ਰੂਪ 'ਚ ਕਰੇ, ਤਾਂ ਇਹ ਜਿਹੜੇ ਹੈਗੇ ਆ ਬੈਨ ਨੇ, ਇਹ ਠੀਕ ਨਹੀਂ ਹੈਗੇ, ਇਹ ਗਲਤ ਨੇ। ਇਹਦੇ ਲਈ ਫਿਰ ਉਹਦਾ ਮੈਡਲ ਵੀ ਵਾਪਸ ਲਿਆ ਜਾਊਗਾ, ਉਹਨੂੰ ਛੇਕਿਆ ਜਾਊਗਾ, ਪਨਿਸ਼ਮੈਂਟ ਦਿੱਤੀ ਜਾਊਗੀ। ਤੋ ਕਬੱਡੀ ਦੇ ਵਿੱਚ ਤੁਸੀਂ ਇੱਥੇ ਜਿਵੇਂ ਆਏ ਆ ਨਾ, ਮੈਂ 2006 ਦੇ ਵਿੱਚ ਵਿਨੀਪੈਗ ਦਾ ਟੂਰਨਾਮੈਂਟ ਕਵਰ ਕਰਨ ਗਿਆ ਸੀਗਾ ਐਜ਼ ਕਮੈਂਟੇਟਰ। ਉੱਥੋਂ ਜਦੋਂ ਮੈਂ ਮੁੜ ਕੇ ਆ ਰਿਹਾ ਸੀ ਟੋਰਾਂਟੋ ਨੂੰ, ਤਾਂ ਹਵਾਈ ਜਹਾਜ਼ ਦੇ ਵਿੱਚ ਕੁਝ ਖਿਡਾਰੀ ਉਹ ਸ਼ਰਾਬ ਦੇ ਨਸ਼ੇ ਦੇ ਵਿੱਚ ਸੀਗੇ, ਅਤੇ ਉਹ ਬੈਠੇ ਅਤੇ ਉਹਨਾਂ ਨੇ ਗੱਲਾਂ ਸੁਣਾਉਣੀਆਂ ਸ਼ੁਰੂ ਕਰਤੀਆਂ ਮੈਨੂੰ। ਕਹਿੰਦੇ ਜੀ ਤੁਸੀਂ ਲਿਖਦੇ ਰਹਿੰਦੇ ਹੋ ਖਿਡਾਰੀਆਂ ਬਾਰੇ, ਤੁਸੀਂ ਬਹੁਤ ਵਡਿਆਉਂਦੇ ਉਹਨਾਂ ਨੂੰ ਵੀ ਫਲਾਨਾ ਇੰਨਾ ਵਧੀਆ ਖਿਡਾਰੀ ਆ, ਉਹ ਇੰਨਾ ਆ, ਵੀ ਅਸੀਂ ਵੀ ਖਿਡਾਰੀ ਹੈਗੇ ਆ। ਅਤੇ ਉਹ ਜਿਹੜੇ ਹੈਗੇ ਆ ਨਾ ਖਿਡਾਰੀ, ਉਹ ਤੁਹਾਨੂੰ ਪਤਾ ਵੀ ਉਹ ਟੀਕੇ ਲਵਾ ਕੇ ਖੇਡਦੇ ਆ, ਕੈਪਸੂਲ ਲੈ ਕੇ ਖੇਡਦੇ ਆ,
ਦਵਾਈ ਲੈ ਕੇ ਖੇਡਦੇ ਆ। ਮੈਂ ਕਿਹਾ ਮੈਨੂੰ ਮਾੜਾ ਮੋਟਾ ਪਤਾ ਵੀ ਤੁਹਾਨੂੰ ਜੇ ਵੱਧ ਪਤਾ ਮੈਨੂੰ ਦੱਸੋ। ਉਹ ਕਹਿੰਦਾ ਸਾਡਾ ਨਾਂ ਨਾ ਲਿਖਿਓ, ਅਸੀਂ ਤੁਹਾਨੂੰ ਦੱਸਦੇ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਕਿਵੇਂ ਕਿਵੇਂ ਇਹ ਵਰਤਦੇ ਆ। ਮੈਂ ਉਹਨਾਂ ਦੀਆਂ ਗੱਲਾਂ ਵੀ ਸੁਣ ਕੇ ਔਰ ਉਸ ਤੋਂ ਬਾਅਦ ਹੋਰ ਪੜਤਾਲ ਕਰਕੇ ਆਰਟੀਕਲ ਲਿਖਿਆ ਸੀ 2006 ਦੇ ਵਿੱਚ, ਕਬੱਡੀ ਨੂੰ ਡਰੱਗ ਦਾ ਜੱਫਾ। ਉਹ ਮੇਰੀ ਕਿਤਾਬ ਦੇ ਵਿੱਚ ਵੀ ਆ। ਉਸ ਤੋਂ ਬਾਅਦ ਤਾਂ ਮੈਂ ਥਾਂ ਥਾਂ 'ਤੇ ਬੋਲਦਿਆਂ, ਅਖਬਾਰਾਂ 'ਚ ਲਿਖਦਿਆਂ ਹੁਣ ਤੱਕ ਲਿਖੀ ਜਾਂਦਾ। ਔਰ ਉਸ ਤੋਂ ਬਾਅਦ ਫਿਰ 2008 ਦੇ ਵਿੱਚ ਡੋਪ ਟੈਸਟ ਹੋਣੇ ਸ਼ੁਰੂ ਹੋਏ ਕਬੱਡੀ ਦੇ ਖਿਡਾਰੀਆਂ ਦੇ, ਔਰ ਏਡੀ ਵੱਡੀ ਗਿਣਤੀ 'ਚ ਡੋਪੀ ਖਿਡਾਰੀ ਪਕੜੇ ਗਏ। ਇੱਕ ਵਾਰ 119 ਖਿਡਾਰੀ ਜਿਹੜੇ ਸੀਗੇ ਉਹ ਟਰਾਂਟੋ ਤੇ ਵੈਨਕੂਵਰ ਸਾਈਡ ਤੋਂ ਇੰਨੇ ਹੀ ਲੰਡਨ ਯੂਰਪ ਦੇ ਟੂਰਨਾਮੈਂਟਾਂ 'ਚ ਫੜੇ ਗਏ। ਏਡੀ ਵੱਡੀ ਪੱਧਰ 'ਤੇ ਤਾਂ ਸਭ ਦੀਆਂ ਅੱਖਾਂ ਖੁੱਲ੍ਹ ਗਈਆਂ। ਫਿਰ ਇਹ ਪਹਿਲਾ ਵਰਲਡ ਕੱਪ ਹੋਇਆ 2010 ਦੇ ਵਿੱਚ। ਪ੍ਰਗਟ ਸਿੰਘ ਉਹ ਕਹਿੰਦੇ ਵੀ ਮੈਨੂੰ ਕਬੱਡੀ ਦਾ ਬਹੁਤਾ ਨਹੀਂਗਾ ਪਤਾ, ਵੀ ਤੁਸੀਂ ਮੈਨੂੰ ਸਹਿਯੋਗ ਦਿਓ, ਆਪਾਂ ਇਹ ਵਧੀਆ ਕਰਾਉਣਾ। ਵੀ ਮੈਨੂੰ ਹਾਕੀ ਦਾ ਤਾਂ ਬਾਕੀ ਗੇਮਾਂ ਦਾ ਸਭ ਦਾ ਪਤਾ, ਕਬੱਡੀ ਬਾਰੇ ਥੋੜ੍ਹਾ ਜਿਹਾ ਮੈਨੂੰ ਘੱਟ ਆ, ਅਤੇ ਤੁਸੀਂ ਕਿਉਂਕਿ ਕਬੱਡੀ ਦੇ ਨਾਲ ਜੁੜੇ ਆ ਬਹੁਤ ਦੇਰ ਤੋਂ। ਮੈਂ ਕਿਹਾ ਠੀਕ ਆ, ਮੈਂ ਪੂਰਾ ਸਹਿਯੋਗ ਦੇਵਾਂਗਾ ਵੀ ਆਪਾਂ ਫੇਰ ਜਿਹੜੇ ਹੈਗੇ ਆ ਡੋਪ ਟੈਸਟਿੰਗ ਕਰਨੀ ਹੈ। ਉਹਦੇ 'ਚ 74 ਨਿਕਲੇ ਕਬੱਡੀ ਖੇਡਣ ਆਏ। ਤੋ ਇਸ ਤਰ੍ਹਾਂ ਦਾ ਹਾਲ ਹੋ ਗਿਆ ਕਿ ਇੱਕ ਵਰਲਡ ਕੱਪ ਦੇ ਵਿੱਚ 10 ਟੀਮਾਂ 'ਚੋਂ 9 ਟੀਮਾਂ ਦੇ ਖਿਡਾਰੀ, ਕਿਸੇ ਦਾ 1, ਕਿਸੇ ਦਾ 2, ਕਿਸੇ ਦੇ 4, ਕਿਸੇ ਦੇ 8, ਇੱਕ ਦੇ 9 ਨਿਕਲੇ। ਤੋ ਇਹ ਏਡੀ ਵੱਡੀ ਅਲਾਮਤ ਆ ਕਿ ਉਹਦੇ ਵਿੱਚ ਦੀ ਤਾਂ ਹੁਣ ਤਾਂ ਮਰਨ ਵਾਲਿਆਂ ਦੀ ਗਿਣਤੀ ਵੀ ਦਰਜਨ ਤੋਂ ਉੱਤੇ ਟੱਪ ਚੁੱਕੀ ਆ। ਜਿਹੜੇ ਅਪਾਹਜ ਹੋਏ ਆ ਉਹ ਉਹਨਾਂ ਦੀ ਤਾਂ ਗਿਣਤੀ ਕੋਈ ਨਹੀਂ ਗੀ। ਜਿਹੜੇ ਬੱਚਾ ਪੈਦਾ ਕਰਨ ਦੇ ਯੋਗ ਨਹੀਂ ਰਹੇ ਉਹਨਾਂ ਦੀ ਵੀ ਕੋਈ ਗਿਣਤੀ ਨਹੀਂ ਗੀ। ਤੋ ਇਹ ਬੜੀ ਭੈੜੀ ਅਲਾਮਤ ਹੈ। ਇਹ ਜਿਹੜੀ ਡਰੱਗ ਹੈਗੀ ਆ ਨਾ, ਇਹ ਕੋਈ ਜਿਹੜਾ ਹੈਗਾ ਲੈ ਰਹੇ ਕਬੱਡੀ ਦੇ ਖਿਡਾਰੀ ਸਾਡੇ ਖਾਸ ਕਰਕੇ, ਲੈ ਤਾਂ ਹੋਰਨਾਂ ਖੇਡਾਂ 'ਚ ਵੀ ਆ, ਉੱਥੇ ਬੜਾ ਸੀਮਤ ਆ, ਉੱਥੇ ਕੰਟਰੋਲ ਵੀ ਕਾਫੀ ਆ। ਕਬੱਡੀ 'ਚ ਕੰਟਰੋਲ ਬਹੁਤ ਘੱਟ ਆ, ਨਾ ਮਾਤਰੀ ਆ। ਤੋ ਪਿੰਡਾਂ 'ਚ ਮੁੰਡੇ ਕੀ ਆ, ਟੂਰਨਾਮੈਂਟ ਹੁੰਦਾ, ਉਹ ਜਿੱਥੇ ਕਿਤੇ ਟੂਰਨਾਮੈਂਟ ਹੁੰਦਾ ਆਸੇ ਪਾਸੇ ਗੱਡੀ ਖੜਿਆ ਕੇ ਨੇੜ ਦਾ ਜਿਹੜਾ ਕੋਈ ਟਿਊਬਵੈੱਲ ਹੈਗਾ ਉੱਥੇ ਆਪਦੇ ਟੀਕੇ ਟੂਕੇ ਲਾ ਕੇ ਸਰਿੰਜਾਂ ਉੱਥੇ ਸੁੱਟੇ ਆਉਂਦੇ ਆ। ਕਿਸਾਨ ਜਾਂਦੇ ਆ ਪਾਣੀ ਲਾਉਣ, ਅਤੇ ਉਹ ਸਰਿੰਜਾਂ ਉਹਨਾਂ ਦੇ ਪੈਰਾਂ 'ਚ ਵੱਜਦੀਆਂ। ਤੋ ਇਹ ਬੜੀ ਭੈੜੀ ਬਿਮਾਰੀ ਆ ਇਹ। ਹੁਣ ਤਾਂ ਉਦੋਂ ਗਾਂਹ ਫਿਰ ਚਿੱਟੇ ਚੁੱਟੇ ਪਤਾ ਨਹੀਂ ਕੀ ਕੁਛ ਆ ਗਿਆ। ਤੋ ਇਸ ਕਰਕੇ ਮੈਂ ਤਾਂ ਇੱਕ ਮੇਰਾ ਮਿਸ਼ਨ ਆ ਕਿ ਇਹਨਾਂ ਦੇ ਖਿਲਾਫ ਲਿਖਣਾ, ਇਹਨਾਂ ਦੇ ਖਿਲਾਫ ਬੋਲਣਾ। ਮੈਂ ਬੋਲਦਾ ਆ ਰਿਹਾ, ਲਿਖਦਾ ਆ ਰਿਹਾ, ਲਗਾਤਾਰ ਇਹਦੇ 'ਤੇ ਮੇਰੇ ਆਰਟੀਕਲ ਆ ਰਹੇ ਨੇ। ਬਹੁਤ ਸਾਰੇ ਤਾਂ ਸਾਡੇ ਕਬੱਡੀ ਖਿਡਾਰੀ ਐਸੇ ਵਧੀਆ ਖੇਡ ਗਏ ਨੇ ਪਹਿਲਾਂ, ਹੁਣ ਆਪਦੇ ਬੱਚਿਆਂ ਨੂੰ ਕਬੱਡੀ ਇਸ ਕਰਕੇ ਨਹੀਂ ਖਿਡਾਉਂਦੇ ਕਿ ਮਰਵਾਉਣੇ ਨੇ ਇਹਨਾਂ ਦੀ ਰੀਸ ਲੱਗ ਜਾਣਾ। ਅਤੇ ਇਸ ਕਰਕੇ ਬਾਕਸਿੰਗ ਦੇ ਵਿੱਚ ਵੀ, ਰੈਸਲਿੰਗ ਦੇ ਵਿੱਚ ਵੀ, ਵੇਟ ਲਿਫਟਿੰਗ ਦੇ ਵਿੱਚ ਵੀ, ਹੋਰਨਾਂ ਖੇਡਾਂ ਦੇ ਵਿੱਚ ਵੀ ਵਰਤਦੇ ਤਾਂ ਹੈਗੇ ਆ, ਪਰ ਡਰ ਕੇ ਡੋਪ ਟੈਸਟਿੰਗ 'ਚ ਫੜੇ ਵੀ ਜਾਂਦੇ ਆ, ਬੈਨ ਵੀ ਹੁੰਦੇ ਆ, ਹੋਏ ਆ ਸਾਡੇ ਬੱਚੇ। ਖੇਡਾਂ ਨਾਲ ਸੰਬੰਧਿਤ ਇੱਕ ਗੱਲ ਹੋਰ ਜਿਹੜੀ ਮੇਰੇ ਦਿਮਾਗ ਦੇ ਵਿੱਚ ਆਉਂਦੀ ਹੈ ਕਿ ਤੁਸੀਂ ਇਹ ਵੀ ਜ਼ਿਕਰ ਕਰਦੇ ਹੋ ਕਿ ਜਿਹੜੀਆਂ ਕਬੱਡੀ ਫੈਡਰੇਸ਼ਨ ਜਾਂ ਅਕੈਡਮੀਆਂ ਨੇ, ਅੱਜ ਕੱਲ੍ਹ ਕਬੂਤਰਬਾਜੀ ਦਾ ਬਹੁਤ ਜ਼ਿਆਦਾ ਇਹਨਾਂ ਦੇ ਵਿੱਚ ਇਹ ਚੀਜ਼ ਆ ਗਈ ਹੈ ਕਿ ਨੌਜਵਾਨ ਨੇ ਜਿਹੜੇ ਖਾਸ ਕਰਕੇ ਉਹ ਤਾਂ ਹੀ ਕਬੱਡੀ ਖੇਡਦੇ ਨੇ, ਉਹਨਾਂ ਨੂੰ ਲੱਗਦਾ ਕਿ ਇਹਨਾਂ ਦੇ ਥਰੂ ਅਸੀਂ ਵਿਦੇਸ਼ਾਂ 'ਚ ਜਾ ਕੇ ਸੈਟਲ ਹੋ ਜਾਵਾਂਗੇ, ਹੈ ਨਾ। ਦੂਸਰੀ ਸਭ ਤੋਂ ਵੱਡੀ ਜਿਹੜੀ ਅਲਾਮਤ ਆ ਉਹ ਇਹ ਹੈ ਕਿ ਸਰਕਾਰ ਆ ਜਿਹੜੀ ਉਹ ਇਸ ਤਰੀਕੇ ਨਾਲ ਇਹਨਾਂ ਖੇਡਾਂ ਨੂੰ ਪ੍ਰਮੋਟ ਕਰ ਰਹੀ ਹੈ ਕਿ ਆਪਣੀ ਮਸ਼ਹੂਰੀ ਲਈ, ਸਿਆਸਤਦਾਨ ਨੇ ਜਿਹੜੇ ਆਪਣੀ ਮਸ਼ਹੂਰੀ ਲਈ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰ ਰਿਹਾ, ਜਦਕਿ ਹੋਰ ਖੇਡਾਂ 'ਤੇ ਉਹਨਾਂ ਦਾ ਇੰਨਾ ਜ਼ਿਆਦਾ ਧਿਆਨ ਨਹੀਂ। ਜਿਹਦੇ ਵਿੱਚ ਤੁਸੀਂ ਇੱਕ ਜਗ੍ਹਾ 'ਤੇ ਪ੍ਰਿਯੰਕਾ ਚੋਪੜਾ ਹੋਣਾ ਦਾ ਜ਼ਿਕਰ ਕਰਦੇ ਹਾਂ ਕਿ 2 ਕਰੋੜ ਰੁਪਈਆ ਉਹਨਾਂ ਨੂੰ ਸਿਰਫ 10 ਮਿੰਟ ਦੀ ਇੱਕ ਪਰਫੋਰਮੈਂਸ ਬਦਲੇ ਦੇ ਦਿੱਤਾ ਜਾਂਦਾ। ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਕਿਸੇ ਵੇਲੇ ਪੰਜਾਬ ਸੀ ਜਿਹੜਾ ਪੂਰੇ ਭਾਰਤ ਦੇ ਵਿੱਚ ਖੇਡ ਦੇ ਮਾਮਲੇ ਦੇ ਵਿੱਚ ਨੰਬਰ 1 ਸੀ, ਅਤੇ ਅੱਜ ਉਹ ਥਾਂ ਹੈ ਜਿਹੜੀ ਹਰਿਆਣੇ ਨੇ ਮੰਨ ਲਈ ਹੈ। ਇਸ ਦਾ ਕਾਰਨ ਤੁਸੀਂ ਕੀ ਸਮਝਦੇ ਹੋ? ਕਾਰਨ ਤਾਂ ਬੀਬਾ ਜੀ ਕਈ ਨੇ। ਸਿਆਸਤ ਤੋਂ ਲੈ ਕੇ ਰਾਜ ਕਰਦੇ ਲੋਕਾਂ ਤੋਂ ਲੈ ਕੇ ਥੱਲੇ ਤੱਕ ਬਹੁਤ ਸਾਰੇ ਕਾਰਨ ਹੈਗੇ ਨੇ, ਜਿਹਦੇ ਨਾਲ ਉਹ ਪੰਜਾਬ 1947 ਦੇ ਵਿੱਚ ਜਦੋਂ ਦੇਸ਼ ਦੀ ਵੰਡ ਹੋਈ ਅਤੇ 1951 ਦੇ ਵਿੱਚ ਪਹਿਲੀਆਂ ਏਸ਼ੀਅਨ ਖੇਡਾਂ ਹੋਈਆਂ ਦਿੱਲੀ ਦੇ ਵਿੱਚ, ਤਾਂ ਉਹਨਾਂ ਖੇਡਾਂ ਦਾ ਪ੍ਰਬੰਧ ਕਰਨ ਵਾਲਿਆਂ ਤੋਂ ਲੈ ਕੇ ਪਾਰਟੀਸਪੇਟ ਕਰਨ ਵਾਲਿਆਂ ਤੱਕ, ਮੈਡਲ ਜਿੱਤਣ ਵਾਲਿਆਂ ਤੱਕ ਪੰਜਾਬੀਆਂ ਦੀ ਪ੍ਰਾਪਤੀ 80% ਤੋਂ ਵੱਧ ਸੀ। ਸਾਰੇ ਹਿੰਦੁਸਤਾਨ 'ਚ 80% ਤੋਂ ਵੱਧ ਮੈਡਲ ਪੰਜਾਬੀ ਮੂਲ ਦੇ ਖਿਡਾਰੀਆਂ ਨੇ ਜਿੱਤੇ। ਔਰ ਉਹਦਾ ਪ੍ਰਬੰਧ ਕਰਨ ਦੇ ਵਿੱਚ ਜਿਹੜੀਆਂ ਕਮੇਟੀਆਂ ਸੀ, ਹੋਰ ਸੀ, ਉਹਨਾਂ ਨੂੰ ਕੋਚਿੰਗ ਦੇਣ ਵਾਲੇ, ਖਿਡਾਰੀਆਂ ਨੂੰ ਟ੍ਰੇਨਿੰਗ ਦੇਣ ਵਾਲੇ, ਉਹਨਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਸੀਗੀ। ਉਸ ਤੋਂ ਬਾਅਦ 54 ਦੇ ਵਿੱਚ ਜਿੰਨੇ ਵੀ
ਗੋਲਡ ਮੈਡਲ ਜਿੱਤੇ ਇੰਡੀਆ ਨੇ ਐਥਲੈਟਿਕਸ ਦੇ ਵਿੱਚ ਸਾਰੇ ਹੀ ਸਾਰੇ ਪੰਜਾਬੀ ਖਿਡਾਰੀਆਂ ਰਾਹੀਂ ਜਿੱਤੇ। 1958 ਦੀਆਂ ਟੋਕੀਓ ਦੀਆਂ ਏਸ਼ੀਅਨ ਗੇਮਸ ਦੇ ਵਿੱਚ ਵੀ ਸਾਰੇ ਦੇ ਸਾਰੇ ਮੈਡਲ ਇੰਡੀਆ ਦੇ ਨਾ ਸਿਰਫ ਪੰਜਾਬੀ ਖਿਡਾਰੀਆਂ ਹੀ ਨਹੀਂ ਜਿੱਤੇ ਬਲਕਿ ਉਹਨਾਂ ਖਿਡਾਰੀਆਂ ਨੇ ਜਿੱਤੇ ਜਿਨ੍ਹਾਂ ਦੇ ਸਿਰਾਂ 'ਤੇ ਜੂੜੇ ਸ਼ੋਭਦੇ ਸੀਗੇ। 1954 ਦੀਆਂ ਵੀ 58 ਦੀਆਂ ਵੀ ਔਰ ਉਸ ਤੋਂ ਬਾਅਦ ਦੀਆਂ ਵੀ ਕੁਝ ਦੇਰ ਤੱਕ 1962 ਔਰ 1966 ਜਦੋਂ ਆਪਾਂ ਪਹਿਲੀ ਵਾਰੀ ਏਸ਼ੀਆ ਦਾ ਹਾਕੀ ਦਾ ਗੋਲਡ ਮੈਡਲ ਜਿੱਤਿਆ ਇੰਡੀਆ ਨੇ ਤਾਂ ਲਕਸ਼ਮਣ ਸਾਊਥ ਇੰਡੀਆ ਦਾ ਗੋਲਕੀਪਰ ਸੀ ਤੇ ਜਿਹੜੇ ਅੱਗੇ 10 ਜਣੇ ਖੇਡਦੇ ਸੀ 10 ਦੇ ਹੀ ਸਿਰਾਂ 'ਤੇ ਜੂੜੇ ਸੀਗੇ, ਜੂੜਿਆਂ 'ਤੇ ਚਿੱਟੇ ਰੁਮਾਲ ਚਮਕ ਰਹੇ ਸੀ। ਤੋਂ ਪੰਜਾਬੀਆਂ ਦੀ ਜਿਹੜੀ ਪਰਫਾਰਮੈਂਸ ਸੀਗੀ ਖੇਡਾਂ ਦੇ ਵਿੱਚ, ਇੰਡੀਆ ਦੀਆਂ ਖੇਡਾਂ ਦੇ ਵਿੱਚ, ਉਹਦਾ ਗ੍ਰਾਫ ਬਹੁਤ ਉੱਚਾ ਸੀਗਾ। ਜਿਵੇਂ ਮਿਲਟਰੀ ਸਰਵਿਸਿਜ਼ ਦੇ ਵਿੱਚ ਗ੍ਰਾਫ ਬਹੁਤ ਹੀ ਉੱਚਾ ਰਿਹਾ, ਜਿਹੜਾ ਹੁਣ ਤੱਕ ਵੀ ਤੁਰਿਆ ਆ ਰਿਹਾ। ਵੈਸੇ ਭਾਵੇਂ ਭਰਤੀ ਘੱਟ ਆ ਪਰ ਸ਼ਹੀਦੀਆਂ ਦੇਣ 'ਚ, ਲੜਨ ਮਰਨ 'ਚ ਉਹ ਪੰਜਾਬੀਆਂ ਦਾ ਬਹੁਤ ਵੱਡਾ ਯੋਗਦਾਨ ਹੈ। ਅਤੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਜਦੋਂ ਸੋ ਕਾਲਡ ਹਰੇ ਇਨਕਲਾਬ ਦੀ ਥੋੜ੍ਹੀ ਜਿਹੀ ਖੁਸ਼ਹਾਲੀ ਆਈ, 4 ਪੈਸੇ ਜੇਬ 'ਚ ਆਏ, ਤਾਂ ਉਹ ਚੰਗੀ ਖੁਰਾਕ 'ਤੇ ਲੱਗਣ ਦੀ ਥਾਂ 'ਤੇ, ਚੰਗੇ ਖਿਡਾਰੀ ਬਣਾਉਣ ਦੀ ਥਾਂ 'ਤੇ ਉਹ ਨਸ਼ੇ ਪੱਤੇ, ਨਸ਼ਿਆਂ ਪਾਣੀਆਂ ਵੱਲ ਨੂੰ ਵਗ ਤੁਰਿਆ। ਅਤੇ ਉਹਦੇ ਨਾਲ ਜਿਹੜਾ ਧਿਆਨ ਸੀ ਉਹ ਲਚਰ ਗਾਇਕੀ, ਫੋਕੇ ਗਾਣੇ, ਦਿਖਾਵਾ, ਵਿਆਹਾਂ ਦਾ ਦਿਖਾਵਾ, ਮੈਰਿਜ ਪੈਲਸ ਕਲਚਰ, ਗੱਡੀਆਂ ਔਰ ਮੋਟਰਸਾਈਕਲ, ਦੂਜੇ ਤੀਜੇ ਮੋਬਾਈਲ, ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਸੀ, ਚੰਗੇ ਕੱਪੜੇ, ਜੋ ਕੁਝ ਦੇਖਦੇ ਸੀ ਪ੍ਰਦੇਸ਼ਾਂ ਦੇ ਵਿੱਚ ਜਹਾਜ਼ਾਂ ਰਾਹੀਂ ਆਉਂਦਾ ਸੀ, ਉਹਦੀ ਰੀਸ ਦੇ ਵਿੱਚ ਪੈ ਕੇ ਫਿਜ਼ੀਕਲ ਕਲਚਰ ਜਿਹੜੀ ਸੀਗੀ ਉਸ ਪਾਸੇ ਜਾਣ ਦੀ ਥਾਂ 'ਤੇ, ਪਹਿਲਵਾਨ ਬਣਨ ਦੀ ਥਾਂ 'ਤੇ, ਖਿਡਾਰੀ ਬਣਨ ਦੀ ਥਾਂ 'ਤੇ, ਸਰੀਰ ਕਮਾਉਣ ਦੀ ਥਾਂ 'ਤੇ, ਕਸਰਤ ਕਰਕੇ ਜੁੱਸੇ ਨਿੱਘਰ ਕਰਨ ਦੀ ਥਾਂ 'ਤੇ ਉਹ ਇਸ ਪਾਸੇ ਨੂੰ ਤੁਰ ਪਏ, ਦਿਖਾਵੇ 'ਚ, ਫੈਲਸੂਫੀਆਂ 'ਚ। ਅਤੇ ਹਰਿਆਣੇ ਦਾ ਜਿਹੜਾ ਜਾਟ ਕਲਚਰ ਸੀਗਾ ਉਹ ਤੁਰ ਪਿਆ ਭਲਵਾਨੀ ਵੱਲ ਨੂੰ। ਦੂਜਾ ਕਿ ਸਾਡੀ ਸਰਕਾਰ ਜਿਹੜੀ ਸੀਗੀ ਇਹਨਾਂ ਨੇ ਖੇਡਾਂ ਵਾਲੇ ਪਾਸੇ ਉਹਨਾਂ ਧਿਆਨ ਦਿੱਤਾ ਨਹੀਂ ਗਾ, ਹਰਿਆਣੇ ਵਾਲੇ ਦੇਣ ਲੱਗ ਪਏ। ਉਹਨਾਂ ਨੇ ਖਿਡਾਰੀਆਂ ਨੂੰ ਸਹੂਲਤਾਂ ਦਿੱਤੀਆਂ। ਛੋਟਾ ਜਿਹਾ ਹਰਿਆਣਾ, ਬੜਾ ਸਾਰਾ ਪੰਜਾਬ। ਹਰਿਆਣੇ ਦਾ ਵਾਲਾ ਪਾਸੇ ਤਾਂ ਸਾਡੇ ਜਦੋਂ 1947 ਤੋਂ ਬਾਅਦ ਕੋਈ ਐਥਲੀਟ ਜੰਮਦਾ ਹੁੰਦਾ ਸੀ। ਹੁਣ ਉਹ ਮੈਡਲ ਜਿੱਤਣ 'ਚ ਮੋਹਰੀ ਨੇ, ਭਾਵੇਂ ਰੈਸਲਿੰਗ ਆ, ਭਾਵੇਂ ਬਾਕਸਿੰਗ ਆ, ਭਾਵੇਂ ਹੋਰ ਗੇਮਾਂ ਨੇ, ਅਤੇ ਉਹ ਤਾਂ ਸਾਨੂੰ ਪਛਾੜਦੇ ਆ। ਅਸੀਂ ਸਿਰਫ ਕਾਲਜ ਪੱਧਰ ਤੱਕ, ਯੂਨੀਵਰਸਿਟੀ ਪੱਧਰ ਤੱਕ ਤਾਂ ਅਜੇ ਵੀ ਸਾਰੀ ਦੁਨੀਆ ਨੂੰ, ਸਾਰੀ ਇੰਡੀਆ ਨੂੰ ਪਛਾੜਦੇ ਆ। ਪਰ ਉਸ ਤੋਂ ਬਾਅਦ ਨਾ ਤਾਂ ਸਾਡੇ ਮਹਿਕਮੇ ਉਸ ਤਰ੍ਹਾਂ ਖਿਡਾਰੀਆਂ ਨੂੰ ਸੰਭਾਲਦੇ ਨੇ। ਉਹ ਫਿਰ ਸਾਡੇ ਖਿਡਾਰੀ ਕੋਈ ਹਰਿਆਣੇ ਚਲੇ ਜਾਂਦਾ, ਕੋਈ ਪੁਲਿਸ, ਸੈਂਟਰਲ ਰਿਜ਼ਰਵ ਪੁਲਿਸ ਚਲੇ ਜਾਂਦਾ, ਕੋਈ ਰੇਲਵੇ ਚਲੇ ਜਾਂਦਾ, ਕੋਈ ਸਰਵਿਸ ਚਲੇ ਜਾਂਦਾ, ਕੋਈ ਭਾਰਤ ਪੈਟਰੋਲੀਅਮ ਚਲੇ ਜਾਂਦਾ, ਕੋਈ ਏਅਰਲਾਈਨਸ ਦੀ ਚਲੇ ਜਾਂਦਾ, ਉੱਧਰੋਂ ਚਲੇ ਜਾਂਦੇ ਆ। ਤੋ ਇਹ ਲਿਫਾਫੇਬਾਜ਼ੀ ਆ ਜਿਹੜਾ ਨਾ ਸਾਡੇ ਪੰਜਾਬ ਦੇ ਵਿੱਚ, ਲਿਫਾਫੇਬਾਜ਼ੀ ਇੰਨੀ ਆ ਗਈ ਉੱਪਰੋਂ ਉੱਪਰੋਂ ਚਮਕ ਦਮਕ ਕਿ ਵੀ ਅਸੀਂ ਬਹੁਤ ਕੁਛ ਹਾਂ, ਅਸੀਂ ਬੜੇ ਹਾਂ ਜੀ, ਅਸੀਂ ਫਲਾਨਾ ਧਮਕਾ, ਵਿੱਚੋਂ ਖਾਲੀ ਆ ਇਹ। ਤੋ ਜਿਹੜਾ ਖਾਲੀ ਪਾਣਾ ਨਾ ਉਹ ਇਸ ਵੇਲੇ ਸਭ ਤੋਂ ਵੱਡਾ ਸੰਕਟ ਆ। ਬਿਲਕੁਲ। ਜਦੋਂ ਬਲਵੀਰ ਸਿੰਘ ਹਾਕੀ ਖਿਡਾਰੀ ਆਪਣੇ ਉਹ ਬਿਮਾਰ ਸੀ ਤਾਂ ਉਸ ਸਮੇਂ ਵੀ ਤੁਹਾਡੀ ਵੀ ਇੱਕ ਪੀੜ ਮਹਿਸੂਸ ਹੁੰਦੀ ਹੈ ਕਿ ਉਹਨਾਂ ਨੂੰ ਭਾਰਤ ਸਰਕਾਰ ਵੱਲੋਂ ਜਿਹੜਾ ਖੇਡ ਰਤਨ ਨਹੀਂ ਦਿੱਤਾ ਗਿਆ। ਉਹਨਾਂ ਦੀ ਮੌਤ ਤੋਂ ਬਾਅਦ ਵੀ ਤੁਸੀਂ ਲਿਖਦੇ ਹੋ ਕਿ ਉਹਨਾਂ ਨੂੰ ਅਸੀਂ, ਤੁਹਾਡੀ ਪੂਰੀ ਸਿਫਾਰਿਸ਼ ਨਾਲ ਤੁਸੀਂ ਇਹ ਚੀਜ਼ ਕਹਿੰਦੇ ਹੋ ਕਿ ਉਹਨਾਂ ਨੂੰ ਖੇਡ ਰਤਨ ਦਿੱਤਾ ਜਾਣਾ ਚਾਹੀਦਾ ਸੀ, ਕਿਉਂਕਿ ਜਦੋਂ ਉਹ ਮੈਚ ਖੇਡ ਰਹੇ ਨੇ ਹੰਗਰੀ ਦੇ ਖਿਲਾਫ ਤਾਂ ਉਹਨਾਂ ਨੇ ਹਾਲੈਂਡ ਦੇ ਖਿਲਾਫ ਉਹਨਾਂ ਨੇ 5 ਗੋਲ ਕੀਤੇ, ਜਿਹਦਾ ਕਿ ਰਿਕਾਰਡ ਅੱਜ ਤੱਕ ਬਰਕਰਾਰ ਆ। ਕੋਈ ਹੋਰ ਖਿਡਾਰੀ ਆ ਜਿਹੜਾ ਉਸ ਰਿਕਾਰਡ ਨੂੰ ਨਹੀਂ ਤੋੜ ਸਕਿਆ। 2012 ਦੇ ਵਿੱਚ ਵੀ ਉਹਨਾਂ ਦੀ ਰਹਿਨੁਮਾਈ ਦੇ ਵਿੱਚ ਹਾਕੀ ਦੀ ਟੀਮ ਆ ਜਿਹੜੀ ਇੰਨੇ ਵਰ੍ਹਿਆਂ ਬਾਅਦ ਇੰਨਾ ਵਧੀਆ ਪ੍ਰਦਰਸ਼ਨ ਕਰਦੀ ਆ। ਤਾਂ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦੀ ਇਸ ਪ੍ਰਾਪਤੀ ਨੂੰ ਇਸ ਤਰ੍ਹਾਂ ਅਣਗੌਲਿਆਂ ਕਰਨ ਦੇ ਵਿੱਚ ਕੀ ਇਹੋ ਜਿਹੀ ਗੁੱਝੀ ਗੱਲ ਹੈ ਕਿ ਉਹਨਾਂ ਨੂੰ ਮਰਨ ਉਪਰੰਤ ਵੀ ਅਜੇ ਤੱਕ ਇਸ ਖੇਡ ਰਤਨ ਲਈ ਨਾਮਜ਼ਦ ਨਹੀਂ ਕੀਤਾ ਗਿਆ? ਬੀਬਾ ਜੀ, ਮੈਂ ਉਹਨਾਂ ਦੀ ਜੀਵਨੀ ਲਿਖੀ ਆ, ਉਹਦਾ ਨਾਮ ਰੱਖਿਆ ਗੋਲਡਨ ਗੋਲ, 250 ਸਫ਼ੇ ਦੀ ਕਿਤਾਬ ਹੈ। ਅਤੇ ਉਹਦੇ 'ਚੋਂ ਓਲੰਪਿਕ ਰਤਨ ਤਾਂ ਮੈਂ ਵਾਰ-ਵਾਰ ਜ਼ਿਕਰ ਕਰਦਾ ਹੈਗਾ। 2012 ਦੀਆਂ ਲੰਡਨ ਦੀਆਂ ਓਲੰਪਿਕ ਖੇਡਾਂ ਦੇ ਵਿੱਚ ਇੰਟਰਨੈਸ਼ਨਲ ਓਲੰਪਿਕ ਕਮੇਟੀ ਨੇ ਸਾਰੀ ਓਲੰਪਿਕ ਜਰਨੀ 'ਚ 1896 ਤੋਂ 2012 ਤੱਕ 16 ਆਈਕੋਨਿਕ ਓਲੰਪੀਅਨ ਚੁਣੇ ਸੀਗੇ, ਜਿਹਦੇ ਵਿੱਚੋਂ ਏਸ਼ੀਆ ਦੇ ਸਿਰਫ 2 ਜਣੇ ਸੀਗੇ। ਇੱਕ ਚੀਨ ਦਾ ਸੀਗਾ, ਦੂਜਾ
ਇੰਡੀਆ ਦਾ, ਪੰਜਾਬ ਦਾ, ਜ਼ਿਲ੍ਹਾ ਜਲੰਧਰ ਦਾ ਮੋਗੇ ਵਾਲਾ ਬਲਬੀਰ, ਕਿਉਂਕਿ ਉਹਦਾ ਜਨਮ ਪਹਿਲਾਂ ਇੱਥੇ ਜ਼ਿਲ੍ਹਾ ਜਲੰਧਰ ਦੇ ਵਿੱਚ ਹੋਇਆ, ਬਾਅਦ ਦੇ ਵਿੱਚ ਉਹ ਮੋਗੇ ਸੈਟਲ ਹੋ ਗਏ ਸੀਗੇ। ਤੋ ਉਹਨਾਂ ਦੀ ਜਿਹੜੀ ਹਾਕੀ ਦਾ ਮਿਆਰ ਸੀਗਾ ਉਸ ਸਮੇਂ 'ਚ 1948, 52, 56 ਤਿੰਨ ਓਲੰਪਿਕਸ ਦੇ ਵਿੱਚ ਉਹਨਾਂ ਨੇ 골ਡ ਮੈਡਲ ਹਾਸਲ ਕੀਤੇ। ਤੀਜੀ ਵਾਰ ਤਾਂ ਉਹ ਇੰਡੀਆ ਦੀ ਟੀਮ ਦੇ ਕੈਪਟਨ ਵੀ ਸੀਗੇ ਔਰ 1948 'ਚ ਵੀ ਅਤੇ 1952 'ਚ ਵੀ ਉਹਨਾਂ ਨੇ ਸਭ ਤੋਂ ਵੱਧ ਗੋਲ ਕੀਤੇ। 52 ਦੇ ਵਿੱਚ ਤਾਂ ਹੈਲਸਿੰਕੀ ਓਲੰਪਿਕਸ ਦੇ ਵਿੱਚ ਤਾਂ ਫਾਈਨਲ ਮੈਚ ਹਾਲੈਂਡ ਦੀ ਟੀਮ ਦੇ ਖਿਲਾਫ ਇੰਡੀਆ 6 ਗੋਲ 'ਤੇ ਜਿੱਤੀ ਅਤੇ 5 ਗੋਲ ਉਹਦੇ 'ਚ ਇਕੱਲੇ ਬਲਬੀਰ ਸਿੰਘ ਦੇ ਸੀਗੇ। ਬਲਬੀਰ ਸਿੰਘ ਦਾ ਉਹ ਰਿਕਾਰਡ ਅਜੇ ਤੱਕ ਕਾਇਮ ਆ। ਅਤੇ ਮੈਂ ਥਾਂ ਥਾਂ ਇਹ ਜ਼ਿਕਰ ਕਰਦਾ ਆਪਣੀ ਕਿਤਾਬ ਦੇ ਵਿੱਚ ਵੀ, ਬੋਲ ਕੇ ਵੀ, ਅਖਬਾਰਾਂ ਦੇ ਰਾਹੀਂ ਵੀ, ਲੇਖਾਂ ਵਿੱਚ ਦੀ, ਕਿ ਉਹ ਜੇਕਰ ਇੰਡੀਆ ਦਾ ਕੋਈ ਖਿਡਾਰੀ ਜਿਹਨੂੰ ਆਈਕੋਨਿਕ ਓਲੰਪੀਅਨ ਮੰਨਿਆ ਗਿਆ ਹੈਗਾ, ਦੁਨੀਆ ਦੀ ਸੁਪਰੀਮ ਜਿਹੜੀ ਸਪੋਰਟਸ ਬਾਡੀ ਹੈ ਇੰਟਰਨੈਸ਼ਨਲ ਓਲੰਪਿਕ ਕਮੇਟੀ, ਕੋਈ ਇੱਕ ਨੰਬਰ ਖਿਡਾਰੀ ਮੰਨਦੀ ਹੈ ਵਰਲਡ ਦਾ ਹਾਕੀ ਦਾ, ਅਤੇ ਉਸ ਨੂੰ ਵੱਡੇ ਤੋਂ ਵੱਡਾ ਇਨਾਮ ਦੇਣਾ ਚਾਹੀਦਾ। ਵੱਡੇ ਤੋਂ ਵੱਡਾ ਇਨਾਮ ਸਾਡੇ ਕੋਲ ਭਾਰਤ ਰਤਨ ਆ, ਜਿਹੜਾ ਕਿ ਆਲਰੇਡੀ ਇੱਕ ਸਪੋਰਟਸਮੈਨ ਨੂੰ ਮਿਲ ਚੁੱਕਿਆ, ਉਹ ਸਚਿਨ ਤੇਂਦੁਲਕਰ ਨੂੰ। ਉਸ ਨੂੰ ਅਵਾਰਡ ਮਿਲਣ 'ਚ ਇਹ ਹੈ ਕਿ ਉਹ ਕ੍ਰਿਕਟ ਖੇਡਦਾ। ਕ੍ਰਿਕਟ ਓਲੰਪਿਕ ਖੇਡ ਨਹੀਂ ਹੈਗੀ। ਕ੍ਰਿਕਟ ਜਿਹੜੀ ਹੈਗੀ ਆ ਉਹ ਪੈਸੇ ਦੀ ਖੇਡ ਆ। ਹਾਕੀ ਦੇ ਰਾਹੀਂ ਇੰਡੀਆ ਦਾ ਨਾਂ ਜਿਹੜਾ ਹੈਗਾ ਉਹ ਵੱਡੀ ਪੱਧਰ 'ਤੇ ਗਿਆ ਦੁਨੀਆ 'ਚ। 8 골ਡ ਮੈਡਲ ਜਿੱਤੇ ਨੇ ਓਲੰਪਿਕਸ ਦੇ ਵਿੱਚੋਂ ਹਾਕੀ ਦੇ ਰਾਹੀਂ ਇੰਡੀਆ ਨੇ। ਕੋਈ ਹੋਰ ਮੁਲਕ ਨਹੀਂ ਜਿੱਤ ਸਕਿਆ 8 골ਡ ਮੈਡਲ। ਔਰ ਬਲਬੀਰ ਸਿੰਘ ਦਾ ਉਹਦੇ ਸਭ ਤੋਂ ਵੱਡਾ ਯੋਗਦਾਨ ਹੈ। ਧਿਆਨ ਚੰਦ ਹੋਰਾਂ ਨੇ ਪਾਰਟੀਸ਼ਨ ਤੋਂ ਪਹਿਲਾਂ ਬ੍ਰਿਟਿਸ਼ ਇੰਡੀਆ ਲਈ 3 골ਡ ਮੈਡਲ ਜਿੱਤੇ ਸੀਗੇ। ਇਹਨਾਂ ਨੇ ਆਜ਼ਾਦ ਇੰਡੀਆ ਵਾਸਤੇ 3 골ਡ ਮੈਡਲ ਜਿੱਤੇ। 1962 ਦੇ ਵਿੱਚ ਇੰਡੋ ਚਾਈਨਾ ਲੜਾਈ ਦੇ ਵੇਲੇ ਆਪਣੇ 3 골ਡ ਮੈਡਲ ਪ੍ਰਾਈਮ ਮਿਨਿਸਟਰ ਫੰਡ ਦੇ ਵਿੱਚ ਵੀ ਦੇ ਦਿੱਤੇ ਸੀਗੇ। ਪ੍ਰਤਾਪ ਸਿੰਘ ਕੈਰੋਂ ਨੇ ਸੰਭਾਲ ਲਏ ਮੈਡਲ, ਵਾਪਸ ਮੋੜ ਦਿੱਤੇ ਸੀਗੇ। ਫਿਰ ਇਹਨਾਂ ਨੇ ਆਪਣੀਆਂ ਸਾਰੀਆਂ ਨਿਸ਼ਾਨੀਆਂ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਮਿਊਜ਼ੀਅਮ ਨੂੰ ਦਿੱਤੀਆਂ। ਉਹ ਪਟਿਆਲੇ ਵੀ ਰੱਖੀਆਂ ਰਹੀਆਂ, ਪਰ ਹੁਣ ਉਹ ਪਤਾ ਨਹੀਂ ਕਿੱਥੇ ਆ, ਉਹ ਲੱਭੀਆਂ ਨਹੀਂ। ਪਰਿਵਾਰ ਟੱਕਰਾ ਮਾਰਦਾ ਫਿਰਦਾ ਵੀ ਸਾਨੂੰ ਉਹ ਨਿਸ਼ਾਨੀਆਂ ਤਾਂ ਦੇ ਦਿਓ। ਜੋ ਉਹਨਾਂ ਦਾ ਉਹ ਕੋਟ ਹੈਗਾ 1956 ਵਾਲਾ ਕੈਪਟਨ ਵਾਲਾ, ਉਹ ਵੀ ਦਿੱਤਾ ਸੀਗਾ, ਮੈਡਲ ਦਿੱਤੇ, ਨਾਯਾਬ ਤਸਵੀਰਾਂ ਦਿੱਤੀਆਂ, ਉਹ ਨਹੀਂ ਲੱਭੀਆਂ। ਅਤੇ 2 ਸਰਕਾਰਾਂ ਨੇ ਸਿਫਾਰਿਸ਼ ਕੀਤੀ। ਬਾਦਲ ਜਿਸ ਵੇਲੇ ਮੁੱਖ ਮੰਤਰੀ ਸੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਉਹਨਾਂ ਨੇ ਵੀ ਸਿਫਾਰਿਸ਼ ਕੀਤੀ ਕਿ ਬਲਬੀਰ ਸਿੰਘ ਨੂੰ ਭਾਰਤ ਰਤਨ ਦਿੱਤਾ ਜਾਵੇ। ਉਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਿਫਾਰਿਸ਼ ਕੀਤੀ ਭਾਰਤ ਰਤਨ ਦਿੱਤਾ ਜਾਵੇ। ਪਰ ਕੇਂਦਰ ਸਰਕਾਰ ਜਿਵੇਂ ਕਿ ਉਹ ਕਾਣੀ ਅੱਖ ਦੇ ਨਾਲ ਪੰਜਾਬ ਨੂੰ ਬੜੀ ਦੇਰ ਤੋਂ ਵੇਖਦੀ ਆ ਰਹੀ ਆ, ਵਰਤਦੀ ਆ ਰਹੀ ਆ, ਉਹੀ ਕਾਣੀ ਅੱਖ ਖਿਡਾਰੀਆਂ ਦੇ ਸੰਬੰਧ 'ਚ ਹੈ ਕਿ ਜੇਕਰ ਭਾਰਤ ਰਤਨ ਸਚਿਨ ਨੂੰ ਦਿੱਤਾ ਜਾ ਸਕਦਾ, ਇੱਕ ਕਮਰਸ਼ੀਅਲ ਖੇਡ ਦਾ ਜਿਹੜਾ ਖਿਡਾਰੀ ਹੈ, ਠੀਕ ਆ, ਬਹੁਤ ਅੱਛਾ ਖਿਡਾਰੀ ਆ, ਬਹੁਤ ਰਨ ਬਣਾਏ ਨੇ, ਬੜੇ ਰਿਕਾਰਡ ਰੱਖੇ ਨੇ ਉਸਨੇ, ਪਰ ਰਿਕਾਰਡ ਦੇ ਹਾਕੀ ਖੇਡ ਦਾ ਬਲਬੀਰ ਸਿੰਘ ਨੇ ਵੀ ਰੱਖਿਆ। ਇੱਕ ਵਾਰੀ ਇੰਡੀਆ ਦੇ ਵਾਸਤੇ ਵਰਲਡ ਹਾਕੀ ਕੱਪ ਵੀ ਜਿੱਤਿਆ। ਔਰ ਕੁਰਬਾਨੀ ਇੰਨੀ ਆ ਕਿ ਉਹਨਾਂ ਦਿਨਾਂ 'ਚ ਉਹਨਾਂ ਦੀ ਪਤਨੀ ਨੂੰ ਬ੍ਰੇਨ ਹੈਮਰੇਜ ਹੋ ਗਿਆ। ਉਹਨਾਂ ਨੇ ਉਹਦੀ ਛੁੱਟੀਆਂ ਨਹੀਂ ਲਈਆਂ। PGI ਜਾਂਦੇ ਇੱਕ ਵੇਲੇ, ਦੂਜੇ ਵੇਲੇ ਉਹ ਪੰਜਾਬ ਯੂਨੀਵਰਸਿਟੀ ਦੇ ਹਾਕੀ ਗਰਾਊਂਡ ਦੇ ਵਿੱਚ ਇੱਥੇ ਉਹ ਟੀਮ ਨੂੰ ਟ੍ਰੇਨਿੰਗ ਦੇ ਰਹੇ ਸੀਗੇ, ਜਿਹੜੀ ਵਰਲਡ ਕੱਪ ਦੇ ਵਾਸਤੇ ਜਾਣੀ ਸੀਗੀ। ਵਰਲਡ ਕੱਪ ਜਿੱਤਿਆ ਇੱਕੋ ਵਾਰੀ, ਉਹ ਵੀ ਬਲਬੀਰ ਸਿੰਘ ਦੀ ਤਿਆਰ ਕੀਤੀ ਟੀਮ ਨੇ। 7 골ਡ ਮੈਡਲ ਬਲਬੀਰ ਸਿੰਘ ਦੀਆਂ ਤਿਆਰ ਕੀਤੀਆਂ ਟੀਮਾਂ ਨੇ ਇੰਡੀਆ ਲਈ ਜਿੱਤ ਕੇ ਦਿੱਤੇ। 4 ਆਪ ਜਿੱਤੇ ਹੋਏ ਆ। 2 ਕਿਤਾਬਾਂ ਲਿਖੀਆਂ, ਇੱਕ ਉਹਨਾਂ ਨੇ ਸਵੈ ਜੀਵਨੀ ਗੋਲਡਨ ਹੈਟ੍ਰਿਕ, ਇੱਕ ਕੋਚਿੰਗ ਦੀ ਗੋਲਡਨ ਯਾਰਡ ਸਟਿਕ। ਇੰਨੀਆਂ ਪ੍ਰਾਪਤੀਆਂ ਕਰਨ ਵਾਲਾ ਡਾਇਰੈਕਟਰ ਸਪੋਰਟਸ, ਔਰ ਉਹ ਬੰਦਾ ਜਿਹਨੇ ਲਾਸ ਏਂਜਲਸ ਦੀਆਂ ਗੇਮਸ ਦੇ ਵਿੱਚ 1984 'ਚ ਜਦੋਂ ਕਿਸੇ ਨੌਜਵਾਨ ਨੇ ਤਿਰੰਗਾ ਝੰਡਾ ਕਿਸੇ ਤੋਂ ਫੜ ਕੇ ਅਤੇ ਪੈਰਾਂ ਹੇਠ ਮਿੱਧਿਆ, ਤਾਂ ਹੋਰ ਕੋਈ ਨਹੀਂ ਗਿਆ, ਬਲਬੀਰ ਸਿੰਘ ਨੇ ਜਾ ਕੇ ਕਿਹਾ ਨਹੀਂ, ਝੰਡੇ ਦੀ ਇਸ ਤਰ੍ਹਾਂ ਨਹੀਂ ਮੈਂ ਹੁਰਮਤੀ ਹੋਣ ਦੇਣੀ। ਉਹ ਸਿੱਖ ਨੌਜਵਾਨ ਦੇ ਪੈਰਾਂ ਹੇਠੋਂ ਕੱਢਿਆ ਔਰ ਉਹ ਝੰਡੇ ਦੀ ਜਿਹੜੀ ਆਣ ਸੀ ਉਹ ਬਚਾਈ। ਉਹਦੇ ਲਈ ਉਹਨੂੰ ਅਵਾਰਡ ਤਾਂ ਕੀ ਮਿਲਣਾ ਸੀਗਾ। ਜਦੋਂ ਉਹ ਦਿੱਲੀ ਆ ਕੇ ਉਤਰਦਾ 1984 ਦੇ ਵਿੱਚ, ਤਾਂ ਡਰ ਸੀ ਕੋਈ ਉਹਨੂੰ ਮਾਰ ਨਾ ਦੇਵੇ। ਫਿਰ ਉਸ ਨੂੰ ਉੱਥੋਂ ਪਰਦੇ ਤਾਣ ਕੇ, ਪੱਗ ਢੱਕ ਕੇ ਏਅਰਪੋਰਟ ਤੋਂ ਘਰ ਤੱਕ ਲਿਆਂਦਾ ਗਿਆ ਔਰ ਪਾਕਿਸਤਾਨ ਦੇ ਵਿੱਚ ਗਿਆ। ਰੈਸਟ ਆਫ ਵਰਲਡ ਦੀ ਟੀਮ ਦਾ ਮੈਨੇਜਰ ਬਣ ਕੇ, ਇੱਕ ਪਾਸੇ ਪਾਕਿਸਤਾਨ ਦੀ ਓਲੰਪਿਕ ਜੇਤੂ ਟੀਮ ਅਤੇ
ਉੱਥੋਂ ਦੇ ਸਦਰ ਨੇ ਜ਼ਾਉਲ ਹੱਕ ਨੇ ਕਿਹਾ ਕਿ ਬਲਬੀਰ ਸਿੰਘ ਤੁਸੀਂ ਮੇਰੇ ਕੋਲੇ ਆ ਕੇ ਬੈਠੋ। ਉਹਨਾਂ ਦੇ ਕੈਬਨ ਦੇ ਵਿੱਚ ਗਏ ਤਾਂ ਉਹ ਕਹਿੰਦੇ ਵੀ ਬਲਬੀਰ ਸਿੰਘ ਆਪਾਂ ਤਾਂ ਪਿੱਛੋਂ ਦੋਵੇਂ ਜਲੰਧਰ ਦੇ ਆ, ਆਪਾਂ ਤਾਂ ਗਰਾਈ ਆ, ਪੰਜਾਬੀ 'ਚ ਗੱਲਾਂ ਕੀਤੀਆਂ। ਹਾਫ ਟਾਈਮ ਵੇਲੇ ਸੱਦਿਆ, ਜਿਸ ਵੇਲੇ ਮੈਨੇਜਰ ਆਓ, ਕਿਉਂਕਿ ਰੈਸਟ ਆਫ ਵਰਲਡ ਦੀ ਟੀਮ ਦੇ ਮੈਨੇਜਰ ਸੀ, ਉਹਨਾਂ ਦਾ ਜਿਹੜਾ ਪਾਕਿਸਤਾਨ ਦਾ ਆਪਦਾ ਮੈਨੇਜਰ, ਉਹਨਾਂ ਨੇ ਆਪਣੀ ਟੀਮ ਨੂੰ ਕੁਝ ਟਿਪਸ ਦੇਣੇ ਸੀਗੇ। ਜਿਸ ਵੇਲੇ ਬਲਬੀਰ ਸਿੰਘ ਮੈਦਾਨ 'ਚ ਗਿਆ ਤਾਂ ਸਟੈਂਡਾਂ ਤੋਂ ਬੜੇ ਨਾਅਰੇ ਲੱਗੇ, ਬਲਬੀਰ ਸਿੰਘ ਜ਼ਿੰਦਾਬਾਦ। ਅਤੇ ਬਲਬੀਰ ਸਿੰਘ ਨੇ ਉਹਨਾਂ ਦਾ ਅਭਿਨੰਦਨ ਕੀਤਾ ਹੱਥ ਲਾ ਕੇ ਵੀ ਬਹੁਤ ਧੰਨਵਾਦ ਤੁਹਾਡਾ। ਪਰ ਫਿਰ ਜਿਸ ਵੇਲੇ ਬਾਹਰ ਆਉਣ ਲੱਗਿਆ ਤਾਂ ਉਹਨਾਂ ਨੇ ਨਾਅਰੇ ਲਾਉਣੇ ਸ਼ੁਰੂ ਕਰਤੇ, ਇੰਡੀਆ ਮੁਰਦਾਬਾਦ। ਅਤੇ ਰੋਕਿਆ ਉਹਨਾਂ ਨੇ ਹੱਥ ਮਾਰ ਕੇ ਵੀ ਤੁਸੀਂ ਇਹ ਨਾਅਰੇ ਨਾ ਲਾਓ। ਐਡਾ ਨੈਸ਼ਨਲਿਸਟ ਬੰਦਾ, ਇਹੋ ਜਿਹੇ ਜਵਾਬ ਦੇਣ ਵਾਲਾ, ਉਹਨੂੰ ਇੰਡੀਆ ਦੀ ਨੈਸ਼ਨਲ ਸਰਕਾਰ ਨੇ ਅਜੇ ਤੱਕ ਵੀ ਭਾਰਤ ਰਤਨ ਨਹੀਂ ਦਿੱਤਾ। ਮੈਂ ਤਾਂ ਕਈ ਵਾਰੀ ਹੈਰਾਨ ਹੁੰਦਾ, ਉਹਨਾਂ ਦੇ ਪਰਿਵਾਰ ਦੇ ਮੈਂਬਰ ਹੈਰਾਨ ਹੁੰਦੇ ਨੇ, ਸਾਡੇ ਲੋਕ ਪੰਜਾਬ ਦੇ ਹੈਰਾਨ ਹੁੰਦੇ ਨੇ ਵੀ ਦੱਸੋ ਕਿਹੜੀ ਗੱਲ ਦੀ ਕਮੀ ਆ। ਇੰਨੇ ਗੋਲਡ ਮੈਡਲ ਜਿੱਤਨੇ, ਇੰਨਾ ਸਾਰੀ ਉਮਰ ਸਾਰਾ ਜਿਹੜਾ ਖੇਡ ਕੈਰੀਅਰ ਆ, ਇੱਕ ਵਾਰ ਵੀ ਉਹਨਾਂ ਨੂੰ ਕੋਈ ਯੈਲੋ ਕਾਰਡ ਜਾਂ ਰੈੱਡ ਕਾਰਡ ਨਹੀਂ ਮਿਲਿਆ। ਜੈਂਟਲਮੈਨ ਖਿਡਾਰੀ ਦੇ ਤੌਰ 'ਤੇ ਉਹ ਖੇਡੇ ਆ। ਜੇ ਵਿਰੋਧੀ ਦੀ ਹਾਕੀ ਡਿੱਗ ਪਈ, ਉਹਨੂੰ ਕਹਿਣਾ ਉਹ ਹਾਕੀ ਚੱਕ ਪਹਿਲਾਂ, ਔਰ ਆਪਦੀ ਹਾਕੀ ਉਹਨਾਂ ਦੀ ਸਾਰੀ ਉਮਰ ਨਹੀਂ ਉਹਨਾਂ ਦੇ ਹੱਥੋਂ ਛੁੱਟੀ। ਅਖੀਰ ਤੱਕ ਉਸ ਹਾਕੀ ਨੂੰ ਉਹਨਾਂ ਨੇ ਆਪਣੇ ਨਾਲ ਰੱਖਿਆ। ਮੈਂ ਤਾਂ ਉਹਨਾਂ ਦੀ ਕਿਤਾਬ ਲਿਖਿਆ, ਬਹੁਤ ਵਾਰੀ ਗਿਆ ਉਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ, ਅਤੇ ਉਹ ਰਾਤ ਨੂੰ ਹਾਕੀ ਉਹਨਾਂ ਦੇ ਮੰਜੇ 'ਤੇ ਹੁੰਦੀ ਸੀ, ਬੈੱਡ 'ਤੇ ਹੁੰਦੀ ਸੀ, ਔਰ ਕਹਿੰਦੇ ਸੀ ਕਿ ਹਾਕੀ ਨੂੰ ਮੇਰੇ ਨਾਲ ਹੀ ਤੋਰਿਓ। ਜਿਸ ਵੇਲੇ ਸੰਸਕਾਰ ਹੋਇਆ ਤਾਂ ਹਾਕੀ ਵੀ ਉਹਦੇ ਨਾਲ ਹੀ ਗਈ ਆ। ਤੋ ਇਸ ਤਰ੍ਹਾਂ ਦੇ ਸਾਡੇ ਖਿਡਾਰੀ ਨੇ, ਇੰਨੀਆਂ ਕੁਰਬਾਨੀਆਂ ਕਰਨ ਵਾਲੇ, ਆਪਣੇ ਗੋਲਡ ਮੈਡਲ ਪ੍ਰਾਈਮ ਮਿਨਿਸਟਰ ਫੰਡ ਨੂੰ ਦੇਣ ਵਾਲੇ, ਔਰ ਉਹਨਾਂ ਨੂੰ ਰਿਕਗਨਾਈਜ਼ ਨਹੀਂ ਕਰ ਰਹੇ, ਔਰ ਖਤਰਾ ਮੁੱਲ ਲੈਣ ਵਾਲੇ। ਉਹਨਾਂ ਦੀ ਜਾਨ ਖਤਰੇ 'ਚ ਪਈ ਰਹੀ ਕਿ ਇੱਕ ਸਿੱਖ ਨੌਜਵਾਨ, ਚਲੋ ਉਹਦੀ ਜਥੇਬੰਦੀ ਸੀ, ਉਹਦੇ ਆਖੇ ਲਾ ਕੇ ਉਹਨੇ ਇੰਡੀਆ ਦਾ ਜਿਹੜਾ ਫਲੈਗ ਸੀਗਾ ਉਹਦੀ ਬੇਇੱਜ਼ਤੀ ਕਰਨੀ ਸੀ। ਉਹਨੇ ਬੇਇੱਜ਼ਤੀ ਕੀਤੀ, ਪਰ ਇਹ ਨਹੀਂ ਸਹਿਣ ਕਰ ਸਕੇ। ਅਤੇ ਉੱਥੇ ਉਹਨਾਂ ਨੇ ਕਿਹਾ ਵੀ ਇਹ ਤਿਰੰਗਾ ਤਾਂ ਵੀ ਮੈਂ ਜਦੋਂ ਜਿੱਤਦਾ ਸੀਗਾ ਅਤੇ ਝੂਲਦਾ ਹੁੰਦਾ ਸੀਗਾ, ਅਤੇ ਤਿਰੰਗੇ ਵਾਲਿਆਂ ਨੇ ਜਿਹੜਾ ਮੁੱਲ ਪਾਇਆ ਉਹ ਸਾਡੇ ਸਾਹਮਣੇ ਹੈ। ਬਿਲਕੁਲ, ਇਹ ਗੱਲਾਂ ਸੀ ਤੁਹਾਡੀਆਂ ਖੇਡਾਂ ਨਾਲ ਜੁੜੀਆਂ ਹੋਈਆਂ ਜਾਂ ਖਿਡਾਰੀਆਂ ਨਾਲ ਜੁੜੀਆਂ ਹੋਈਆਂ। ਹੁਣ ਆਪਾਂ ਤੁਹਾਡੀ ਜ਼ਿੰਦਗੀ ਵੱਲ ਆਉਂਦੇ ਹਾਂ, ਤੁਹਾਡੇ ਲਿਖਤਾਂ ਵੱਲ, ਤੁਹਾਡੇ ਸਾਹਿਤ ਵੱਲ ਆਉਂਦੇ ਹਾਂ। ਜਦੋਂ ਤੁਸੀਂ ਲਿਖਣਾ ਸ਼ੁਰੂ ਕੀਤਾ ਉਸ ਵੇਲੇ ਕਹਾਣੀਆਂ, ਹਾਸ ਰਸ, ਵਿਅੰਗ ਜਾਂ ਇਹਨਾਂ ਚੀਜ਼ਾਂ ਦਾ, ਨਾਵਲਾਂ ਦਾ ਦੌਰ ਸੀ, ਹੈ ਨਾ। ਮੈਨੂੰ ਲੱਗਦਾ ਤੁਹਾਡੀ ਪਹਿਲ ਕਦਮੀ ਆ ਕਿ ਖੇਡਾਂ ਅਤੇ ਖਿਡਾਰੀਆਂ 'ਤੇ ਲਿਖਣਾ। ਇਹ ਨਿਸ਼ਚਾ ਕਿਵੇਂ ਬਣਾਇਆ ਕਿ ਇੱਕ ਵਿਖੜੇ ਪੈਂਡੇ 'ਤੇ ਚੱਲਣਾ ਹੈ ਅਤੇ ਖੇਡਾਂ ਅਤੇ ਖਿਡਾਰੀਆਂ ਉੱਪਰ ਇੰਨਾ ਜ਼ਿਆਦਾ ਕੰਮ ਕਰ ਦਿੱਤਾ? ਮੈਂ ਜਦੋਂ ਦਿੱਲੀ ਖਾਲਸਾ ਕਾਲਜ ਦਾ ਸਟੂਡੈਂਟ ਬਣਿਆ 1962 ਦੇ ਵਿੱਚ, ਪਹਿਲਾਂ ਤਾਂ ਮੈਂ 3 ਪੈਂਫਲੇਟ ਲਿਖੇ ਗੁਰਪੁਰਬਾਂ 'ਤੇ ਉਹ ਪੜ੍ਹੇ ਜਾਣ ਵਾਸਤੇ। ਤੋਂ ਪਹਿਲਾਂ ਤਾਂ ਫਿਰ ਮੈਂ ਕਹਾਣੀਆਂ ਲਿਖਣੀਆਂ ਸ਼ੁਰੂ ਕੀਤੀਆਂ। ਮੇਰੀਆਂ ਕਹਾਣੀਆਂ ਸਲਾਹੀਆਂ ਵੀ ਗਈਆਂ, ਛਪੀਆਂ ਵੀ RC ਵਰਗੇ ਸਾਹਿਤਕ ਮੈਗਜ਼ੀਨ ਦੇ ਵਿੱਚ। ਫਿਰ ਉਸ ਤੋਂ ਬਾਅਦ ਜਦ ਮੈਂ ਦੇਖਿਆ ਕਿ ਵੀ ਬਲਵੰਤ ਗਾਰਗੀ ਲੇਖਕਾਂ ਦੇ ਰੇਖਾ ਚਿੱਤਰ ਲਿਖ ਰਹੇ ਆ, ਕਿਉਂਕਿ ਮੈਂ ਖੁਦ ਖਿਡਾਰੀ ਰਿਹਾ ਸੀ, ਅਤੇ ਸਾਡਾ ਕੈਂਪ ਲੱਗਿਆ 1962 'ਚ ਨੈਸ਼ਨਲ ਸਟੇਡੀਅਮ 'ਚ। ਅਸੀਂ ਨਾ ਇੰਡੀਆ ਦੇ ਐਥਲੀਟਾਂ ਦਾ ਕੈਂਪ ਲੱਗਿਆ, ਅਤੇ ਅਸੀਂ ਉੱਥੇ ਦਿੱਲੀ ਯੂਨੀਵਰਸਿਟੀ ਦੇ ਐਥਲੀਟ ਪ੍ਰੈਕਟਿਸ ਕਰਨ ਜਾਂਦੇ ਸੀ। ਉੱਥੇ ਮੈਨੂੰ ਮਿਲਖਾ ਸਿੰਘ ਨੂੰ, ਮੱਖਣ ਸਿੰਘ ਨੂੰ, ਗੁਰਬਚਨ ਸਿੰਘ ਰੰਧਾਵਾ ਨੂੰ, ਪ੍ਰਦੁਮਨ ਸਿੰਘ ਨੂੰ, ਬਲਕਾਰ ਸਿੰਘ ਵਗੈਰਾ, ਜਿੰਨੇ ਏਸ਼ੀਆ ਦੇ ਜੇਤੂ ਸੀਗੇ, ਇਹਨਾਂ ਨੂੰ ਮਿਲਣ ਦਾ ਮੌਕਾ ਮਿਲਿਆ। ਗੱਲਾਂ ਹੋਈਆਂ ਉਹਨਾਂ ਨਾਲ, ਉਹਨਾਂ ਦੇ ਨਾਲ ਹੱਸਣ ਦਾ, ਉਹਨਾਂ ਦੇ ਨਾਲ ਤੁਰਨ ਦਾ, ਫਿਰਨ ਦਾ, ਖਾਣ ਦਾ, ਬਹਿਣ ਦਾ। ਉਹ ਮੈਂ ਦੇਖਿਆ ਵੀ ਗਾਰਗੀ ਉਹਨਾਂ ਦੇ ਲਿਖ ਰਹੇ ਨੇ, ਅਤੇ ਜੇ ਮੈਂ ਇਹਨਾਂ ਖਿਡਾਰੀਆਂ ਦਾ ਲਿਖਾਂ ਤਾਂ ਇਹ ਤਾਂ ਸਾਰੇ ਏਸ਼ੀਆ 'ਚੋਂ 1 ਨੰਬਰ ਆ, ਕੋਈ ਓਲੰਪਿਕ ਦੇ ਵਿੱਚ 1 ਨੰਬਰ ਆ। ਫਿਰ ਮੈਂ ਇੱਕ ਕਿਤਾਬ ਪੜ੍ਹੀ ਕਨਾਟ ਪਲੇਸ ਦੇ ਵਿੱਚੋਂ, ਮੈਨੂੰ ਇੱਕ ਕਿਤਾਬ ਮਿਲੀ ਇੰਗਲਿਸ਼ ਦੀ, ਸਪੋਰਟਸਮੈਨ ਆਫ ਆਵਰ ਟਾਈਮਸ। ਉਹਦੇ 'ਚ ਬੜੇ ਵਰਲਡ ਲੈਵਲ ਦੇ ਜਿਹੜੇ ਖਿਡਾਰੀ ਸੀ ਉਹਨਾਂ ਬਾਰੇ ਇੰਗਲਿਸ਼ ਦੇ ਵਿੱਚ ਲਿਖਿਆ ਪੜ੍ਹਿਆ। ਫਿਰ ਮੈਂ ਕਿਹਾ ਮੈਂ ਪੰਜਾਬੀ 'ਚ ਲਿਖ ਕੇ ਦੇਖਿਆ ਇਹਨਾਂ ਬਾਰੇ। ਪਹਿਲਾ ਰੇਖਾ ਚਿੱਤਰ ਲਿਖਿਆ ਮੈਂ ਇਹਦਾ ਗੁਰਬਚਨ ਸਿੰਘ ਰੰਧਾਵਾ, ਜਿਹੜਾ 5th ਆਇਆ ਸੀ ਟੋਕੀਓ ਓਲੰਪਿਕਸ ਦੇ ਵਿੱਚੋਂ। ਉਹਦਾ ਨਾਂ ਰੱਖਿਆ ਮੁੜਕੇ ਦਾ ਮੋਤੀ, ਅਤੇ ਉਹ ਪਾਪਾ ਪ੍ਰੀਤਮ ਸਿੰਘ ਨੇ RC ਦੇ ਵਿੱਚ ਉਸ ਨੂੰ ਬੜੇ ਚਾਅ ਨਾਲ ਛਾਪਿਆ, ਅਤੇ ਮੈਨੂੰ ਕਹਿੰਦੇ ਇਹੋ ਜਿਹੇ ਹੋ ਲਿਖੋ। ਦੂਜਾ ਲਿਖਿਆ ਪ੍ਰਵੀਨ ਕੁਮਾਰ ਬਾਰੇ ਧਰਤੀ ਤੱਕ। ਤੀਜਾ ਲਿਖਿਆ ਸਰਦਾਰੇ ਬਾਰੇ ਅੱਗ ਦੀ ਨਾਲ। ਚੌਥਾ ਮਹਿੰਦਰ ਬਾਰੇ ਅਲਸੀ ਦਾ ਫੁੱਲ। ਫਿਰ ਜਰਨੈਲ ਬਾਰੇ ਲਿਖਿਆ ਕਲਹਿਰੀ ਮੋਰ। ਪ੍ਰਿਥੀਪਾਲ ਬਾਰੇ ਲਿਖਿਆ ਗੁਰੂ ਨਾਨਕ ਦਾ ਗਰਾਈ, ਉਹ ਨਨਕਾਣੇ ਦਾ ਜੰਪਲ ਸੀ। ਬਲਬੀਰ ਬਾਰੇ ਲਿਖਿਆ ਪੌਣ ਦਾ ਹਾਣੀ। ਇਹੋ ਜਿਹੇ ਲਗਾਤਾਰ 11-12 ਰੇਖਾ ਚਿੱਤਰ ਲਗਾਤਾਰ ਛਾਪੇ ਉਹਨਾਂ ਨੇ। ਔਰ ਇਹ ਲੰਬੀ ਕਹਾਣੀਆਂ, ਖੈਰ ਮੈਂ ਸੰਖੇਪ ਨਿਬੇੜਦਾ
ਕਿ ਫਿਰ ਮੈਂ ਖੇਡਾਂ ਤੇ ਖਿਡਾਰੀਆਂ ਬਾਰੇ ਲਿਖਣਾ ਸ਼ੁਰੂ ਕਰ ਲਿਆ। ਮੁੱਖ ਬੰਦ 'ਚ ਲਿਖਿਆ ਕਿ ਮੇਰੀ ਤਕੜਾ ਖਿਡਾਰੀ ਬਣਨ ਦੀ ਰੀਸ ਸੀ, ਉਹ ਤਾਂ ਪੂਰੀ ਨਹੀਂ ਹੋਈ। ਹੁਣ ਮੈਂ ਖੇਡਾਂ ਤੇ ਖਿਡਾਰੀਆਂ ਬਾਰੇ ਲਿਖ ਕੇ ਆਪਣੀ ਉਹ ਰੀਝ ਪੂਰੀ ਕਰ ਰਿਹਾ। ਅਤੇ ਫਿਰ ਜਿਹੜੀ ਗੱਲ ਤੁਸੀਂ ਪਹਿਲਾਂ ਕਹੀ ਕਿ ਡਾਕਟਰ ਹਰਭਜਨ ਸਿੰਘ ਹੋਰਾਂ ਨੇ ਮੈਨੂੰ ਕਿਹਾ, ਉਹਨਾਂ ਨੇ, ਮੈਂ ਕਾਲਜ ਦੇ ਮੈਗਜ਼ੀਨ ਦਾ ਐਡੀਟਰ ਸੀਗਾ, ਸਟੂਡੈਂਟ ਐਡੀਟਰ ਪਹਿਲਾਂ, ਅਤੇ ਜੋਗਿੰਦਰ ਸਿੰਘ ਸੋਢੀ ਜਿਹੜੀ ਗਾਇਕਾ ਸੁਰਿੰਦਰ ਕੌਰ, ਉਹਦੇ ਹਸਬੈਂਡ, ਉਹ ਮੇਰੇ ਟੀਚਰ ਸੀ। ਮੈਨੂੰ ਕਹਿੰਦੇ ਵੀ ਤੂੰ ਪੰਜਾਬੀ ਸੈਕਸ਼ਨ ਦਾ ਐਡੀਟਰ ਆ, ਡਾਕਟਰ ਹਰਭਜਨ ਸਿੰਘ ਤੋਂ ਕੋਈ ਕਵਿਤਾ ਲੈ ਮੈਗਜ਼ੀਨ ਵਾਸਤੇ ਪੰਜਾਬੀ ਦੀ। ਮੈਂ ਜਾ ਕੇ ਉਹਨਾਂ ਨੂੰ ਸਤਿ ਸ੍ਰੀ ਅਕਾਲ ਬੁਲਾਈ। ਮੈਂ, ਡਾਕਟਰ ਸਾਹਿਬ ਤੁਸੀਂ ਸਾਨੂੰ ਕੋਈ ਕਵਿਤਾ ਲਿਖ ਕੇ ਦਿਓ ਪੰਜਾਬੀ ਸੈਕਸ਼ਨ ਵਾਸਤੇ। ਕਹਿੰਦੇ ਤੂੰ ਕੌਣ ਆ? ਮੈਂ ਕਿਹਾ ਪੰਜਾਬੀ ਸੈਕਸ਼ਨ ਦਾ ਐਡੀਟਰ ਆ। ਕਹਿੰਦਾ ਤੇਰੀਆਂ ਗੱਲਾਂ ਤੋਂ ਤਾਂ ਐਂ ਲੱਗਦਾ ਵੀ ਜਿਵੇਂ ਤੂੰ ਪੰਜਾਬ ਤੋਂ ਆਇਆ ਹੋਏ। ਮੈਂ ਕਿਹਾ ਹਾਂਜੀ ਮੈਂ ਤਾਂ ਪੰਜਾਬ ਤੋਂ ਆਇਆ। ਕਹਿੰਦਾ ਲੱਗਦਾ ਵੀ ਮਾਲਵੇ ਤੋਂ। ਮੈਂ ਕਿਹਾ ਹਾਂਜੀ ਮੇਰਾ ਪਿੰਡ ਮਾਲਵੇ 'ਚ ਆ। ਕਹਿੰਦਾ ਲੱਗਦਾ ਵੀ ਤੂੰ ਜੱਟ ਜਾਈ ਆ। ਮੈਂ ਕਿਹਾ ਹਾਂਜੀ ਮੈਂ ਜੱਟ ਹਾਂ ਜੀ, ਸੰਧੂ ਜੱਟ ਆ। ਉਹਨਾਂ ਨੇ ਮੇਰਾ ਨਾਂ ਹੀ ਜੱਟਾ ਰੱਖ ਲਿਆ। ਉਹ ਜਦ ਉੱਥੇ ਕਾਲਜ ਦੀ, ਜੋ ਮੈਂ ਲੈਕਚਰਰ ਲੱਗ ਗਿਆ, ਉੱਥੇ ਐਥਲੈਟਿਕਸ ਮੀਟ ਹੋਈ, ਮੇਰੇ ਲੇਖ ਛਪਦੇ ਸੀ ਆਰਸੀ 'ਚ। ਮਾਈਕ ਤੋਂ ਮੈਂ ਕਮੈਂਟਰੀ ਕੀਤੀ ਉਹ ਐਥਲੈਟਿਕਸ ਮੀਟ ਦੀ। ਉਹ ਵੀ ਇੱਕ ਪਾਸੋਂ ਮਾਈਕ ਉਹਨਾਂ ਕੋਲ ਸੀ, ਇੱਕ ਪਾਸੋਂ ਮੇਰੇ। ਮੈਨੂੰ ਕਹਿੰਦੇ ਉਹ ਜੱਟਾ ਤੈਨੂੰ ਖੇਡਾਂ ਖਿਡਾਰੀਆਂ ਦੀ ਗੱਲ ਲਿਖ ਕੇ ਵੀ ਕਰਨੀ ਆਉਂਦੀ ਆ, ਬੋਲ ਕੇ ਵੀ ਕਰਨੀ ਆਉਂਦੀ ਆ, ਵੀ ਮੈਂ ਤੈਨੂੰ ਇੱਕ ਸਲਾਹ ਦਿੰਦਾ। ਮੈਂ ਕਿਹਾ ਦੱਸੋ ਡਾਕਟਰ ਸਾਹਿਬ। ਉਦੋਂ ਤਾਂ ਮੈਂ ਕਲੀਗ ਬਣ ਗਿਆ ਸੀ ਉਹਨਾਂ ਦਾ। ਕਹਿੰਦੇ ਵੀ ਜੇ ਤੂੰ ਆਹੀ ਕੁਛ, ਜਿਹੜਾ ਕੁਛ ਇੱਥੇ ਬੋਲ ਰਿਹਾ ਜਾਂ ਆਰਸੀ 'ਚ ਲਿਖ ਰਿਹਾ, ਇਹ ਕੁਛ ਤੂੰ ਹਿੰਦੀ ਦੇ ਵਿੱਚ ਜਾਂ ਅੰਗਰੇਜ਼ੀ 'ਚ ਕਰ ਲੈ ਨਾ, ਤਾਂ ਤੈਨੂੰ ਕਮੈਂਟੇਟਰ ਜਸਦੇਵ ਸਿੰਘ ਵਾਂਗ ਹਵਾਈ ਜਹਾਜ਼ਾਂ ਦੇ ਝੂਟੇ ਮਿਲਣਗੇ। ਕਦੇ ਓਲੰਪਿਕ ਖੇਡਾਂ ਕਵਰ ਕਰਨ ਜਾਏਗਾ, ਕਦੇ ਏਸ਼ੀਅਨ ਖੇਡਾਂ ਕਵਰ ਕਰਨ ਜਾਏਗਾ। ਮੈਂ ਕਿਹਾ ਡਾਕਟਰ ਸਾਹਿਬ ਤੁਹਾਡੀ ਜਿਹੜੀ ਸਲਾਹ ਤਾਂ ਬੜੀ ਨੇਕ ਆ, ਪਰ ਕਿਸੇ ਨਾ ਕਿਸੇ ਨੂੰ ਕਦੇ ਨਾ ਕਦੇ ਪੰਜਾਬੀ 'ਚ ਵੀ ਤਾਂ ਇਹ ਸਾਰਾ ਕੁਛ ਕਰਨਾ ਪਊ, ਲਿਖਣਾ ਪਊ, ਬੋਲਣਾ ਪਊ। ਕਹਿੰਦੇ ਗੱਲ ਤਾਂ ਤੇਰੀ ਵੀ ਠੀਕ ਆ, ਲਿਖਣਾ ਅਤੇ ਬੋਲਣਾ ਤਾਂ ਉਹ ਵੀ ਪਊ, ਪਰ ਉੱਧਰ ਜਿਹੜਾ ਹੈਗਾ ਨਾ ਕਦਰ ਕੀਮਤ ਬਹੁਤ ਜ਼ਿਆਦਾ। ਮੈਂ ਕਿਹਾ ਵੀ ਚਲੋ ਉੱਧਰਲੀ ਕਦਰ ਕੀਮਤ ਬਾਅਦ 'ਚ ਦੇਖਾਂਗੇ, ਪਹਿਲਾਂ ਪੰਜਾਬੀ 'ਚ ਤਾਂ ਪਵਾ ਲਈਏ। ਉਹ ਕਹਿੰਦੇ ਜੇ ਤੂੰ ਪੰਜਾਬੀ 'ਚ ਹੀ ਲਿਖਦਾ ਰਿਹਾ ਨਾ ਅਤੇ ਪੰਜਾਬੀ 'ਚ ਹੀ ਬੋਲਦਾ ਰਿਹਾ, ਤਾਂ ਹੁਣ ਤੂੰ ਸਾਈਕਲ 'ਤੇ ਚੜ੍ਹਦਾ, ਤੂੰ ਸਾਈਕਲ ਤੋਂ ਵੱਧ ਸਕੂਟਰ 'ਤੇ ਚੜ੍ਹਨ ਜੋਗਾ ਹੋ ਸਕਦਾ, ਇਸ ਤੋਂ ਗਾਹਾਂ ਕਾਰ ਤੱਕ ਤਾਂ ਨਹੀਂ ਤੂੰ ਪਹੁੰਚ ਸਕਦਾ। ਇਹੀ ਗੱਲ ਜਦੋਂ ਕਿਤੇ ਮੈਂ ਵਿਦੇਸ਼ਾਂ ਦੇ ਵਿੱਚ ਨਿਊਯਾਰਕ ਬੋਲਦਿਆਂ ਜਾਂ ਫਿਰਜ਼ਨੋ ਬੋਲਦਿਆਂ, ਸ਼ਿਕਾਗੋ ਬੋਲਦਿਆਂ, ਜਾਂ ਇੱਧਰ ਵੈਨਕੂਵਰ ਬੋਲਦਿਆਂ, ਟੋਰਾਂਟੋ ਬੋਲਦਿਆਂ, ਜਾਂ ਸਾਊਥ ਹਾਲ ਬੋਲਦਿਆਂ ਕਹਿੰਦਾ ਹੁੰਦਾ ਸੀਗਾ ਕਿ ਵੀ ਆਹ ਗੱਲ ਮੈਨੂੰ ਡਾਕਟਰ ਭਜਨ ਸਿੰਘ ਹੋਰਾਂ ਨੇ ਉਦੋਂ ਸਲਾਹ ਦੇ ਤੌਰ 'ਤੇ, ਨਸੀਹਤ ਦੇ ਤੌਰ 'ਤੇ ਉਹਨਾਂ ਨੇ ਦੱਸੀ ਸੀ, ਕਹੀ ਸੀ। ਮੈਂ ਉਹ ਮੰਨੀ ਨਹੀਂ ਗਈ। ਮੈਂ ਪੰਜਾਬੀ 'ਚ ਹੀ ਲਿਖਦਾ ਆ ਰਿਹਾ, ਪੰਜਾਬੀ 'ਚ ਬੋਲਦਾ ਆ ਰਿਹਾ। ਪਰ ਪੰਜਾਬੀ ਪਿਆਰਿਓ, ਮੈਂ ਤੁਹਾਡਾ ਇੰਨਾ ਸ਼ੁਕਰਗੁਜ਼ਾਰ ਹਾਂ ਕਿ ਉਸ ਬੰਦੇ ਨੂੰ ਜਿਹਦੇ ਬਾਰੇ ਭਵਿੱਖਬਾਣੀ ਕੀਤੀ ਗਈ ਸੀ ਕਿ ਪੰਜਾਬੀ 'ਚ ਲਿਖ ਬੋਲ ਕੇ ਤੂੰ ਵੱਧ ਤੋਂ ਵੱਧ ਸਾਈਕਲ ਤੋਂ ਸਕੂਟਰ ਦਾ ਸਵਾਰ ਬਣ ਸਕਦਾ, ਉਸ ਨੂੰ ਤੁਸੀਂ ਹਵਾਈ ਜਹਾਜ਼ਾਂ 'ਤੇ ਚੜ੍ਹਾ ਕੇ ਹੰਭਾ ਦਿੱਤਾ। ਹੁਣ ਹਵਾਈ ਅੱਡੇ ਵੀ ਨਹੀਂ ਗਿਣੇ ਜਾ ਰਹੇ। 50-60 ਹਵਾਈ ਅੱਡੇ ਤਾਂ ਮੈਂ ਤੇ ਮੱਖਣ ਸਿੰਘ ਤਾਂ ਗਿਣਨ ਲੱਗ ਪਏ ਨਿਊਯਾਰਕ ਤੋਂ ਜਾਂਦਿਆਂ ਲਾਸ ਐਂਜਲਸ ਨੂੰ, ਵੀ ਕਿੰਨੇ ਦੇਖੇ ਗਏ। ਮੈਂ ਤਾਂ 50 ਕੀ ਗਿਣਾ ਸਕਿਆ, ਉਹਨੇ 60-65 ਗਿਣਾ ਦਿੱਤੇ। ਤੋਂ ਬੜਾ ਮਾਣ ਤਾਣ ਮਿਲਿਆ ਪੰਜਾਬੀ 'ਚ ਲਿਖਣ ਦਾ, ਪੰਜਾਬੀ 'ਚ ਬੋਲਣ ਦਾ, ਖੇਡਾਂ ਖਿਡਾਰੀਆਂ ਬਾਰੇ ਗੱਲ ਕਰਨ ਦਾ। ਬੀਬਾ ਜੀ ਲਿਖਣ ਪੜ੍ਹਨ ਚੱਲਦਾ ਆ ਰਿਹਾ। ਰਿਟਾਇਰਮੈਂਟ ਬਾਅਦ ਤਾਂ ਮੇਰੀ ਹਰ ਸਾਲ ਹੀ ਇੱਕ ਨਵੀਂ ਕਿਤਾਬ ਆ ਜਾਂਦੀ ਹੈ, ਅਤੇ ਲਿਖਣ ਦੀ ਸਪੀਡ ਬਣੀ ਹੋਈ ਆ। ਪੜ੍ਹਨ ਦੀ ਵੀ ਕੋਸ਼ਿਸ਼ ਕਰਦਾ ਜਿੰਨਾ ਵੱਧ ਤੋਂ ਵੱਧ ਪੜ੍ਹਿਆ ਜਾਵੇ, ਜਾਣ ਆਉਣ ਦੀ ਵੀ ਕੋਸ਼ਿਸ਼ ਕਰਦਾ। 80 ਸਾਲ ਹੱਸਦਿਆਂ ਖੇਡਦਿਆਂ ਲੰਘ ਗਏ ਆ, ਅਤੇ ਕਮਲ ਸਾਹਿਬ ਤਾਂ 100 ਸਾਲ ਲੰਘਾ ਗਏ। ਦੇਖੋਗਾ ਕੁਦਰਤ ਨੂੰ ਕੀ ਮਨਜ਼ੂਰ ਆ। ਕੋਸ਼ਿਸ਼ ਤਾਂ ਕਰਾਂਗੇ ਵੱਧ ਤੋਂ ਵੱਧ ਸਾਲ ਜੀਵੀਏ, ਨਾ ਹੀ ਜੀਵੀਏ, ਨਾ ਸਿਰਫ ਜੀਵੀਏ ਬਲਕਿ ਕੁਛ ਕਰਦੇ ਜੀਵੀਏ। ਸਾਡਾ ਆਪਣਾ ਪਿੰਡ ਹੈ ਚੱਕਰ, ਬੀਬਾ ਜੀ ਤੁਸੀਂ ਨਹੀਂ ਦੇਖਿਆ ਹੋਣਾ ਅਜੇ। ਅਸੀਂ ਆਪਣੇ ਪਿੰਡ ਦੀ ਕਾਇਆ ਬਦਲ ਦਿੱਤੀ ਆ ਕਿਸੇ ਸਰਕਾਰ ਦੀ ਸਹਾਇਤਾ ਤੋਂ ਬਿਨਾਂ। ਪਿੰਡ ਦੇ ਲੋਕਾਂ ਨੇ ਗੁਰਬਾਣੀ ਦੇ ਇਸ ਮਹਾਂਵਾਕ 'ਤੇ ਆਪਣੇ ਹੱਥੀਂ ਆਪਣਾ ਆਪੇ ਘਾਹ ਸਵਾਰੀਏ, ਆਪ ਹੀ ਸੀਵਰੇਜ ਪਾਇਆ 1100-1200 ਘਰਾਂ ਦਾ, ਆਪ ਹੀ ਤਿੰਨੇ ਵੱਡੇ ਛੱਪੜ, 2 8-8 ਏਕੜ ਦੇ, ਇੱਕ 12 ਏਕੜ ਦਾ, ਝੀਲਾਂ ਬਣਾਏ ਨੇ, ਪਾਰਕ ਬਣਾਏ ਨੇ, ਹਜ਼ਾਰਾਂ ਰੁੱਖ ਲਾਏ ਨੇ,
ਲੋਕਾਂ ਨੇ ਆਪਣੀਆਂ ਜਿਹੜੀਆਂ ਮੋੜਾਂ ਕੋੜਾਂ ਤੇ ਸੀਆਂ ਆਪਣੀਆਂ ਨਿੱਜੀ ਥਾਵਾਂ ਛੱਡ ਕੇ 20 ਚੌੜੀਆਂ ਸਾਰੇ ਪਿੰਡ 'ਚ ਗੱਡੀ ਤੋਂ ਫਿਰ ਘੁੰਮ ਸਕਦੀ ਹੈ। 9 ਸੱਥਾਂ ਨਵਿਆਈਆਂ ਨੇ, ਪੱਖੇ ਚੱਲਦੇ ਨੇ, ਫਰਸ਼ ਲੱਗੇ ਹੋਏ ਨੇ, ਕੂਲਰ ਲੱਗੇ ਹੋਏ ਨੇ, ਅਕੈਡਮੀ ਚੱਲਦੀ ਹੈ ਬਾਕਸਿੰਗ ਦੀ, 2 ਬੱਚੀਆਂ ਨੇ, ਬੀਬੀਆਂ ਨੇ, ਇੱਕ 21 ਸਾਲ ਤੋਂ ਘੱਟ ਦੀ ਉਮਰ ਦੀ ਵਰਲਡ ਚੈਂਪੀਅਨ। ਮੁਕਾਬਲਾ ਕਿਹਦੇ ਨਾਲ? ਕਿਧਰੇ ਚੀਨ ਆ, ਕਿਧਰੇ ਰੂਸ ਆ, ਕਿਧਰੇ ਅਮਰੀਕਾ, ਕਿਧਰੇ ਕਿਊਬਾ, ਕਿਧਰੇ ਯੂਰਪ ਦੇ ਮੁਲਕ ਨੇ। ਇੱਕ ਲੜਕੀ ਆ ਹੁਣ ਸਿਮਰ ਚੱਕਰ, ਉਹ ਓਲੰਪਿਕ ਲਈ ਕੁਆਲੀਫਾਈ ਕਰ ਗਈ ਆ ਟੋਕੀਓ ਓਲੰਪਿਕਸ ਵਾਸਤੇ। ਉਹਨੇ ਵਰਲਡ ਬਾਕਸਿੰਗ ਚੈਂਪੀਅਨਸ਼ਿਪ ਦੇ ਵਿੱਚ ਮੈਡਲ ਜਿੱਤਿਆ ਹੋਇਆ। ਸਧਾਰਨ ਘਰਾਂ ਦੀਆਂ ਕੁੜੀਆਂ, ਪਿੰਡ ਨੇ ਮਾਹੌਲ ਦਿੱਤਾ, ਅਕੈਡਮੀ ਦਿੱਤੀ, ਬਾਕਸਿੰਗ ਸਿਖਾਈ। ਸਰਦਾਰ ਗੁਰਬਖਸ਼ ਸਿੰਘ ਸੰਧੂ ਜਿਹੜੇ ਕਿ ਚੀਫ ਕੋਚ ਰਹੇ ਨੇ ਇੰਡੀਆ ਦੇ, ਉਹ ਆਉਂਦੇ ਰਹੇ ਨੇ। ਮੈਂ ਕਹਿੰਦਾ ਕਿ ਉਜੜੇ ਪੁਜੜੇ ਪਿੰਡ ਵੀ ਜਾਗ ਪੈਣ, ਉਹ ਚੱਕਰ ਬਣ ਸਕਦੇ ਆ। ਚੱਕਰ ਇਸ ਤੋਂ ਵੀ ਹੋਰ ਚੰਗਾ ਬਣ ਸਕਦਾ। ਤੋ ਤਹਈਆ ਕਰ ਲੈਣ ਪੰਜਾਬ ਵਾਲੇ ਪੰਜਾਬੀ ਕਿ ਅਸੀਂ ਆਪਣੇ ਬੱਚਿਆਂ ਲਈ ਆਪ ਰੁਜ਼ਗਾਰ ਵਧੀਆ ਪੈਦਾ ਕਰਾਂਗੇ। ਬੱਚੇ ਪੰਜਾਬ ਲਈ ਜੀਣ, ਪੰਜਾਬ ਨੂੰ ਕੈਲੀਫੋਰਨੀਆ ਬਣਾਉਣ। ਕੈਲੀਫੋਰਨੀਆ ਨਾ ਜਾਣ, ਉਹ ਵਿਦੇਸ਼ਾਂ 'ਚ ਧੱਕੇ ਖਾਂਦੇ ਨੇ। ਸੌਖਾ ਨਹੀਂ ਕੰਮ ਇਹ ਬੀਬਾ ਜੀ, ਮੈਂ ਤਾਂ ਆਪ 20 ਸਾਲ ਤੋਂ ਉੱਥੇ ਰਹਿ ਰਿਹਾ। ਜਿਹੜੇ ਬੱਚੇ ਜਾਂਦੇ ਨੇ ਨਾ ਪੜ੍ਹਨ ਵਾਸਤੇ, ਬਹੁਤ ਔਖੇ ਹੋ ਕੇ ਪੜ੍ਹਾਈਆਂ ਹੁੰਦੀਆਂ ਨੇ, ਬੜੇ ਪੈਸੇ ਮਾਪਿਆਂ ਦੇ ਲੱਗਦੇ ਨੇ, ਬੜਾ ਟਾਈਮ ਲੱਗਦਾ ਪੱਕੇ ਹੋਣ ਨੂੰ। ਮੈਂ ਤੁਹਾਡੀ ਗੱਲ ਨੂੰ ਹੀ ਵੱਡਾ ਕਰਦੀ ਹਾਂ। ਬਾਕਸਿੰਗ ਅਕੈਡਮੀ ਲਈ ਸਿੱਧੂ ਬ੍ਰਦਰਜ਼ ਨੇ ਜਿਹੜੇ, ਉਹਨਾਂ ਦਾ ਖਾਸ ਤੌਰ 'ਤੇ ਧੰਨਵਾਦ ਕਰਨਾ ਬਣਦਾ, ਕਿਉਂਕਿ ਉਹਨਾਂ ਨੇ ਇਹਨਾਂ ਬੱਚਿਆਂ ਨੂੰ ਇੱਕ ਪਲੇਟਫਾਰਮ ਦਿੱਤਾ ਅਤੇ ਅੱਜ ਉਹ ਬੱਚੇ ਨੇ ਜਿਹੜੇ ਇਸ ਲੈਵਲ 'ਤੇ ਜਾ ਕੇ ਪਰਫਾਰਮ ਕਰ ਰਹੇ ਨੇ ਕਿ ਪੂਰੇ ਚੱਕਰ ਪਿੰਡ ਦਾ ਜਿਹੜਾ ਸਿਰ ਹੈ ਉਹ ਮਾਣ ਨਾਲ ਉੱਚਾ ਹੋ ਗਿਆ ਹੈ। ਫਿਰ ਮੈਂ ਤੁਹਾਡੇ ਸਾਹਿਤ 'ਤੇ ਹੀ ਆਊਂਗੀ। ਸੰਖੇਪ ਜਿਹੇ ਉੱਤਰਾਂ ਨਾਲ ਮੈਂ ਚਾਹੁੰਦੀ ਹਾਂ ਕਿ ਆਪਾਂ ਖ਼ਤਮ ਕਰੀਏ। ਬਲਵੰਤ ਗਾਰਗੀ ਹੁਣਾਂ ਨਾਲ ਤੁਸੀਂ ਬਹੁਤ ਸਮਾਂ ਰਹੇ ਹੋ। ਜਦੋਂ ਆਪਣੀ ਸਵੈ ਜੀਵਨੀ ਲਿਖਦੇ ਨੇ ਨੰਗੀ ਧੁੱਪ, ਤਾਂ ਉਸ ਦੇ ਵਿੱਚ ਜਦੋਂ ਪਾਠਕ ਉਸ ਕਿਤਾਬ ਨੂੰ ਖ਼ਤਮ ਕਰਦਾ ਤਾਂ ਉਹਦੇ ਦਿਮਾਗ ਦੇ ਵਿੱਚ ਖ਼ਤਮ ਕਰਨ ਸਾਰ ਇੱਕ ਖਿਆਲ ਆਉਂਦਾ ਜਿਹੜਾ ਸ਼ਾਇਦ ਦੁਬਾਰਾ ਕਿਤੇ ਪੜ੍ਹਨ ਨੂੰ ਨਹੀਂ ਮਿਲਿਆ, ਕਿ ਜਦੋਂ ਉਹਨਾਂ ਦੀ ਧਰਮ ਪਤਨੀ, ਜਿਨ੍ਹਾਂ ਦੇ ਤੁਸੀਂ ਵੀ ਰਿਸ਼ਤੇਦਾਰ ਬਣਦੇ ਰਹਿ ਗਏ ਕਿਉਂਕਿ ਉਹਨਾਂ ਦੀ ਪਤਨੀ ਆ ਜਿਹੜੀ ਜੀਨੀ, ਉਹਨਾਂ ਦੀ ਭੈਣ ਦਾ ਰਿਸ਼ਤਾ ਉਹ ਤੁਹਾਨੂੰ ਕਰਵਾ ਰਹੇ ਸੀ, ਪਰ ਜਦੋਂ ਉਹ ਉਹਨਾਂ ਨੂੰ ਛੱਡ ਕੇ ਬੱਚੇ ਲੈ ਕੇ ਅਮਰੀਕਾ ਚਲੇ ਜਾਂਦੇ ਨੇ ਤਾਂ ਉਸ ਤੋਂ ਬਾਅਦ ਬਲਵੰਤ ਗਾਰਗੀ ਹੁਣਾਂ ਦਾ ਆਪਣੇ ਪਰਿਵਾਰ ਨਾਲ ਕਦੀ ਮਿਲਣਾ ਹੋਇਆ? ਇੱਕ ਪਾਠਕ ਦੇ ਤੌਰ 'ਤੇ ਮੇਰੇ ਮਨ ਦੇ ਵਿੱਚ ਇਹ ਖਿਆਲ ਆਇਆ। ਨਹੀਂ, ਉਸ ਤੋਂ ਬਾਅਦ ਨਹੀਂ। ਮੈਂ ਦਿੱਲੀ ਰਿਹਾ 1962 ਤੋਂ ਲੈ ਕੇ 67 ਤੱਕ 5 ਸਾਲ। ਉਹਨਾਂ 5 ਸਾਲਾਂ ਦੇ ਵਿੱਚ ਹੀ ਮੇਰਾ ਜਿਹੜਾ ਸੀ ਉਹਨਾਂ ਦੇ ਨਾਲ ਮੇਲ ਮਿਲਾਪ ਹੁੰਦਾ ਸੀ, ਕਦੀ ਕਾਫੀ ਹਾਊਸ 'ਚ, ਕਦੇ ਕਦਾਈ ਉਹਨਾਂ ਦੇ ਘਰ ਦੇ ਵਿੱਚ ਵੀ, ਜਾਂ 2-3 ਵਾਰੀ ਉਹ ਕਾਲਜ ਦੇ ਵਿੱਚ ਆਏ ਉਦੋਂ ਵੀ। ਅਤੇ ਉਸ ਤੋਂ ਬਾਅਦ ਨਿੱਜੀ ਤੌਰ 'ਤੇ ਅਸੀਂ ਬਹੁਤੇ ਨਹੀਂ ਮਿਲ ਗਿਲ ਸਕੇ। ਇਹ ਠੀਕ ਆ, ਇੱਕ ਦੂਜੇ ਦੀਆਂ ਲਿਖਤਾਂ ਤੋਂ ਅਸੀਂ ਜਾਣੂ ਰਹਿੰਦੇ ਸੀਗੇ। ਅਤੇ ਉਹ ਵੀ ਇਸ ਕਰਕੇ ਕਿ ਇੱਕ ਵਾਰੀ ਹਾਸੇ ਪਾਣੇ ਉਹ ਕਹਿ ਬੈਠੇ ਮੈਨੂੰ ਕਿ ਉਹ ਉਹਨਾਂ ਦੀ ਜਿਹੜੀ ਵਾਈਫ ਸੀਗੀ ਉੱਥੋਂ ਆਪਣਾ ਸਿਆਟਲ ਤੋਂ ਵਿਆਹ ਕੇ ਉਹਦੀ ਤਾਂ ਉਮਰ ਜੇ ਘੱਟ ਹੀ ਸੀਗੀ, ਅਤੇ ਇਹਨਾਂ ਦੀ ਉਮਰ ਦੁੱਗਣੀ ਸੀ ਲਗਭਗ ਉਦੋਂ, 48-49 ਸਾਲ ਦੇ ਸੀ, 50 ਸਾਲ ਦੇ ਕਰੀਬੀ ਸੀਗੇ। ਵਿਆਹ ਕਰਵਾ ਕੇ ਆ ਗਏ। ਅਤੇ ਕਈ ਵਾਰੀ ਉਹ ਨਾਂ ਉੱਕ ਜਾਂਦੇ ਇਹਨਾਂ ਬੀਬੀਆਂ ਦੇ। ਹਾਂਜੀ, ਜੀਨੀ ਜੀਨੀ ਇੱਕ ਦਿਨ ਬੜੀ ਉਦਾਸ, ਮੈਂ ਕਿਤੇ ਉਂਝ ਹੀ ਗਿਆ ਸੀਗਾ, ਅਤੇ ਮੈਨੂੰ ਇਹ ਬਲਵੰਤ ਗਾਰਗੀ ਨੇ ਕਿਹਾ ਵੀ ਬੜੇ ਉਦਾਸ ਆ। ਅਤੇ ਮੈਨੂੰ ਇਹ ਲੱਗਿਆ, ਮੈਂ ਕਿਹਾ ਵੀ ਉਦਾਸ ਦੇ ਹੁਣ ਤਾਂ 2-3 ਕਾਰਨ ਹੋ ਸਕਦੇ ਆ। ਇੱਕ ਤਾਂ ਤੁਸੀਂ ਹਾਣ ਪ੍ਰਮਾਣ ਨਹੀਂ ਗਏ, ਅਤੇ ਦੂਜਾ ਇਹ ਆ ਕਿ ਵੀ ਪਿੱਛੇ ਮਤਲਬ ਪੇਕੇ ਛੱਡ ਕੇ ਆਈ ਆ, ਅਤੇ ਨਹੀਂ ਕਹਿੰਦਾ ਆਹੋ ਇਹ ਗੱਲ ਹੈਗੀ ਵੀ ਪੇਕਿਆਂ ਨੂੰ ਉੱਧਰ ਹੀ ਹੋਈ ਆ। ਇਹ ਕਹਿੰਦਾ ਵੀ ਇਹਦੀ ਇੱਕ ਹੋਰ ਭੈਣ ਹੈਗੀ ਆ, ਅਤੇ ਜੇ ਤੇਰਾ ਦਿਲ ਮੰਨੇ ਤਾਂ ਵੀ ਮੈਂ ਤੈਨੂੰ ਉਹਦਾ ਰਿਸ਼ਤਾ ਕਰਵਾ ਦਿੰਦਾ। ਮੈਂ ਕਿਹਾ ਮੈਨੂੰ ਮਖੌਲ ਕਰ ਰਿਹਾ ਇਹ। ਮੈਂ ਵੀ ਹਾਸੇ ਪਾਣੇ ਕਿਹਾ, ਮੈਂ ਕਿਹਾ ਉਹ ਗੱਲ ਸੁਣੋ, ਤੁਸੀਂ ਮੇਮ ਨਾਲ ਕੱਟ ਰਹੇ ਹੋ, ਤੁਸੀਂ ਕੱਟ ਸਕਦੇ ਹੋ, ਮੇਰੇ ਵਰਗੇ ਬੰਦੇ ਮੇਮ ਨਾਲ ਨਹੀਂ ਕੱਟ ਸਕਦੇ। ਮੈਂ ਤਾਂ ਚੱਜ ਨਾਲ ਅੰਗਰੇਜ਼ੀ ਵੀ ਨਹੀਂ ਬੋਲਣੀ ਜਾਣਦਾ, ਅਤੇ ਮੇਰੀ ਮੇਮ ਨਾਲ ਨਹੀਂ ਨਿਭਣੀ। ਉਹ ਕਹਿੰਦਾ ਨਹੀਂ ਨਿਭ ਜੂਗੀ। ਅਤੇ ਮੈਂ ਮਨ 'ਚ ਕਿਹਾ ਵੀ ਨਹੀਂ, ਮੈਂ ਤਾਂ ਨਾਲੇ ਉਂਝ ਹੀ ਮੰਗਿਆ ਹੋਇਆ ਪਹਿਲਾਂ, ਅਤੇ ਸੀਗਾ ਵੀ ਮੇਰਾ ਮੰਗਣਾ ਹੋਇਆ ਸੀ ਉਦੋਂ। ਮੈਂ ਇਸ ਤਰ੍ਹਾਂ ਉਂਝ ਹੀ ਗੱਲ ਕੀਤੀ। ਮੈਂ ਅਤੇ ਮੇਰੇ ਮਿਸਜ ਅਸੀਂ ਇੱਕ ਵਾਰ ਉੱਥੇ ਕੈਲੀਫੋਰਨੀਆ ਤੋਂ ਜਾ ਰਹੇ ਸੀਗੇ ਇੱਧਰ BC ਕੋਲੰਬੀਆ ਨੂੰ, ਅਤੇ ਸਿਆਟਲ ਵਿੱਚ ਦੀ ਜਦੋਂ ਲੰਘੇ ਅਤੇ ਮੈਂ ਆਪਣੀ ਜੀਵਨ ਸਾਥੀ ਨੂੰ ਕਿਹਾ, ਮੈਂ ਕਿਹਾ ਵੀ ਜੇ ਮੈਂ ਗਾਰਗੀ ਦੀ ਗੱਲ ਮੰਨ ਲੈਂਦਾ ਤਾਂ ਜਿਹੜਾ ਸਿਆਟਲ ਸ਼ਹਿਰ ਆ ਨਾ, ਇਹ ਮੇਰੇ ਸਹੁਰਿਆਂ ਦਾ ਸ਼ਹਿਰ ਹੋਣਾ ਸੀਗਾ, ਅਤੇ ਤੂੰ ਭਾਗਵਾਨ ਨੇ ਪਤਾ ਨਹੀਂ ਕਿਹੜੇ ਘਰ ਨੂੰ ਭਾਗ ਲਾਉਣੇ ਸੀਗੇ। ਤੋ ਇਸ ਤਰ੍ਹਾਂ ਦੇ ਅਸੀਂ ਹਾਸੇ ਮਖੌਲ ਕਰ ਲੈਂਦੇ ਸੀਗੇ।
ਤੋ ਇੰਨੀ ਕੁ ਰਿਸ਼ਤੇਦਾਰੀ ਮੇਰੀ ਰਲਦੀ ਉਹਦੇ ਨਾਲ, ਇਦੋਂ ਵੱਧ ਨਹੀਂ। ਬਾਕੀ ਉਹਨੇ ਇੱਕ ਵਾਰੀ ਲਿਖਿਆ ਕਿ ਵੀ ਆਪਦੇ ਬਾਰੇ ਲਿਖ ਕੇ ਕਿ ਵੀ ਮੈਂ ਇਹ ਕਿਤਾਬ ਉਸ ਨੂੰ ਸਮਰਪਿਤ ਕਰੂੰਗਾ ਜਿਹੜਾ ਕੋਈ ਇਹੋ ਜਿਹਾ ਰੇਖਾ ਚਿੱਤਰ ਲਿਖ ਕੇ ਦਿਖਾਵੇ। ਫਿਰ ਮੈਂ ਗਾਰਗੀ ਦਾ ਰੇਖਾ ਚਿੱਤਰ ਉਸ ਨੁਕਤਾ ਨਿਗਾਹ ਤੋਂ ਲਿਖਿਆ, ਉਹੋ ਜਿਹਾ ਕੁਛ ਹੀ ਪਾਇਆ ਮਸਾਲਾ ਜਿਹੋ ਜਿਹਾ ਗਾਰਗੀ ਹੋਰਨਾਂ ਦੇ ਰੇਖਾ ਚਿੱਤਰਾਂ 'ਚ ਪਾਉਂਦਾ। ਉਹ ਮੇਰੇ ਖਿਡਾਰੀਆਂ ਦੇ ਰੇਖਾ ਚਿੱਤਰਾਂ ਨਾਲੋਂ ਵੱਖਰਾ। ਉਹਦੇ 'ਚ ਜੋ ਕੁਝ ਮੈਂ ਜਿਹੜੀ ਸ਼ਬਦਾਵਲੀ ਵਰਤੀ ਆ ਉਹ ਗਾਰਗੀ ਵਾਲੀ ਚੱਲੀ, ਗਾਰਗੀ ਵਾਲੀ ਹੀ ਉਸ ਤਰ੍ਹਾਂ ਦਾ ਮੈਂ ਮਸਾਲਾ ਵੀ, ਖਸਤਾ ਕਰਾਰੀ ਵੀ, ਔਰ ਉਹਦੇ 'ਚ ਨਹੀਂ ਮੈਂ ਪ੍ਰਵਾਹ ਕੀਤੀ ਵੀ ਕਿੱਥੇ ਪੈਂਦੀ ਆ। ਜਿਵੇਂ ਉਹ ਵੀ ਗਾਰਗੀ ਨੇ ਵੀ ਕਿਸੇ ਨੂੰ ਬਖਸ਼ਿਆ ਨਹੀਂ। ਨਾਨਕ ਸਿੰਘ ਵਰਗੇ ਭਲੇ ਲੋਕਾਂ ਬਾਰੇ ਕਿਹਾ ਵੀ ਮਤਲਬ ਦੀ ਗੱਲ ਤਾਂ ਉਹ ਸੁਣ ਲੈਂਦੇ ਆ, ਜਿਹੜੀ ਮਤਲਬ ਦੀ ਆ ਉਹਦੇ ਲਈ ਉਹ ਬੋਲੇ ਬਣ ਜਾਂਦੇ ਆ। ਹਾਂਜੀ। ਇਵੇਂ ਜਿਵੇਂ ਸੇਖੋਂ ਨੂੰ ਨਹੀਂ ਬਖਸ਼ਿਆ ਉਹਨਾਂ ਨੇ, ਇਵੇਂ ਜਿਵੇਂ ਗੁਰਬਖਸ਼ ਸਿੰਘ ਨੂੰ ਨਹੀਂ ਬਖਸ਼ਿਆ, ਹੋਰਨਾਂ ਨੂੰ ਨਹੀਂ ਬਖਸ਼ਿਆ। ਕਾਰਣੀ ਦਾ ਨਾਂ ਦੇ ਦਿੱਤਾ ਉਹਨਾਂ ਨੇ ਅਜੀਤ ਕੌਰ ਨੂੰ। ਹਾਂਜੀ। ਸ਼ਿਵ ਕੁਮਾਰ ਨੂੰ ਕੌਡੀਆਂ ਵਾਲਾ ਸੱਪ ਕਹਿਤਾ। ਬਿਲਕੁਲ। ਹਰਨਾਮ ਸਿੰਘ ਸ਼ਾਨ ਵਰਗੇ ਗੁਰਮੁਖ ਬੰਦੇ ਨੂੰ ਦੁੱਧ ਵਿੱਚ ਬਰਾਂਡੀ ਦਾ ਸਿਰਲੇਖ ਦੇਤਾ। ਸੰਤੋਖ ਸਿੰਘ ਧੀਰ ਨੂੰ ਸੁਰਮੇ ਵਾਲੀ ਅੱਖ ਕਹਿਤਾ। ਤੋ ਮੈਂ ਵੀ ਉਹਦੇ 'ਚ ਫਿਰ ਉਹ ਗਾਰਗੀ ਦੇ ਰੰਗ ਦੇ ਵਿੱਚ ਹੀ ਲਿਖਿਆ। ਤੇ ਬਹੁਤ ਸਾਰਿਆਂ ਨੇ ਕਿਹਾ ਵੀ ਹਾਂ ਇਹ ਗਾਰਗੀ ਨੇ ਜਿਹੋ ਜਿਹਾ ਕਿਹਾ ਸੀ ਕੋਈ ਲਿਖ ਕੇ ਦਿਖਾਵੇ ਉਹੋ ਜਿਹਾ ਹੀ ਤੁਸੀਂ ਲਿਖਿਆ। ਤੋ ਇਸ ਤਰ੍ਹਾਂ ਦਾ ਉਹ ਪਰਿਵਾਰ ਨਾਲ ਮੇਲ ਉਹਨਾਂ ਦਾ ਨਹੀਂ ਹੋਇਆ? ਨਹੀਂ, ਉਸ ਤੋਂ ਬਾਅਦ ਤਾਂ ਮੈਂ ਸੈਟਲ ਜਾਂਦਾ ਰਿਹਾ ਕਬੱਡੀ ਟੂਰਨਾਮੈਂਟਾਂ ਦੇ ਉੱਤੇ ਮੈਂ ਪੁੱਛਦਾ ਰਿਹਾ, ਪਰ ਨਹੀਂ ਮੈਨੂੰ ਉਹ ਨਹੀਂ ਕਦੇ ਵੀ ਉਹ ਬੀਬੀ ਦਾ ਮੁੜ ਕੇ ਦਰਸ਼ਨ ਹੋਏ। ਮੈਨੂੰ ਤਾਂ ਉਹਦਾ ਪਤਾ ਵੀ ਨਹੀਂ ਪਤਾ, ਬਸ ਇਹਨਾਂ ਕੁ ਪਤਾ ਲੱਗਿਆ ਕਿ ਉਹਨਾਂ ਦੇ ਜਿਹੜੇ ਬੱਚੇ ਸੀਗੇ ਉਹ ਫਿਲਮਾਂ ਦੇ ਵਿੱਚ ਐਡਜਸਟ ਹੋ ਗਏ ਨੇ, ਪਹਿਲਾਂ ਬਾਲੀਵੁੱਡ ਦੇ ਵਿੱਚ, ਹੁਣ ਹਾਲੀਵੁੱਡ ਦੇ ਵਿੱਚ। ਆਪ ਉਹ ਉੱਥੋਂ ਸੈਟਲ ਤੋਂ ਕੋਈ ਨੇੜੇ ਤੇੜੇ ਸ਼ਹਿਰ ਆ ਉੱਥੇ ਹਜੇ ਰਹਿੰਦੀ ਆ। ਉਹਨੇ ਜਿਹੜਾ ਦੂਜਾ ਉਹਦਾ ਪਤੀ ਸੀ ਉਹ ਚਲਾਣਾ ਕਰ ਗਿਆ ਹੋਇਆ, ਤੇ ਦੋਨੇ ਪਤੀ ਚਲਾਣਾ ਕਰ ਗਏ ਆ, ਤੇ ਬੱਚੇ ਉਹਨਾਂ ਦੇ ਫਿਲਮਾਂ ਦੇ ਵਿੱਚ ਪਏ ਹੋਏ ਨੇ। ਇਹਨਾਂ ਕੁ ਪਤਾ ਮੈਨੂੰ, ਬਸ ਇਦੋਂ ਵੱਧ ਨਹੀਂ। ਆਖਰੀ ਸਵਾਲ ਜਿਹੜਾ ਮੈਂ ਲੇਖਕਾਂ ਬਾਰੇ ਤੁਹਾਡੇ ਤੋਂ ਪੁੱਛ ਰਹੀ ਹਾਂ ਕਿ ਜਸਵੰਤ ਸਿੰਘ ਕੰਵਲ ਹੁਣਾਂ ਨੂੰ ਮੈਂ ਵੀ ਮਿਲਣਾ ਚਾਹੁੰਦੀ ਸੀ। ਇਹ ਸਵਾਲ ਮੈਂ ਉਹਨਾਂ ਤੋਂ ਕਰਨਾ ਚਾਹੁੰਦੀ ਸੀ, ਪਰ ਤੁਹਾਨੂੰ ਤਕਰੀਬਨ 40 ਵਰ੍ਹੇ ਉਹਨਾਂ ਦਾ ਸਾਥ ਮਿਲਿਆ। ਤੁਸੀਂ ਬਾਹਰੋਂ ਆ ਕੇ ਵੀ ਉਹਨਾਂ ਕੋਲੇ ਰਹਿੰਦੇ ਰਹੇ, ਉਹਨਾਂ ਨਾਲ ਗੱਲਾਂ ਬਾਤਾਂ ਤੁਹਾਡੀਆਂ ਹੁਣ ਤੱਕ ਅਖੀਰ ਵੇਲੇ ਤੱਕ ਹੁੰਦੀਆਂ ਰਹੀਆਂ ਨੇ। ਇੱਕ ਜਗ੍ਹਾ ਉਹਨਾਂ ਦੀ ਕਿਤਾਬ ਦੇ ਵਿੱਚ ਜ਼ਿਕਰ ਆਉਂਦਾ ਕਿ ਜਦੋਂ ਡਾਕਟਰ ਜਸਵੰਤ ਕੌਰ ਜੀ ਨਾਲ ਉਹ ਵਿਆਹ ਕਰਵਾਉਂਦੇ ਨੇ ਦੁਬਾਰਾ, ਮੁਖਤਿਆਰ ਕੌਰ ਜੀ ਦੇ ਹੁੰਦੇ ਹੋਏ, ਇੱਥੋਂ ਤੱਕ ਵੀ ਉਹਨਾਂ ਦੇ ਉਸ ਸਮੇਂ 4 ਬੱਚੇ ਵੀ ਸੀ, ਤਾਂ ਲਿਖਣ ਵਾਲਾ ਲਿਖਦਾ ਹੈ ਕਿ ਉਹ ਆ ਕੇ ਆਪਣੀ ਧਰਮ ਪਤਨੀ ਨੂੰ ਕਹਿੰਦੇ ਨੇ ਕਿ ਇਸ ਲਈ ਮੈਂ ਇਸ ਦੂਸਰੀ ਔਰਤ ਨਾਲ ਵਿਆਹ ਕਰਾ ਰਿਹਾ ਕਿਉਂਕਿ ਮੈਨੂੰ ਮੇਰੇ ਹਾਣ ਦੀ ਔਰਤ ਆ ਜਿਹੜੀ ਉਹ ਹੁਣ ਮਿਲੀ ਹੈ। ਇੱਕ ਲੇਖਕ ਦੇ ਸੰਦਰਭ ਦੇ ਵਿੱਚ ਜੇ ਮੈਂ ਤੁਹਾਨੂੰ ਪੁੱਛਾਂ, ਇੱਕ ਲੇਖਕ ਹੋਣ ਦੇ ਨਾਤੇ ਤੁਸੀਂ ਉਹਨਾਂ ਨਾਲ ਇੰਨਾ ਸਮਾਂ ਗੁਜ਼ਾਰਿਆ ਕਿ ਇੱਕ ਮਸ਼ਹੂਰ ਹੋਏ ਵਿਅਕਤੀ ਲਈ, ਮਤਲਬ ਮੈਂ ਇਹ ਬੇਸ਼ੱਕ ਉਹਨਾਂ ਦਾ ਨਿੱਜੀ ਮਸਲਾ ਸੀ, ਨਿੱਜੀ ਮਸਲੇ ਉਹਨਾਂ ਦੇ ਹੋਰ ਵੀ ਬਹੁਤ ਨੇ ਜਿਨ੍ਹਾਂ 'ਤੇ ਲੋਕਾਂ ਨੇ ਬਾਅਦ 'ਚੋਂ ਵੀ ਵਿਅੰਗ ਕੀਤੇ ਨੇ, ਟਿੱਪਣੀਆਂ ਕੀਤੀਆਂ ਨੇ, ਕਿ 4 ਬੱਚਿਆਂ ਦੀ ਮਾਂ ਦਾ ਹੋਣਾ ਕਿ ਇੱਕ ਲੇਖਕ ਦੇ ਹਾਣ ਦੀ ਔਰਤ ਹੋਣਾ ਨਹੀਂ ਹੁੰਦਾ। ਇਸ ਗੱਲ ਤੋਂ ਇੱਕ ਲੇਖਕ ਹੋਣ ਦੇ ਨਾਤੇ ਤੁਸੀਂ ਕੀ ਸਪਸ਼ਟਤਾ ਦੇਣਾ ਚਾਹੁੰਦੇ ਹੋ ਜਾਂ ਕੀ ਕਲੈਰੀਫਿਕੇਸ਼ਨ ਆ ਤੁਹਾਡੇ ਕੋਲ ਉਹਨਾਂ ਦੇ ਦੋਸਤ ਹੋਣ ਦੇ ਨਾਤੇ? ਬੀਬਾ ਜੀ, ਇਹਦੇ ਬਾਰੇ ਮੈਂ ਇੱਕ ਪੂਰੀ ਕਿਤਾਬ ਲਿਖ ਦਿੱਤੀ ਹੈ, ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ। ਉਹਦੇ 'ਚ ਉਹਨਾਂ ਦਾ ਜਿਹੜਾ ਮੁਹੱਬਤਨਾਮਾ ਡਾਕਟਰ ਜਸਵੰਤ ਗਿੱਲ ਦੇ ਨਾਲ, ਉਹਦਾ ਪੂਰਾ ਵੇਰਵਾ। ਵੈਸੇ ਤਾਂ ਉਹਨਾਂ ਨੇ ਆਪ ਵੇਰਵੇ ਬਹੁਤ ਦਿੱਤੇ ਨੇ। ਪੁੰਨਿਆਂ ਦਾ ਚਾਨਣ ਕਿਤਾਬ ਉਹਨਾਂ ਨੇ ਦੱਸਿਆ ਵੀ ਕਿਵੇਂ ਉਹਨਾਂ ਦੇ ਜੀਵਨ ਦੇ ਵਿੱਚ ਜਸਵੰਤ ਗਿੱਲ ਆਈ, ਕਿਵੇਂ ਉਹ ਟੁੱਡੀ ਕੇ ਪਹੁੰਚੀ, ਕਿਵੇਂ ਉਹਦੇ ਸੰਬੰਧ ਉਹਨਾਂ ਦੀ ਪਹਿਲੀ ਪਤਨੀ ਦੇ ਨਾਲ ਜਾਂ ਉਹਨਾਂ ਦਾ ਆਪਣੀ ਪਹਿਲੀ ਪਤਨੀ ਦੇ ਨਾਲ ਜੋ ਗੱਲਾਂ ਬਾਤਾਂ ਹੋਈਆਂ, ਜਾਂ ਬੱਚੇ ਕਿਵੇਂ ਉਹਨੂੰ ਮਾਸੀ ਕਹਿੰਦੇ ਸੀਗੇ, ਜਾਂ ਕਿਵੇਂ ਉਹਨੇ ਆਪਦਾ ਕੋਈ ਬੱਚਾ ਨਹੀਂ ਪੈਦਾ ਕੀਤਾ। ਇਹ ਸਾਰਾ ਬੜੀ ਡਿਟੇਲ ਦੇ ਵਿੱਚ ਉਹਨਾਂ ਦੇ ਵਿੱਚ ਪਿਆ। ਉਹਦਾ ਜ਼ਿਕਰ ਮੈਂ ਵੀ ਕਿਤਾਬ ਦੇ ਵਿੱਚ ਕੀਤਾ। ਆਪਣੇ ਕੋਲ ਇੰਨਾ ਸਮਾਂ ਨਹੀਂ ਕਿ ਆਪਾਂ ਵਿਸਥਾਰ ਜਾਈਏ। ਉਹ ਇੱਕ ਕਿਤਾਬ ਆਪਣੇ ਗੋਇਲ ਸਾਹਿਬ ਆਪਣੇ ਡਿਪਟੀ ਕਮਿਸ਼ਨਰ ਵੀ ਰਹੇ ਜੈਤੋ ਵਾਲੇ, ਤੇ ਉਹਨਾਂ ਨੇ ਮੁਹੱਬਤਨਾਮਾ ਨਾਂ ਦੀ ਕਿਤਾਬ ਲਿਖੀ, ਜੰਗ ਬਹਾਦਰ ਗੋਇਲ। ਉਹਦੇ 'ਚ ਮੁਹੱਬਤਨਾਮੇ 'ਚ ਉਹ ਲੇਖਕਾਂ ਦੀਆਂ ਮੁਹੱਬਤਾਂ ਦਾ ਜ਼ਿਕਰ ਕਰਦੇ ਨੇ। ਬੜੇ ਵੱਡੇ ਲੇਖਕ ਨੇ ਉਹਦੇ 'ਚ, ਜਿਹੜੇ ਰਸ਼ੀਆ ਦੇ ਵੀ ਨੇ ਤੇ ਯੂਰਪ ਦੇ ਵੀ ਨੇ, ਹੋਰਨਾਂ ਮੁਲਕਾਂ ਦੇ, ਟੈਗੋਰ ਦੇ ਵੀ ਤੱਕ ਹੀ ਜ਼ਿਕਰ ਹੈਗਾ, ਔਰ ਇੰਡੀਆ ਦੇ ਵੀ ਨੇ, ਅੰਮ੍ਰਿਤਾ ਪ੍ਰੀਤਮ ਵੀ ਹੈ। ਤੋ ਉਹਦੇ ਵਿੱਚ ਜਿਹੜਾ ਮੁਹੱਬਤਨਾਮੇ ਦਾ ਜ਼ਿਕਰ ਆ ਨਾ, ਉਸ ਤਰ੍ਹਾਂ ਦਾ ਇੱਕ ਮੁਹੱਬਤਨਾਮੇ ਦਾ ਕਾਂਡ ਮੈਂ ਉਹਦੇ 'ਚ ਆਪਣੀ ਕਿਤਾਬ 'ਚ ਦਿੱਤਾ। ਉਹਦੇ 'ਚ ਸਾਰਾ ਵੇਰਵਾ ਹੈਗਾ। ਪਹਿਲਾਂ ਉਹਨਾਂ ਨੇ ਆਪਣੇ ਇਸ ਭੇਤ ਨੂੰ ਕੁਝ ਦੇਰ ਤੱਕ ਭੇਤ ਬਣਾਈ ਰੱਖਿਆ, ਖੋਲ੍ਹਿਆ ਨਹੀਂ। ਜਦੋਂ ਤੱਕ ਸਾਰੇ ਬੱਚੇ ਉਹਨਾਂ ਨੇ ਆਪਣੇ ਵਿਆਹ ਨਹੀਂ ਲਏ, ਆਪੋ ਆਪਣੇ ਘਰੇ ਕੁੜੀਆਂ ਨਹੀਂ ਚਲੇ ਗਈਆਂ, ਉਦੋਂ ਤੱਕ ਡਾਕਟਰ ਜਸਵੰਤ ਗਿੱਲ ਉੱਥੇ ਆ ਕੇ ਨਹੀਂ ਰਹਿਣ ਲੱਗੇ। ਫਿਰ ਉਹ ਰਹਿੰਦੇ ਰਹੇ ਨੇ ਉੱਥੇ
ਉੱਥੇ ਉਹਨਾਂ ਨੇ ਇਲਾਜ ਵੀ ਕੀਤਾ, ਮਤਲਬ ਬਹੁਤੀ ਉਹ ਟੀਕਾ ਵਗੈਰਾ ਦਾ ਘੱਟ ਲਾਉਂਦੇ ਸੀਗੇ, ਦੂਜੀਆਂ ਦਵਾਈਆਂ ਸਧਾਰਨ ਦਵਾਈਆਂ ਦੇ ਨਾਲ ਹੀ ਬਹੁਤੇ ਸਾਰੇ ਮਰੀਜ਼ ਉਹਨਾਂ ਨੇ ਰਾਜ਼ੀ ਕੀਤੇ ਨੇ। ਬੜੀ ਉਹਨਾਂ ਦੀ ਪਿੰਡ ਦੇ ਵਿੱਚ ਇਸ ਵੱਲੋਂ ਯੋਗਦਾਨ ਹੈ। ਉਹਨਾਂ ਨੇ ਸਿਹਤ ਬਾਰੇ ਬੜੀਆਂ ਸੋਹਣੀਆਂ ਕਿਤਾਬਾਂ ਲਿਖੀਆਂ ਨੇ ਔਰ ਇਹਨਾਂ ਤੋਂ ਲਿਖਵਾਇਆ ਬਹੁਤ ਕੁਛ ਆ। ਇਹਨਾਂ ਨੂੰ ਉਹਨਾਂ ਨੇ ਸਾਥ ਬਹੁਤ ਵਧੀਆ ਦਿੱਤਾ ਔਰ ਇਹ ਉਹਨਾਂ ਦੀ ਕਹਿ ਲਓ ਕਿ ਮੰਨਦੇ ਨੇ ਉਹ ਆਪ ਕਿ ਮੇਰੇ ਲਈ ਵਾਕਈ ਉਹ ਪੁੰਨਿਆਂ ਦਾ ਚਾਨਣ ਸੀ। ਇਹ ਗੱਲ ਹੁਣ ਉਹਨਾਂ ਦੇ ਮੂੰਹੋਂ ਕਹਿਣ ਕੇ ਨਹੀਂ, ਬਲਕਿ ਲਿਖਣ ਦੇ ਵੀ ਤੌਰ 'ਤੇ 2 ਕਿਤਾਬਾਂ ਨੇ। ਤੁਰ ਦਰਗਾਹ ਵੀ ਜਿਹੜੀ ਹੈਗੀ ਆ, ਉਹ ਵੀ ਜਸਵੰਤ ਗਿੱਲ ਦੇ ਸੰਬੰਧ 'ਚ ਉਹਨਾਂ ਨੇ ਕਿਤਾਬ ਦਿੱਤੀ ਆ, ਪੁੰਨਿਆਂ ਦਾ ਚਾਨਣ ਦੀ। ਤੋ ਇਸ ਤਰ੍ਹਾਂ ਕੀਤਾ, ਪਰ ਪਿੰਡ ਦੇ ਵਿੱਚ ਉਹਨਾਂ ਦੀ ਇਸ ਗੱਲੋਂ ਨਹੀਂ ਬਦਖੋਈ ਕਿਸ ਨੇ ਕੀਤੀ। ਪਰਿਵਾਰ ਦੇ ਵਿੱਚ ਵੀ ਮੈਂ ਤਾਂ ਕਦੇ ਕੋਈ ਕਲੇਸ਼ ਨਹੀਂ, ਕਿਉਂਕਿ ਮੈਂ ਤਾਂ ਪਰਿਵਾਰ ਦਾ ਜੀ ਹੋਈ ਹਾਂ ਇੱਕ ਤਰ੍ਹਾਂ ਨਾਲ। ਐਵੇਂ ਵੀ ਨਹੀਂ ਮੈਂ ਕਹਿੰਦਾ, ਝੂਠ ਵੀ ਨਹੀਂ ਮਾਰਦਾ। ਪਰਿਵਾਰ ਦੇ ਵਿੱਚ ਵੀ ਮੈਂ ਕੋਈ ਬਹੁਤਾ ਕਲੇਸ਼ ਜਾਂ ਕੋਈ ਇਹੋ ਜਿਹੀ ਗੱਲ ਨਹੀਂ ਕਦੇ ਮੇਰੇ ਸੁਣਨ ਦੇ ਵਿੱਚ ਜਾਂ ਵੇਖਣ ਦੇ ਵਿੱਚ ਆਈ। ਉਹ ਬਾਹਰਲੇ ਘਰ ਦੀ ਜਿਹੜੀ ਕੋਠੀ ਆ ਉੱਥੇ ਬਣਾਈ, ਉੱਥੇ ਰਹਿੰਦੇ ਰਹੇ ਨੇ। ਡਾਕਟਰ ਜਸਵੰਤ ਗਿੱਲ ਬਹੁਤ ਚੰਗੇ ਸੁਭਾਅ ਦੇ ਸੀ, ਮੁਸਕਰਾ ਕੇ ਮਿਲਣਾ, ਉਹਨਾਂ ਦੇ ਨਾਲ ਬੜੀ ਦੇਰ ਤੱਕ ਰਹੇ ਹਾਂ, ਅਸੀਂ ਗੱਲਾਂ ਬਾਤਾਂ ਕਰਦੇ ਰਹੇ ਹਾਂ। ਅੰਦਰਲੇ ਘਰ ਜਾਣਾ ਤਾਂ ਉੱਥੇ ਰੋਟੀ ਤਾਂ ਉੱਥੋਂ ਅੰਦਰਲੇ ਘਰ ਹੀ ਖਾਣੀ ਪੀਣੀ ਉੱਥੇ ਹੁੰਦੀ ਸੀਗੀ। ਬਾਹਰਲੇ ਘਰ ਵੀ ਰਸੋਈ ਸੀਗੀ ਬਣੀ ਹੋਈ, ਉੱਥੇ ਵੀ ਖਾ ਲੈਂਦੇ ਸੀਗੇ। ਤੋ ਉਹਨਾਂ ਨਾਲ ਤਾਂ 1958 ਤੋਂ ਲੈ ਕੇ 2020 ਤੱਕ ਮੇਰੀ ਨੇੜਤਾ ਰਹੀ ਆ ਉਹਨਾਂ ਦੇ ਨਾਲ। ਅਤੇ ਬਹੁਤ ਕੁਛ ਪਤਾ ਮੈਨੂੰ, ਸਭ ਕੁਛ ਦਾ ਪਤਾ। ਜਿਵੇਂ ਬਾਹਰਲੇ ਕਈ ਲੋਕ ਸਮਝਦੇ ਆ ਨਾ ਵੀ ਉਹਨਾਂ ਦੀ ਕੋਈ ਪਿੰਡ ਦੇ ਵਿੱਚ ਬੜੀ ਬਦਖੋਈ ਹੋਈ ਹੋਏਗੀ ਜਾਂ ਕੋਈ ਹੋਰ ਕਲੇਸ਼ ਪੈਂਦੇ ਹੋਣਗੇ, ਇਸ ਤਰ੍ਹਾਂ ਨਹੀਂ ਕੋਈ ਗੱਲ ਹੋਈ। ਜੇਕਰ ਮੈਂ ਪੰਜਾਬੀ ਸੱਭਿਆਚਾਰ 'ਚ ਦੇਖਾਂ ਤਾਂ 2 ਵਿਆਹ ਜਿਹੜੇ ਆਮ ਵਰਤਾਰਾ ਸੀ ਸਾਡੇ ਪੁਰਾਣੇ ਜਿਹੜੇ ਬਜ਼ੁਰਗਾਂ ਦੇ ਵਿੱਚ, ਇਹ ਚੀਜ਼ਾਂ ਸਾਨੂੰ ਪਿੰਡਾਂ ਵਿੱਚ ਦੇਖਣ ਨੂੰ ਮਿਲਦੀਆਂ ਸੀ। ਪਰ ਜਦੋਂ ਅਸੀਂ ਸਿਧਾਂਤਕ ਤੌਰ 'ਤੇ ਇੱਕ ਲੇਖਕ ਦੀ ਗੱਲ ਕਰਦੇ ਹਾਂ, ਜਿਹੜੇ ਦੂਜਿਆਂ ਨੂੰ ਸਿੱਖਿਆ ਦੇਣ ਵਾਲਾ ਥੰਮ ਕਿਹਾ ਜਾਂਦਾ, ਜਿਨ੍ਹਾਂ ਨੂੰ ਉਹ ਚੀਜ਼ਾਂ ਉਹ ਸਮਾਜ ਲਈ ਲਿਖਦੇ ਨੇ ਜਿਹੜੀਆਂ ਸਮਾਜਿਕ ਢਾਂਚੇ ਨੂੰ ਸਮਤੋਲ ਰੱਖਦੀਆਂ ਨੇ, ਤਾਂ ਫਿਰ ਕਿਤੇ ਨਾ ਕਿਤੇ ਪਾਠਕਾਂ ਦਾ ਦਿਲ ਆ ਜਿਹੜਾ। ਦੇਖੋ ਇਹਦੇ 'ਚ ਮੈਂ ਕਈ ਵਾਰੀ ਨਾ ਅਸੀਂ ਆਪਸ ਵਿੱਚ ਵੀ ਗੱਲਾਂ ਕਰਦੇ ਹੁੰਦੇ ਹਾਂ, ਹੋਰ ਵੀ ਪ੍ਰੋਫੈਸਰ ਸਾਰੇ, ਵੀ ਇਹਦੇ 'ਚ ਜਸਵੰਤ ਸਿੰਘ ਲਈ ਤਾਂ ਕੋਈ ਕੁਰਬਾਨੀ ਨਹੀਂ। ਕੁਰਬਾਨੀ ਤਾਂ ਉਸ ਬੀਬੀ ਦੀ ਹੈ। ਦੇਖੋ ਲਾਹੌਰ ਦੀ MBBS ਪੜ੍ਹੀ ਹੋਈ ਹੈ, ਤਾਂ 10ਵੀਂ 'ਚੋਂ ਫੇਲ ਹੋਏ ਸੀਗੇ, ਲੇਖਕ ਸੀਗੇ। ਵੀ ਉਸ ਲੜਕੀ ਦਾ ਉਹਦਾ ਵਿਆਹ ਕਰਨ ਵਾਸਤੇ ਅਫੀਸਰ, ਉਹਦੇ ਪਿਤਾ ਜੀ ਵੀ ਡਾਕਟਰ ਔਰ ਉਹ ਮਿਲਟਰੀ ਦੇ ਵਿੱਚ ਡਾਕਟਰ ਸੀਗੇ। ਉਹਨਾਂ ਲਈ, ਉਸ ਲੜਕੀ ਲਈ ਕੋਈ ਲੈਫਟੀਨੈਂਟ ਲੱਭਣਾ, ਕੋਈ ਅਫੀਸਰ ਲੱਭਣਾ, ਕੈਪਟਨ ਲੱਭਣਾ ਕੋਈ ਮੁਸ਼ਕਿਲ ਗੱਲ ਨਹੀਂ ਸੀਗੀ। ਉਹਨਾਂ ਦਿਨਾਂ ਦੇ ਵਿੱਚ 1947 ਤੋਂ ਪਹਿਲਾਂ ਇੱਕ ਜੱਟ ਸਿੱਖਾਂ ਦੀ ਲੜਕੀ ਦਾ MBBS ਹੋਣਾ ਔਰ ਫਿਰ ਸਾਰੀ ਫੈਮਿਲੀ ਸੈੱਟ ਹੋਣੀ। ਉਹਨਾਂ ਦੇ ਭਰਾ ਇੱਕ ਬਹੁਤ ਵੱਡੇ ਪੁਲਿਸ ਦੇ ਅਫਸਰ ਨੇ, ਇੱਕ ਫੌਜ ਦੇ ਵਿੱਚ ਵੱਡੇ ਅਫਸਰ ਨੇ, ਅਤੇ ਇੱਕ ਇਹ ਪ੍ਰੀਤ ਲੜੀ ਦਾ ਪ੍ਰੈਸ ਚਲਾਉਂਦੇ ਰਹੇ ਨੇ, ਦਰਸ਼ਨ ਸਿੰਘ ਇਹਨਾਂ ਦੇ ਮੈਨੇਜਰ ਰਹੇ ਨੇ। ਅਤੇ ਉਹ ਦੇਖੋ ਉਹ ਇਹਨਾਂ ਨੂੰ ਲੇਖਕ ਦੇ ਤੌਰ 'ਤੇ ਇਸ਼ਟ ਮੰਨ ਕੇ ਇਹਨਾਂ ਦੇ ਨੇੜੇ ਉਹ ਆਪ ਆਏ ਨੇ। ਕਮਲ ਸਾਹਿਬ ਦੀ ਕੀ ਮਜਾਲ ਸੀਗੀ, ਔਰ ਮਜਬੂਰ ਵੀ ਮਤਲਬ ਉਹਨਾਂ ਨੇ ਹੀ ਕੀਤਾ। ਡਾਕਟਰ ਜਸਵੰਤ ਗਿੱਲ ਨੇ ਮਜਬੂਰ ਕੀਤਾ ਇਹਨਾਂ ਨੂੰ ਵਿਆਹ ਕਰਨ ਵਾਸਤੇ। ਵਿਆਹ ਕੋਈ ਉਸ ਤਰ੍ਹਾਂ ਨਹੀਂ ਵਾਜੇਗਾ ਜੇ ਵਜਾ ਕੇ ਜਾਂ ਧੂਮ ਧਾਮ ਨਾਲ ਗੁਰਦੁਆਰੇ ਮੱਥਾ ਟੇਕ ਕੇ ਕੀਤਾ ਇਹਨਾਂ ਨੇ। ਬਾਲ ਬੱਚਾ ਇਹਨਾਂ ਦੇ ਕੋਈ ਨਹੀਂ ਹੋਇਆ, ਹੋਣਾ ਹੀ ਨਹੀਂ ਸੀਗਾ, ਕਿਉਂਕਿ ਪਹਿਲਾਂ ਹੀ ਮਿਥ ਲਿਆ ਸੀਗਾ। ਅਤੇ ਇਸ ਤਰੀਕੇ ਦਾ ਉਹਨਾਂ ਦਾ ਚੱਲਿਆ ਹੈਗਾ। ਅਤੇ ਮੈਨੂੰ ਲੱਗਦਾ ਕਿ ਵੀ ਜੇ ਤਾਂ ਹੋਰ ਕੋਈ ਸੱਭਿਆਚਾਰ ਹੋਵੇ ਉਹਦੇ 'ਚ ਤਾਂ ਐਵੇਂ ਹੀ ਆ। ਕੁਛ ਬੰਦੇ ਜ਼ਰੂਰ ਕਰਦੇ ਆ, ਪਰ ਪਿੰਡ ਦੇ ਬੰਦੇ ਘੱਟ ਕਰ ਰਹੇ ਆ। ਬਾਹਰ ਦੇ ਬੰਦੇ ਜਿਹੜੇ ਹੈਗੇ ਆ ਨਾ, ਉਹਨਾਂ ਦੇ ਜਿਹੜੇ ਸ਼ਰੀਕ ਨੇ, ਪਿੰਡ ਦੇ ਸ਼ਰੀਕ ਨਹੀਂ ਕਰਦੇ। ਪਿੰਡ ਦੇ ਸ਼ਰੀਕ ਤਾਂ ਹੁੱਬ ਕੇ ਦੱਸਦੇ ਆ ਵੀ ਦੇਖੋ ਪੜ੍ਹੀ ਲਿਖੀ ਡਾਕਟਰੀ ਸਾਡੇ ਬਾਈ ਦੇ ਉੱਤੇ, ਯਾਰ ਉਹ ਤਾਂ ਦਿਆਲ ਹੋ ਗਈ, ਉਹ ਤਾਂ ਆਪਣੀ ਪ੍ਰਾਪਤੀ ਗਿਣਦੇ ਆ ਪਿੰਡ ਦੇ ਲੋਕ। ਤਾਂ ਜਿਹੜੇ ਬਾਹਰ ਦੇ ਲੇਖਕ ਆ ਨਾ, ਕਈ ਇਹੋ ਜਿਹੜੇ ਲੱਗਦੇ ਆ ਕਿਸੇ ਗੱਲੋਂ, ਉਹ ਜ਼ਿਆਦਾ ਬਦਖੋਈ ਕਰਦੇ ਆ। ਜਾਂ ਤਾਂ ਇਸ ਕਰਕੇ ਵੀ ਕਰਦੇ ਹੋਣ ਵੀ ਉਹਨਾਂ ਦਾ ਹੱਥ ਨਹੀਂ ਪਹੁੰਚਿਆ, ਅਤੇ ਉਹ ਆਪ ਉਹ ਕਹਿੰਦੇ ਹੋਣ ਵੀ ਇਹ ਜੱਟ ਜਾ ਬੰਦਾ, ਯਾਰ ਇਹ ਅਨਪੜ੍ਹ ਬੰਦਾ ਇੱਕ ਤਰ੍ਹਾਂ ਨਾਲ, 10ਵੀਂ 'ਚੋਂ ਫੇਲ। ਤੋ ਇਸ ਕਰਕੇ ਆ। ਪਰ ਉਹਨਾਂ ਦਾ ਇਸ਼ਕ ਵਾਕਈ ਸੱਚਾ ਨਿਕਲਿਆ, ਨਹੀਂ ਤਾਂ ਉਹ ਲਿਖ ਕੇ ਨਾ ਕੁਛ ਕਰਕੇ ਨਾ ਜਾਂਦੇ, ਉਹ ਭੇਤ ਹੀ ਰੱਖਦੇ। ਉਹਨਾਂ ਨੇ ਭੇਤ ਨਹੀਂ ਰੱਖਿਆ, ਉਜਾਗਰ ਕੀਤਾ ਔਰ ਉਜਾਗਰ ਹੋ ਕੇ ਗਏ ਆ ਉਹ। ਸਰ 84 ਦੇ ਦੌਰ ਬਾਰੇ ਤੁਸੀਂ ਥੋੜ੍ਹਾ ਜਿਹਾ ਆਪਣੀ ਸਵੈ ਜੀਵਨੀ 'ਚ ਲਿਖਦੇ ਹੋ, ਜਦੋਂ ਤੁਹਾਡੇ ਇੱਕ ਬਹੁਤ ਅਜ਼ੀਜ਼ ਦੋਸਤ ਜਿਨ੍ਹਾਂ ਦਾ ਕਤਲ ਹੋ ਜਾਂਦਾ ਹੈ, ਉਸ ਤੋਂ ਬਾਅਦ ਤੁਹਾਡੇ ਪਰਿਵਾਰ ਦੇ ਵਿੱਚੋਂ ਮੈਮ ਜਿਹੜੇ ਤੁਹਾਡੇ ਧਰਮ ਪਤਨੀ ਨੇ, ਉਹਨਾਂ ਦੇ ਭਾਣਜੇ ਦਾ ਕਤਲ ਹੁੰਦਾ। ਉਸ ਤੋਂ ਬਾਅਦ ਫਿਰ ਤੁਹਾਡੇ ਭਰਾ ਨੇ ਜਿਹੜੇ, ਉਹਨਾਂ ਦੇ ਸਾਲਾ ਸਾਹਿਬ ਦਾ ਇਸੇ ਪੂਰੇ ਘਟਨਾਕ੍ਰਮ ਦੇ ਚਲਦਿਆਂ ਤੁਹਾਡੇ ਪਰਿਵਾਰ ਦੇ ਵਿੱਚ ਕਤਲ ਹੁੰਦੇ ਨੇ। ਤਾਂ ਤੁਸੀਂ ਇਸ ਦੌਰ ਨੂੰ ਆਪਣੇ ਪਿੰਡੇ 'ਤੇ ਹੰਢਾਇਆ। ਤੁਹਾਨੂੰ ਵੀ ਉਸ ਵੇਲੇ ਇੱਕ ਇਹੋ ਜਿਹੀ ਚਿੱਠੀ ਆਉਂਦੀ ਹੈ ਜਿਹੜੀ ਉਗਰਾਹੀ ਦੀ ਸੀ, ਜਿਹੜੀ ਬਾਅਦ ਵਿੱਚ ਨਕਲੀ ਨਿਕਲਦੀ ਆ, ਪਰ ਹਰ ਵਕਤ ਤੁਸੀਂ ਇਸ ਖੌਫ ਨੂੰ ਆਪਣੇ ਪਿੰਡੇ 'ਤੇ ਹੰਢਾ ਚੁੱਕੇ ਹੋ। ਉਸ ਤੋਂ ਬਾਅਦ
ਜਦੋਂ ਫਿਰ ਇੱਕ ਪੰਜਾਬ 'ਚ ਇਹੋ ਜਿਹੀ ਹਨੇਰੀ ਵਗਦੀ ਹੈ, ਜਦੋਂ ਬਹੁਤ ਸਾਰੇ ਨੌਜਵਾਨ ਜਿਨ੍ਹਾਂ ਦਾ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਵੀ ਕਤਲ ਹੋਏ। ਤੁਸੀਂ ਵੀ ਲਿਖਦੇ ਹੋ ਕਿ ਜਦੋਂ ਕਿਸੇ ਮਸ਼ਹੂਰ ਖਾੜਕੂ ਦਾ ਇਨਾਮ ਆ ਜਿਹੜਾ ਪੁਲਿਸ ਵਾਲਿਆਂ ਨੇ ਜਾਂ ਸਰਕਾਰਾਂ ਨੇ ਮਿਲ ਕੇ ਆਪਣੇ ਸਿਰ 'ਤੇ ਰੱਖਣਾ ਹੁੰਦਾ ਸੀ, ਤਾਂ ਫਿਰ ਉਸ ਵੇਲੇ ਆਮ ਨੌਜਵਾਨਾਂ ਦਾ ਚੁੱਕ ਕੇ ਕਤਲ ਕਰ ਦਿੱਤਾ ਜਾਂਦਾ ਸੀ ਅਤੇ ਉਹ ਇਨਾਮ ਜਿਹੜੇ ਹਾਸਿਲ ਕੀਤੇ ਜਾਂਦੇ ਸੀ, ਚਾਹੇ ਉਹ ਤਰੱਕੀਆਂ ਦੇ ਰੂਪ ਸੀ ਜਾਂ ਫਿਰ ਕਹਿ ਲਾਂ ਕਿ ਪੈਸੇ ਦੇ ਰੂਪ ਦੇ ਵਿੱਚ ਸੀ। ਕਦੀ ਨਹੀਂ ਸੋਚਿਆ ਕਿ ਇਸ ਪਾਸੇ ਵੱਲ ਵੀ ਇੱਕ ਕਿਤਾਬ ਲਿਖੀ ਜਾਵੇ ਉਸ ਦੌਰ ਨਾਲ ਸੰਬੰਧਿਤ ਉਹਨਾਂ ਨੌਜਵਾਨਾਂ 'ਤੇ, ਜਾਂ ਫਿਰ ਉਹ ਸਾਰੀਆਂ ਚੀਜ਼ਾਂ ਜੋ ਤੁਹਾਡੇ ਖੁਦ ਦੇ ਪਰਿਵਾਰ ਨੇ ਉਸ ਸਮੇਂ ਦੇ ਵਿੱਚ ਹੰਢਾਈਆਂ ਨੇ? ਬੀਬਾ ਜੀ, ਲਿਖਣ ਵਾਲਾ ਤਾਂ ਬਹੁਤ ਕੁਛ ਹੈਗਾ। ਕਈ ਮੈਨੂੰ ਸਲਾਹ ਦੇ ਰਹੇ ਨੇ ਕਿ ਤੁਸੀਂ ਖੇਡ ਕਲਚਰ ਦੇ ਉੱਤੇ ਇੱਕ ਨਾਵਲ ਲਿਖੋ, ਜਿਵੇਂ ਆਹ ਡਰੱਗ ਹੈਗੀ ਆ ਕਬੱਡੀ ਦੇ ਵਿੱਚ। ਕੋਈ ਕਹਿ ਰਿਹਾ ਹੈਗਾ ਕਿ ਤੁਸੀਂ ਖੇਡ ਸੱਭਿਆਚਾਰ 'ਤੇ ਹੋਰ ਕੰਟਰੀਬਿਊਟ ਕਰੋ। ਕੋਈ ਕਹਿ ਰਿਹਾ ਕਿ ਵਿਸ਼ਵ ਦੇ ਮਹਾਨ ਖਿਡਾਰੀਆਂ ਬਾਰੇ ਲਿਖੋ, ਪੰਜਾਬੀ ਜਗਤ ਨੂੰ ਪਤਾ ਲੱਗੇ। ਕੋਈ ਕਹਿ ਰਿਹਾ ਕਿ ਵੀ ਤੁਹਾਡੇ ਜੀਵਨ ਦੇ ਜਿਹੜੇ ਆ ਫਲਾਣੇ ਪੱਖ ਨੇ, ਜਿਸ ਤਰ੍ਹਾਂ ਤੁਸੀਂ ਕਿਹਾ। ਇਹ ਜਿਹੜਾ ਬੀਬਾ ਜੀ, ਉਹ ਦਹਿਸ਼ਤੀ ਦੌਰ ਦਾ ਜਿਹੜਾ ਦਹਾਕਾ ਹੈਗਾ, ਉਹਦੇ 'ਚ ਇਕੱਲੇ ਮੈਂ ਨਹੀਂ, ਮੇਰਾ ਖਿਆਲ ਸ਼ਾਇਦ ਹੀ ਕੋਈ ਪੰਜਾਬੀ ਹੋਵੇ ਜਿਹਨੂੰ ਉਸ ਦਹਿਸ਼ਤੀ ਦੌਰ ਦਾ ਸੇਕ ਨਹੀਂ ਲੱਗਿਆ। ਸ਼ਾਇਦ ਹੀ ਕੋਈ ਘਰਾਣਾ ਪਰਿਵਾਰ, ਉਹਨਾਂ ਦਾ ਕੋਈ ਰਿਸ਼ਤੇਦਾਰ ਹੋਊਗਾ, ਉਹਨਾਂ ਦਾ ਆਂਢੀ ਗੁਆਂਢੀ ਹੋਊਗਾ, ਉਹਨਾਂ ਦਾ ਪੇਂਡੂ ਹੋਊਗਾ, ਉਹ ਆਪ ਹੋਣਗੇ। ਕਿਸੇ ਦੀ ਤਾਂ ਮੌਤ ਹੋ ਗਈ। ਕਿਸੇ ਨੇ ਜੇ ਉਹ ਦਿਨ ਕੱਟੇ ਨੇ ਤਾਂ ਇੰਨਾ ਡਰ ਕੇ ਸਹਿਮ ਕੇ ਮਰਨ ਨਾਲੋਂ ਵੀ ਔਖੇ ਕੱਟੇ ਨੇ। ਕਿਸੇ ਨੇ ਮੁਕੱਦਮੇਬਾਜ਼ੀ ਦੇ ਵਿੱਚ ਭੁਗਤੇ ਨੇ, ਕਿਸੇ ਨੂੰ ਜੇਲ੍ਹਾਂ ਜਾਣਾ ਪਿਆ, ਕਈ ਮੁਕਾਬਲਿਆਂ ਦੇ ਵਿੱਚ ਮਾਰੇ ਗਏ ਨੇ। ਹੁਣ ਤੁਸੀਂ ਮੇਰੇ ਪਤਨੀ, ਉਹਦਾ ਸਕਾ ਭਾਣਜਾ, ਮੇਰੀ ਸਾਲੀ ਦਾ ਲੜਕਾ, ਬੜਾ ਹੋਣਹਾਰ ਮੁੰਡਾ ਸੀਗਾ, ਬਥੇਰਾ ਬਚਾਉਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਲੱਗੀ ਰਹੀ ਮਗਰ। ਮਾਰਤਾ ਉਹਨੂੰ, ਮਾਰ ਕੇ ਵੀ ਕੋਈ ਲੈਫਟੀਨੈਂਟ ਜਨਰਲ ਦਾ ਸੀਗਾ, ਉਹਦਾ ਨਾਂ ਪਾ ਕੇ ਤੇ ਉਹਦਾ ਅਵਾਰਡ ਲਿਆ, ਉਹਦੀ ਤਰੱਕੀ ਲਈ। ਸਾਡੇ ਕੋਲ ਤਾਂ ਉਹਦੇ ਮਰਨ ਦਾ ਸਰਟੀਫਿਕੇਟ ਵੀ ਨਹੀਂ। ਉਹਦਾ ਪਿਤਾ ਤਾਂ ਉਹਦੇ ਮਰਨ ਦਾ ਸਰਟੀਫਿਕੇਟ ਵੀ ਨਹੀਂ ਹਾਸਿਲ ਕਰ ਸਕਿਆ। ਇੱਕ ਮੁੰਡਾ ਸੀਗਾ ਮੇਰੇ ਭਰਾ ਦਾ ਸਾਲਾ, ਉਹ ਕਬੱਡੀ ਦਾ ਖਿਡਾਰੀ ਸੀ, ਲੈ ਗਏ ਨਾਲ, ਲਈ ਫਿਰਦੇ ਰਹੇ, ਲਿਆ ਕੇ ਵੀ ਚੱਲ ਤੈਨੂੰ ਘਰ ਛੱਡ ਆਉਣੇ, ਘਰ ਦੇ ਕੋਲੇ ਲਿਆ ਕੇ ਉੱਥੇ ਬਰਸ ਮਾਰ ਕੇ ਮਾਰਤਾ ਤਾਂ ਕਿ ਘਰਦਿਆਂ ਨੂੰ ਛੇਤੀ ਪਤਾ ਲੱਗ ਜੇ। ਦੁਸ਼ਮਣੀ ਕਿਸੇ ਨਾਲ, ਗੱਲ ਕਿਸੇ ਨਾਲ। ਉਹ ਮੇਰਾ ਮਿੱਤਰ ਸੀਗਾ ਇੱਕ, ਕਾਮਰੇਡ ਮਹਿੰਦਰ, ਸੈਕਟਰੀ। ਅਤੇ ਮੈਂ ਤਾਂ ਕੁਦਰਤੀ ਉਸ ਦਿਨ ਬ੍ਰਦਰ ਆਇਆ ਹੋਇਆ ਸੀਗਾ, ਭਰਾ ਆਇਆ ਸੀ ਮੇਰਾ ਛੋਟਾ ਇੱਥੋਂ ਕੈਲੀਫੋਰਨੀਆ 'ਚੋਂ, ਅਤੇ ਮੈਂ ਗਿਆ ਤਾਂ ਸੀਗਾ ਪਿੰਡ 'ਚ ਟੁੱਡੀਕੇ ਤੋਂ ਚੱਕਰ, ਵੀ ਉੱਥੇ ਘਰ ਮਿਲ ਕੇ ਸਾਰਿਆਂ ਨੂੰ ਚਾਹ ਪਾਣੀ ਪੀ ਕੇ ਫਿਰ ਮੈਂ ਉਹਨੂੰ ਮਿਲ ਕੇ ਆਊਂਗਾ। ਉਹ ਭਜਨ ਆਇਆ ਕਰਕੇ ਮੈਂ ਉੱਥੇ ਘਰ ਹੀ ਰੁਕ ਗਿਆ। ਉਸ ਦਿਨ ਉਹ ਮਾਰਿਆ ਗਿਆ ਤਾਂ ਮੈਂ ਸੋਚਣ ਲੱਗਾ ਵੀ ਜੇ ਕਿਤੇ ਭਜਨ ਆਇਆ ਹੁੰਦਾ, ਮੈਂ ਜਾਂਦਾ ਤਾਂ ਮੈਂ ਵੀ ਨਾਲ ਹੀ ਮਾਰਿਆ ਜਾਂਦਾ। ਮੌਤ ਤਾਂ ਬੀਬਾ ਜੀ ਇੱਕ ਹੱਥ ਦੀ ਵਿੱਥ ਤੋਂ ਲੰਘਦੀ ਰਹੀ ਆ। ਕਿਤਾਬ ਵੀ ਹੋ ਸਕਦਾ, ਕੀ ਪਤਾ ਲਿਖੀ ਜਾਵੇ ਕਦੇ, ਦਹਿਸ਼ਤੀ ਦੌਰ ਬਾਰੇ ਵੀ ਲਿਖੀ ਜਾਵੇ। ਕਿਤਾਬਾਂ ਦੇ ਤਾਂ ਬੜੇ ਰੰਗ ਰੂਪ ਹੁੰਦੇ ਨੇ, ਕਹਾਣੀਆਂ ਵੀ ਹੁੰਦੀਆਂ ਨੇ, ਨਾਵਲ ਵੀ ਹੁੰਦੇ ਨੇ, ਉਂਝ ਵੀ ਹੁੰਦੇ ਨੇ, ਆਪਦੇ ਜਿਹੜੇ ਹੈਗੇ ਆਪਦੇ ਅਨੁਭਵ ਵੀ ਹੁੰਦੇ ਨੇ। ਤੋ ਇਸ ਤਰੀਕੇ ਦੇ ਨਾਲ ਮੈਂ ਅਜੇ ਤੱਕ ਤਾਂ ਠੀਕ ਠਾਕ ਆ ਰਿਹਾ। ਅਗਾਂਹ ਵੇਖੋ। ਗੱਲਾਂ, ਸਵਾਲ ਹੋਰ ਵੀ ਬਹੁਤ ਸਾਰੇ ਸੀ, ਪਰ ਆਪਣੇ ਕੋਲ ਸਮੇਂ ਦੀ ਕਮੀ ਹੈ। ਅਖੀਰ 'ਤੇ ਤੁਹਾਡੇ ਵੱਲ 80 ਵਰ੍ਹਿਆਂ ਦੇ ਇਸ ਮੁਕੰਮਲ ਸਫ਼ਰ ਨੂੰ ਕਿਵੇਂ ਦੇਖਦੇ ਹੋ? ਇਹ ਸਕੂਨ ਹੈ ਕਿ ਜੋ ਚਾਹਿਆ ਸੀ ਉਹ ਲਿਖ ਲਿਆ, ਜੋ ਮੁਕਾਮ ਜ਼ਿੰਦਗੀ 'ਚ ਸੋਚਿਆ ਸੀ ਉਹ ਮਿਲ ਗਿਆ ਹੈ, ਅਤੇ ਹੁਣ ਜਦੋਂ ਤੁਸੀਂ ਇਸ ਪੜਾਅ 'ਤੇ ਹੋ, ਹਾਲੇ ਕੁਛ ਇਹੋ ਜਿਹਾ ਬਾਕੀ ਬਚਿਆ ਹੈ ਜੋ ਦਿਲ ਕਰਦਾ ਹੈ ਕਿ ਇਹ ਵੀ ਕਰਨ ਵਾਲਾ ਅਤੇ ਜਲਦ ਤੋਂ ਜਲਦ ਪੂਰਾ ਕਰ ਲਿਆ ਜਾਵੇ? ਬੀਬਾ ਜੀ, ਜਿਸ ਵੇਲੇ ਲਿਖਣਾ ਸ਼ੁਰੂ ਕੀਤਾ ਨਾ, ਉਸ ਵੇਲੇ ਤਾਂ ਦਾਈਏ ਇਹੋ ਜਿਹੇ ਨਹੀਂ ਸੀਗੇ, ਅਤੇ ਉਸ ਵੇਲੇ ਤਾਂ ਇਹ ਸੀ ਕਿ ਵੀ ਇਹ ਤਾਂ ਮੇਰੀ ਜਿਹੜੀ ਹੈਗੀ ਆ ਨਾ ਸਮਰੱਥਾ ਦੱਸੇਗੀ ਕਿ ਮੇਰੀ ਸੀਮਾ ਕਿੱਥੇ ਤੱਕ ਆ। ਮੈਂ ਖੇਡ ਲਿਖਣੀ ਦੀ ਮੈਰਾਥਨ ਲਾਉਂਦਾ ਆ ਰਿਹਾ। ਉਂਝ ਤਾਂ ਮੈਰਾਥਨ 42 ਕਿਲੋਮੀਟਰ ਦੀ ਹੁੰਦੀ ਹੈ, 26 ਮੀਲ ਦੀ ਹੁੰਦੀ ਹੈ। ਹਾਂਜੀ। ਪਰ ਮੈਨੂੰ ਲਿਖਦੇ ਨੂੰ, ਖੇਡਾਂ ਖਿਡਾਰੀਆਂ ਬਾਰੇ ਲਿਖਦੇ ਨੂੰ 1966 ਤੋਂ ਲੈ ਕੇ ਤੁਸੀਂ ਹੁਣ ਤੱਕ ਗਿਣ ਲਓ ਕਿੰਨੇ ਸਾਲ ਹੋ ਗਏ, ਅਤੇ 34 ਸਾਲ ਉਹ ਆ, ਅਤੇ 54-55 ਸਾਲ ਹੋ ਗਏ ਨੇ। ਪਰ ਮੇਰੀ ਇਹ ਮੈਰਾਥਨ ਅਜੇ ਤੱਕ ਜਾਰੀ ਹੈ, ਅਤੇ ਉਦੋਂ ਤੱਕ ਜਾਰੀ ਰਹੂਗੀ ਜਦੋਂ ਤੱਕ ਮੈਂ ਡਿੱਗ ਨਹੀਂ ਪੈਂਦਾ। ਅਤੇ ਮੈਨੂੰ ਲੱਗਦਾ ਹਾਲੇ ਮੈਂ ਆਪਣੇ ਆਪ ਨੂੰ ਸੰਭਾਲਿਆ ਹੋਇਆ ਅਤੇ ਚੱਲ ਰਿਹਾ, ਅਤੇ ਮੈਨੂੰ ਤਸੱਲੀ ਹੈ ਆਪਣੇ ਲਿਖਣ ਦੇ ਉੱਤੇ। ਪਰ ਜੇ ਮੈਂ ਕਹਾਂ ਵੀ ਮੈਂ ਕਾਫੀ ਕੁਛ ਲਿਖ ਲਿਆ ਜਾਂ ਮੈਂ ਬਹੁਤ ਲਿਖ ਲਿਆ, ਉਹ ਗੱਲ ਨਹੀਂ ਹੋਈ। ਅਜੇ ਤਾਂ ਮੈਂ ਛੋਪ ਦੇ ਵਿੱਚੋਂ ਪੂਣੀ 31 ਆ, ਅਤੇ ਮੇਰੇ ਪਾਠਕਾਂ ਨੂੰ ਜੇ ਉਹਨੇ ਪ੍ਰਵਾਨ ਕੀਤੀ ਆ, ਅਤੇ ਮੈਂ ਉਹਨਾਂ ਦਾ ਸ਼ੁਕਰਗੁਜ਼ਾਰ ਹਾਂ। ਮੈਂ ਹੈਰਾਨ ਹਾਂ ਵੀ ਵਰਿਆਮ ਸਿੰਘ ਸੰਧੂ ਵਰਗਾ ਕਹਾਣੀਕਾਰ
ਜੀਂਦੇ ਜੀ ਮੇਰੇ ਬਾਰੇ ਕਿਤਾਬ ਐਡਿਟ ਕਰਦਾ ਔਰ ਮੈਨੂੰ ਪੰਜਾਬੀ ਇਬਾਰਤ ਦਾ ਉੱਚਾ ਬੁਰਜ ਕਹਿੰਦਾ। ਤਾਂ ਮੈਂ ਤਾਂ ਖੁਸ਼ਕਿਸਮਤ ਹਾਂ ਕਿ ਮੇਰੀ ਇੰਨੀ ਵਡਿਆਈ ਮੇਰੇ ਜੀਂਦੇ ਜੀ ਲੋਕ ਕਰੀ ਜਾ ਰਹੇ ਨੇ। ਮੈਨੂੰ ਕਿਸੇ ਗੱਲ ਦਾ ਤਰਸੇਮਾ ਨਹੀਂ, ਕਿਸੇ ਗੱਲ ਦੀ ਊਣ ਨਹੀਂ, ਕਿਸੇ ਗੱਲ ਦੀ ਘਾਟ ਨਹੀਂ। ਮੈਂ ਤਾਂ ਨਮਸਕਾਰ ਕਰਦਾ 80 ਸਾਲ ਦੀ ਉਮਰ ਦੇ ਵਿੱਚ ਕਿ ਇਹ ਪੰਜਾਬੀ ਪਿਆਰਿਓ, ਤੁਸੀਂ ਇਸ ਨਾਚੀਜ਼ ਦੇ ਉੱਤੇ ਇੰਨਾ ਪਿਆਰ, ਇੰਨਾ ਆਦਰ, ਇੰਨਾ ਸਨਮਾਨ ਵਰਸਾਇਆ ਕਿ ਮੈਂ ਤੁਹਾਡਾ ਦੇਣਾ ਨਹੀਂ ਦੇ ਸਕਦਾ। ਤੁਹਾਡਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦਾ। ਬਹੁਤ ਬਹੁਤ ਧੰਨਵਾਦ।